ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਪੱਖ ਦੇ ਮਸਲੇ ਲੈਂਦੇ ਹਾਂ ਔਰ ਉਹਨਾਂ ਮਸਲਿਆਂ ਵਿੱਚ ਬਹੁਤ ਲੰਬੀ ਲਿਸਟ ਤਾਂ ਨਹੀਂ, ਬੜੇ ਸਿਲੈਕਟਡ ਜਿਹੜੇ ਮਸਲੇ ਨੇ ਤੇ ਉਹਨਾਂ ਤੇ ਇੱਕ ਝਾਤ ਪਾਉਣ ਲਈ ਮੈਂ ਖਾਨਾ ਜੀ ਨੂੰ ਕਹਾਂਗਾ ਕਿ ਖਾਨਾ ਜੀ ਉਹ ਮਸਲੇ ਕਿਹੜੇ ਨੇ ਜਿਹੜੇ ਭਖ ਰਹੇ ਨੇ ਇਸ ਵੇਲੇ ਪੰਜਾਬ ਵਿੱਚ ਤੇ ਬਾਹਰਲੇ ਦੇਸ਼ਾਂ ਵਿੱਚ। ਬਿਲਕੁਲ ਜੀ, ਉਹ ਤੋਂ ਲੈਂਦੇ ਹਾਂ ਆਪਾਂ, ਪਰ ਆਪਣੀ ਮੁਲਾਕਾਤ ਹੋਈ ਨਹੀਂ ਜੀ 2 ਦਿਨ ਤੋਂ। ਅੱਜ ਮੈਂ ਮਿਲਿਆ ਤੁਹਾਨੂੰ ਤੇ ਮੈਨੂੰ ਇਹ ਤਾਂ ਦੱਸੋ, ਰਾਘਵ ਚੱਡਾ ਦੀ ਮੰਗਣੀ ਹੋਈ ਸੀ, ਕਿਤੇ ਉੱਥੇ ਤਾਂ ਨਹੀਂ ਗਏ ਸੀ ਤੁਸੀਂ? ਇਨਵਾਈਟਡ ਤਾਂ ਨਹੀਂ ਸੀ? ਬਿਲਕੁਲ, ਇਹ ਬੜੀ ਖੁਸ਼ੀ ਦੀ ਗੱਲ। ਵੈਸੇ ਉਹਦੇ 'ਚ ਬੜੇ VVIP ਲੋਕ ਗਏ ਆ ਤੇ ਤੁਸੀਂ ਵੀ VVIP ਹੋ। ਉਹਦੇ ਵਿੱਚ ਕਪੂਰਥਲਾ ਦੇ ਏਰੀਆ 'ਚ ਆਏ ਲੋਕ ਔਰ ਉਹਦੇ 'ਚ ਪੰਜਾਬ ਤੋਂ ਬੇਸ਼ੁਮਾਰ ਲੋਕ ਜਿਹੜੇ ਪਹੁੰਚੇ ਆ ਔਰ ਉਹਦੇ ਵਿੱਚ ਕਈ ਲੋਕਾਂ ਦੀ ਜਿਹੜੀ ਆਲੋਚਨਾ ਵੀ ਹੋਈ ਆ, ਜਿਹਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ, ਅਕਾਲ ਤਖਤ ਦੇ ਜਥੇਦਾਰ, ਉਹਨਾਂ ਦਾ ਜਾਣਾ ਜਿਹੜਾ ਉਹ ਬਹੁਤ ਲੋਕਾਂ ਨੇ ਉਹਦੇ ਵਿੱਚ ਆਲੋਚਨਾ ਵੀ ਕੀਤੀ ਹੈ, ਕਈਆਂ ਨੇ ਖੁਸ਼ੀ ਪ੍ਰਗਟਾਈ ਆ, ਕਿਉਂਕਿ ਇਹਦੇ ਪਿੱਛੇ ਕਈ ਰਾਜਨੀਤੀ ਵੀ ਹੈਗੀ ਆ। ਔਰ ਉਹ ਜਿਹੜੀ ਕੁੜੀ ਆ ਉਹ ਵੀ ਫਿਲਮ ਐਕਟਰਸ ਹੈਗੀ ਆ, ਹੀਰੋਇਨ ਆ, ਉਹਦੇ ਵਿੱਚ ਵੀ ਲੋਕਾਂ ਦੀ ਜ਼ਿਆਦਾ ਖਿੱਚ ਦਾ ਕੇਂਦਰ ਰਹੀ ਹੈ ਔਰ ਫਿਲਮੀ ਹਸਤੀਆਂ ਨੇ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਔਰ ਉਹ 'ਚ ਰਾਜਨੀਤੀ ਵੀ ਹੈ, ਉਹ 'ਚ ਧਾਰਮਿਕ ਨੇਤਾ ਵੀ ਆ, ਉਹਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ, ਯੂਥ ਲੋਕ ਜਿਹੜੇ ਆਏ ਨੇ। ਤੁਸੀਂ ਗੱਲ ਘੁਮਾ ਗਏ ਹੋ, ਇਹ ਨਹੀਂ ਦੱਸਿਆ ਕਿ ਤੁਸੀਂ ਗਏ ਸੀ ਕਿ ਨਹੀਂ ਗਏ ਸੀ। ਨਹੀਂ, ਮੈਂ ਤਾਂ ਤੁਹਾਨੂੰ ਦੱਸਿਆ ਕਿ ਉਹ ਰਾਜਨੀਤੀ ਦੇ ਲੋਕ ਗਏ ਆ। ਜੇ ਮੈਂ ਗਿਆ ਹੁੰਦਾ ਤਾਂ ਮੈਂ ਤੁਹਾਨੂੰ ਉੱਥੋਂ ਦਾ ਅੱਖੀ ਡਿੱਠਾ ਹਾਲ ਦਿਖਾਉਂਦਾ। ਹਾਂ ਚਲੋ, ਅੱਖੀ ਡਿੱਠਾ ਹਾਲ ਆਪਾਂ ਆਪਣੀਆਂ ਖਬਰਾਂ ਦਾ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਅਮਰੀਕਾ ਦੇ ਵੱਲ ਚੱਲਾਂਗੇ ਜੀ। ਅਮਰੀਕਾ ਦੇ ਵਿੱਚ ਜੋ ਬਾਈਡਨ ਪ੍ਰਸ਼ਾਸਨ ਹੈ ਉਹ ਕਹਿੰਦੇ ਨੇ ਕਿ ਭਾਰਤ ਦੇ ਨਾਲ ਜੋ ਸਾਡੀ ਭਾਈਵਾਲੀ ਹੈ ਇਹ ਬੜਾ ਇੱਕ ਇੰਪੋਰਟੈਂਟ ਕਦਮ ਹੈ ਸਾਡੇ ਦੇਸ਼ ਵਾਸਤੇ ਵੀ ਤੇ ਭਾਰਤ ਵਾਸਤੇ ਵੀ, ਤੇ ਇਸ ਨੂੰ ਅੱਗੇ ਵਧਣਾ ਚਾਹੀਦਾ ਹੈ। ਤੇ ਅਮਰੀਕਾ ਵੱਲੋਂ ਸਾਲਾਨਾ ਰਿਪੋਰਟ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ, ਚੀਨ ਤੇ ਹੋਰ ਦੇਸ਼ ਤੇ ਕਈ ਮੁਲਕ ਧਾਰਮਿਕ ਫਿਰਕਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ। ਇਹ ਉੱਥੋਂ ਦੀ ਕਾਰਗੁਜ਼ਾਰੀ ਬਾਰੇ ਉਹਨਾਂ ਨੇ ਰਿਪੋਰਟ ਦਿੱਤੀ ਹੈ। ਤੇ ਬਾਕੀ ਪਾਕਿਸਤਾਨ ਦੀਆਂ ਉਲਝਣਾਂ ਦੀ ਗੱਲਬਾਤ ਹੋ ਰਹੀ ਹੈ ਤੇ ਅਮਰੀਕਾ ਨਾਲ ਜਿਹੜੀ ਉਹਨਾਂ ਦੀ ਦੋਸਤੀ ਹੈ, ਇਸ ਵਕਤ ਅਮਰੀਕਾ ਹੱਥ ਪੱਲਾ ਨਹੀਂ ਫੜਾ ਰਿਹਾ, ਥੋੜੀ ਇਹ ਦਿੱਕਤ ਆ ਰਹੀ ਹੈ ਉਹਨਾਂ ਨੂੰ। ਤੇ ਫਿਰ ਆਪਾਂ ਆਪਣੇ ਭਾਰਤ ਦੇ ਚਾਹਾਂਗੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਵਿੱਚ ਮੁਫਤ ਬਿਜਲੀ ਸਹੂਲਤਾਂ ਨਾਲ ਬਿਜਲੀ ਦਰਾਂ ਦੇ ਵਿੱਚ ਵਾਧਾ ਹੋਇਆ, ਕਿਉਂਕਿ ਇੰਡਸਟਰੀ ਦੀਆਂ ਜਿਹੜੀਆਂ ਦਰਾਂ ਨੇ ਵਧਾ ਦਿੱਤੀਆਂ ਗਈਆਂ ਨੇ। ਬਾਕੀ 300 ਯੂਨਿਟ ਵਾਲਾ ਤਾਂ ਫ੍ਰੀ ਉਹ ਗੇਮ ਤੇ ਚੱਲਦੀ ਹੋ ਪਈ ਹੈ। ਤੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਬੁਆਈ 10 ਜੂਨ ਤੋਂ ਸ਼ੁਰੂ ਹੈ ਤੇ ਸੂਬੇ ਨੂੰ 4 ਜ਼ੋਨਾਂ ਵਿੱਚ ਵੰਡ ਦਿੱਤਾ ਹੈ ਸਰਕਾਰ ਨੇ। ਤਾਂ ਉਸ ਹਿਸਾਬ ਨਾਲ ਇਹ ਸਾਰੀ ਸਟ੍ਰੈਟਜੀ ਤਿਆਰ ਕੀਤੀ ਜਾ ਰਹੀ ਹੈ ਜੀ। ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੋ ਸਾਡਾ ਪੇਂਡੂ ਵਿਕਾਸ ਫੰਡ ਕੇਂਦਰ ਨੇ ਰੋਕਿਆ ਹੈ ਉਸ ਦੇ ਲਈ ਅਸੀਂ ਸੁਪਰੀਮ ਕੋਰਟ ਜਾਵਾਂਗੇ, ਉੱਥੇ ਐਪਲੀਕੇਸ਼ਨ ਦੇਵਾਂਗੇ, ਉੱਥੇ ਅਸੀਂ ਕੇਸ ਲੜਾਂਗੇ ਔਰ ਅਸੀਂ ਆਪਣੀ ਜੋ ਬਣਦੀ ਸਾਡੀ ਸਾਰੀ ਰਕਮ ਹੈ ਉਹ ਉਹਨਾਂ ਕੋਲੋਂ ਲਵਾਂਗੇ। ਤੇ ਇੱਧਰ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਕੇਂਦਰ ਖਿਲਾਫ ਧਰਨਾ ਦੇਣਾ ਹੈ। ਹੁਣ ਇੱਕ ਉਹ ਵੀ ਨਵੀਂ ਗੱਲ ਸ਼ੁਰੂ ਹੋ ਰਹੀ ਹੈ ਕਿ ਧਰਨਾ ਅੱਗੇ ਹੀ ਚੱਲਦਾ ਪਿਆ, ਜਿਹੜਾ ਪਹਿਲਵਾਨਾਂ ਦਾ ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਜਿਹੜਾ ਧਰਨਾ ਉਹ ਹੁਣ ਜੰਤਰ ਮੰਤਰ ਤੋਂ ਸ਼ਿਫਟ ਹੋ ਕੇ ਰਾਮਲੀਲਾ ਮੈਦਾਨ ਦਿੱਲੀ ਵਿੱਚ ਚਲਾ ਜਾਏਗਾ। ਔਰ ਰਾਮਲੀਲਾ ਮੈਦਾਨ ਸੁੱਖ ਨਾਲ ਬਹੁਤ ਵੱਡਾ ਹੈ, ਅਸੀਂ ਜਾਣਦੇ ਹੀ ਹਾਂ। ਆਮ ਆਦਮੀ ਪਾਰਟੀ ਦਾ ਵੀ ਉੱਥੇ ਹੀ ਚੱਲਿਆ ਸੀ, ਜਨ ਲੋਕਪਾਲ ਵਾਲਾ ਜੋ ਅੰਨਾ ਹਜ਼ਾਰੇ ਲੈ ਕੇ ਚੱਲੇ ਸੀ, ਉਦੋਂ ਉੱਥੋਂ ਹੀ ਚੱਲਿਆ ਸੀ ਤੇ ਹੁਣ ਇਹ ਉੱਥੇ ਚੱਲੇ ਨੇ। ਸੋ ਇਹ ਸਾਰੀਆਂ ਗੱਲਾਂ ਨੇ ਤੇ ਭਾਰਤ ਦੇ ਵਿੱਚ ਇੱਕ ਨਵੀਂ ਚੀਜ਼ ਹੋਣ ਜਾ ਰਹੀ ਹੈ। ਵੈਸੇ ਹਮੇਸ਼ਾ ਹੀ ਹੁੰਦੀਆਂ ਨੇ, ਇਹ ਗੱਠਜੋੜ ਟੁੱਟਦੇ ਨੇ, ਗੱਠਜੋੜ ਬਣਦੇ ਨੇ। ਹੁਣ ਸਾਡੀ ਪੰਜਾਬ ਦੀ ਧਰਤੀ ਦਾ, ਭਾਰਤ ਮੈਂ ਇਸ ਕਰਕੇ ਕਿਹਾ ਕਿਉਂਕਿ ਸੈਂਟਰ ਦੀ ਸਰਕਾਰ ਹੈ ਨਾ ਸਾਡੀ BJP, ਤੇ ਪੰਜਾਬ ਦੇ ਵਿੱਚ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਸੀ। ਹੁਣ ਇਹ ਜ਼ਿਮਨੀ ਚੋਣਾਂ ਹਾਰਨ ਤੋਂ ਬਾਅਦ, ਕਿਉਂਕਿ ਦੋਨੋਂ ਸੋਲੋ ਲੜੇ ਨੇ, ਆਪਣੇ ਆਪਣੇ ਕੱਲੇ ਲੜੇ ਨੇ, ਗੱਲ ਫੇਰ ਉੱਠੀ। ਚੀਮਾ ਸਾਹਿਬ ਨੇ ਗੱਲ ਫੇਰ ਕੀਤੀ ਅਕਾਲੀ ਦਲ ਵੱਲੋਂ ਕਿ ਕੱਲੇ ਲੜੇ ਆ, ਜੇ ਇਕੱਠੇ ਹੋ ਕੇ ਲੜਦੇ ਤਾਂ ਹੋ ਸਕਦਾ ਜ਼ਿਮਨੀ ਚੋਣ ਅਸੀਂ ਲੈ ਹੀ ਜਾਂਦੇ। ਤਾਂ ਹੁਣ ਇਹ ਵੀ ਇੱਕ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਸ਼ਾਇਦ ਫਿਰ ਤੋਂ ਗੱਠਜੋੜ ਬਣ ਜਾਵੇ ਅਕਾਲੀ ਦਲ ਦਾ ਤੇ BJP ਦਾ, ਤੇ ਮਨਪ੍ਰੀਤ ਬਾਦਲ ਦੀ ਵੀ ਸ਼ਾਇਦ ਇਹਦੇ 'ਚ ਕੋਈ ਭੂਮਿਕਾ ਰਹੇਗੀ। ਇਹ ਵੀ ਕਿਹਾ ਜਾਂਦਾ ਕਿਉਂਕਿ ਉਹਨਾਂ ਦੀ ਵੀ ਨੇੜਤਾ ਵੱਧਦੀ ਪਈ ਹੈ ਵੱਡੇ ਬਾਦਲ ਸਾਹਿਬ ਦੇ ਪੂਰੇ ਹੋਣ ਤੋਂ ਬਾਅਦ, ਕੁਝ ਸਰਗਰਮੀਆਂ ਹੁੰਦੀਆਂ ਪਈਆਂ ਨੇ। ਸੋ ਰਾਜਨੀਤੀ ਦਾ ਕੁਝ ਕਿਹਾ ਨਹੀਂ ਜਾ ਸਕਦਾ, ਪਰ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਜੋ ਬਾਈਡਨ ਪ੍ਰਸ਼ਾਸਨ ਕਹਿੰਦਾ ਹੈ ਕਿ ਅਮਰੀਕਾ ਤੇ ਭਾਰਤ ਦੀ ਭਾਈਵਾਲੀ ਇੱਕ ਇੰਪੋਰਟੈਂਟ ਕਦਮ ਹੈ ਦੁਨੀਆ ਦੀ ਰਾਜਨੀਤੀ ਦੇ ਵਿੱਚ। ਇਹ ਗੱਲ ਬੜੀ ਜਿਹੜੀ ਪੁਰਾਣੀ ਗੱਲ ਹੈ, ਜਿਹਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਹੁਣੇ ਐਲਾਨ ਕੀਤਾ ਕਿ ਜਿਹਦੇ ਵਿੱਚ ਭਾਰਤ ਨਾਲ ਜਿਹੜੇ ਉਹਨਾਂ ਦੇ ਸੰਬੰਧ ਨੇ ਬੜੇ ਅਹਿਮ, ਬੜੇ ਇੰਪੋਰਟੈਂਟ ਸੰਬੰਧ ਨੇ। ਔਰ ਉਹਨਾਂ ਨੇ ਕਿਹਾ ਇਹਦੇ ਵਿੱਚ ਸਾਡੇ ਜਿਹੜੀ ਆ ਬਿਜ਼ਨਸ, ਜਿਸ 'ਚ ਵਪਾਰਕ ਸਥਿਤੀ ਜਿਹੜੀ ਹੈਗੀ ਆ, ਜਿਹੜੀ ਆਰਥਿਕਤਾ ਨੂੰ ਵੱਡਾ ਹਲੂਣਾ ਦੇਣ ਲਈ ਭਾਰਤ ਸਾਡੇ ਨਾਲ ਚੱਲ ਰਿਹਾ। ਔਰ ਬਾਈਡਨ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਉਹਨਾਂ ਨੇ ਭਾਰਤ ਵੱਲ ਉਹਨਾਂ ਚੰਗੀ ਨਿਗਾਹ ਰੱਖੀ ਆ ਔਰ ਪੰਜਾਬ ਦੇ ਲਈ ਖਾਸ ਕਰਕੇ, ਕਿਉਂਕਿ ਸਾਡੇ ਪ੍ਰਵਾਸੀ ਭਾਰਤੀ ਬਹੁਤ ਉੱਥੇ ਬੈਠੇ ਆ, NRI ਵੀਰ ਜਿਹੜੇ ਉੱਥੇ ਬੈਠੇ ਆ, ਉਹਨਾਂ ਨੂੰ ਚੰਗੇ ਰੁਤਬੇ ਮਿਲ ਗਏ ਉੱਥੇ। ਔਰ ਉਹਦੇ ਵਿੱਚ ਬੰਗਾ ਸਾਹਿਬ ਜਿਹੜੇ ਸੀ ਉਹ ਵਿਸ਼ਵ ਬੈਂਕ ਦੇ ਪ੍ਰਧਾਨ ਵੀ ਬਣ ਗਏ ਨੇ ਔਰ ਉਹਨਾਂ ਦੀ ਪੰਜਾਬ ਵੱਲ ਨਿਗਾਹ ਅੱਛੀ ਰਹੀ। ਔਰ ਉਹਦੇ ਨਾਲ ਲੱਗਦੇ ਜਿਹੜੇ ਹੁਣ ਵਪਾਰਕ ਜਿਹੜੀਆਂ ਸੰਧੀਆਂ ਟ੍ਰੀਟਮੈਂਟ ਹੋਈਆਂ ਨੇ, ਜਿਹੜੀਆਂ ਉਹਨਾਂ ਦੀਆਂ ਹੋਈਆਂ ਉਹਦੇ ਵਿੱਚ ਸੰਧੀਆਂ, ਉਹਦੇ ਬਾਰੇ ਵੀ ਉਹਨਾਂ ਨੇ ਐਲਾਨ ਕੀਤਾ
ਕਿ ਖਾਸ ਤੌਰ ਤੇ ਅਸੀਂ ਜਿਹੜੀਆਂ ਉਹਨਾਂ ਦੇ ਵਿੱਚ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਲਾਂਚ ਕਰਨਗੀਆਂ ਪੰਜਾਬ ਦੀ ਧਰਤੀ ਤੇ, ਜਿਸ ਤਰ੍ਹਾਂ ਜਰਮਨ ਨੇ ਇੱਕ ਵਾਰੀ ਕਿਹਾ ਸੀ ਪਰ ਉਹ ਵਾਪਸ ਨਹੀਂ ਆਏ, ਪਰ ਇਹਨਾਂ ਨੇ ਕਿਹਾ ਪ੍ਰੈਕਟੀਕਲ ਤੌਰ ਤੇ ਅਸੀਂ ਜਗ੍ਹਾ ਵੇਖਣ ਲਈ ਪਹੁੰਚ ਰਹੇ ਹਾਂ ਪੰਜਾਬ ਦੇ ਵਿੱਚ। ਉੱਥੇ ਸਾਡੀਆਂ ਕੰਪਨੀਆਂ ਜਿਹੜੀਆਂ 4 ਵੀਲਰ ਦੀਆਂ ਕੰਪਨੀਆਂ ਨੇ, ਕੁਝ ਇਲੈਕਟ੍ਰੋਨਿਕਸ ਵੀ ਵਹੀਕਲ, ਉਹਨਾਂ ਦੀਆਂ ਕੰਪਨੀਆਂ ਨੂੰ ਲਾਂਚ ਕਰਨ ਲਈ ਇਹਨਾਂ ਨੇ ਪੰਜਾਬ ਵਿੱਚ ਐਲਾਨ ਕੀਤਾ। ਔਰ ਬਾਈਡਨ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਤੋਂ ਬਾਅਦ ਭਾਵੇਂ ਕੁਝ ਅਸਥਿਰਤਾ ਪੰਜਾਬ ਜਾਂ ਹਿੰਦੁਸਤਾਨ ਲਈ ਆਵੇ, ਇੰਡੀਆ ਲਈ ਆਵੇ, ਪਰ ਇਸ ਵੇਲੇ ਜਿਹੜੀ ਆ ਬੜੀ ਸਥਿਰ ਜਿਹੜੀ ਸਥਿਤੀ ਹੈਗੀ ਆ, ਕੋਈ ਡਾਵਾਂਡੋਲ ਨਹੀਂ ਜੋ ਵੀ ਹੈਗਾ, ਕਿਉਂਕਿ ਅਮਰੀਕਾ ਜਿਹੜਾ ਸੁਪਰ ਕੰਟਰੀ ਤਾਂ ਮੰਨਿਆ ਜਾਂਦਾ ਹੀ ਹੈ ਔਰ ਇਹਦਾ ਡਾਲਰ ਤਾਂ ਸਾਰੀ ਦੁਨੀਆ 'ਚ ਚੱਲਦਾ ਹੀ ਹੈਗਾ। ਔਰ ਸਾਡੇ ਜਿੰਨੇ NRI ਵੀਰ ਉੱਥੇ ਬੈਠੇ ਨੇ ਉਹਨਾਂ ਨੂੰ ਬੜੇ ਵੱਡੇ ਮਾਣ ਵਾਲੀ ਗੱਲ ਹੈ ਕਿ ਉਹ ਹਰ ਸਟੇਟ 'ਚ ਬੈਠੇ ਆ ਔਰ ਆਪਣੇ ਹਰ ਸੂਬੇ 'ਚ ਆਪਣਾ ਬਿਜ਼ਨਸ ਚਲਾ ਰਹੇ ਆ। ਔਰ ਜਿੰਨੇ ਵੀ ਅਮਰੀਕਾ ਜਾ ਰਹੇ ਆ ਉਹ ਉੱਥੇ ਕੰਮ ਲਈ ਤਾਂ ਉਹਨਾਂ ਨੂੰ ਕੋਈ ਇੱਦਾਂ ਦਾ ਸੰਕੋਚ ਨਹੀਂ, ਕੰਮ ਦੀ ਕੋਈ ਭੁੱਖ ਨਹੀਂ, ਨਾ ਉਹਨਾਂ ਨੂੰ ਫਾਈਨੈਂਸ਼ੀਅਲ ਕੋਈ ਇੱਦਾਂ ਦਾ ਕ੍ਰਾਈਸਿਸ ਹੈ। ਪਰ ਜਿਹੜੇ ਮੁੰਡੇ ਡੌਂਕੀਆਂ ਦੇ ਰਾਹੀਂ ਜਾ ਰਹੇ ਆ ਉੱਧਰ ਦੀ ਮੈਕਸੀਕੋ ਦੀ ਕੱਲ੍ਹ ਟੱਪ ਕੇ ਜਾ ਕੇ ਉੱਥੇ ਜਾ ਰਹੇ, ਉਹਨਾਂ 'ਤੇ ਜ਼ਰੂਰ ਖਾਸ ਤੌਰ 'ਤੇ ਲੀਗਲ ਜਿਹੜਾ ਉਹਨਾਂ ਦਾ ਕੇਸ ਚੱਲ ਰਿਹਾ ਔਰ ਜਿਹਦੇ ਵਿੱਚ ਜੁਡੀਸ਼ਰੀ ਉਹਨਾਂ ਨੂੰ ਅੰਦਰ ਲੈ ਲੈਂਦੀ ਹੈ, ਉਹਦੇ ਵਿੱਚ ਉਹਨਾਂ ਨੂੰ ਤਰੀਕਾਂ ਭੁਗਤਣੀਆਂ ਪੈਂਦੀਆਂ, ਪਰ ਫਿਰ ਵੀ ਉਹ ਤਰੀਕਾਂ ਭੁਗਤ ਤੇ ਜਾਂ ਜਿਹੜੇ ਕੇਸ ਲੜਦੇ ਵੀ ਕੰਮ ਕਰੀ ਜਾਂਦੇ ਆ, ਕਿਉਂਕਿ ਅਮਰੀਕਾ ਬਹੁਤ ਵੱਡਾ ਦੇਸ਼ ਹੈ। ਐਕਚੁਅਲੀ 50 ਸਟੇਟਾਂ ਦੇ ਵਿੱਚ ਸਾਡੇ ਸਾਰੇ ਪੰਜਾਬੀ, ਇੰਡੀਅਨ, ਕੇਰਲਾ ਤੋਂ ਬਹੁਤ ਮੁੰਡੇ ਬੈਠੇ ਵਸਦੇ ਨੇ। ਐਕਚੁਅਲੀ ਗੱਲ ਇਹ ਹੈ ਕਿ ਜੇ ਸੰਸਾਰ ਦੇ ਵਿੱਚ ਤੁਸੀਂ ਇਸ ਵਕਤ ਰਾਜਨੀਤੀ ਦਾ ਹਾਲ ਦੇਖੋ ਤਾਂ 3 ਦੇਸ਼ ਇੰਪੋਰਟੈਂਟ ਨੇ, ਅਮਰੀਕਾ, ਚੀਨ ਤੇ ਭਾਰਤ। ਇਹ ਤਿੰਨਾਂ ਦੇ ਅੰਦਰ ਜੋ ਹੁੰਦਾ ਹੈ ਜਾਂ ਜੋ ਇਹ ਵਰਲਡ ਪੋਲਿਟਿਕਸ ਦੇ ਵਿੱਚ ਕਰਦੇ ਨੇ ਉਹਦਾ ਅਸਰ ਪੈਂਦਾ ਹੈ। ਔਰ ਭਾਰਤ ਵੱਲ ਇਸ ਕਰਕੇ ਲੋਕ ਦੇਖਦੇ ਪਏ ਨੇ, ਦੇਸ਼ ਦੇਖਦੇ ਪਏ ਨੇ, ਕਿਉਂਕਿ ਏਸ਼ੀਅਨ ਵਿਜ਼ਡਮ ਦੀ ਗੱਲ ਹੁੰਦੀ ਹੈ ਔਰ ਭਾਰਤ ਵਿਸ਼ਵ ਗੁਰੂ ਬਣਨ ਦੀ ਗੱਲ ਕਰਦਾ। ਖੈਰ ਉਹ ਤਾਂ ਅਗਲੀ ਗੱਲ ਹੈ ਇਹ ਕਿੱਦਾਂ ਸਾਰਾ ਕੁਝ ਬਣਦਾ ਹੈ, ਕਿਉਂਕਿ ਇਸ ਵਕਤ ਭਾਰਤ ਦੀ ਆਪਣੇ ਦੇਸ਼ ਦੇ ਅੰਦਰ ਜੋ ਸਥਿਤੀ ਹੈ, ਜੋ ਇਕਨੋਮੀ ਦੀ ਸਥਿਤੀ ਹੈ, ਉਹਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਖੜੇ ਹੁੰਦੇ ਪਏ ਨੇ। ਸੋ ਅਮਰੀਕਾ ਔਰ ਚੀਨ ਔਰ ਭਾਰਤ ਦਾ ਜਿਹੜਾ ਐਟੀਟਿਊਡ ਹੈ ਇਸ ਵਕਤ, ਉਹ ਪੂਰੇ ਵਰਲਡ ਦੀਆਂ ਜਿਹੜੀਆਂ ਸਾਰੀਆਂ ਗਤੀਵਿਧੀਆਂ ਨੇ, ਚਾਹੇ ਉਹ ਜੰਗਾਂ ਲੱਗੀਆਂ ਹੋਈਆਂ ਨੇ, ਚਾਹੇ ਉਹ ਇਕਨੋਮਿਕ ਕੰਡੀਸ਼ਨਸ ਨੇ, ਚਾਹੇ ਉਹ ਬਿਜ਼ਨਸ ਨੇ, ਚਾਹੇ ਇਕਨੋਮਿਕ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਉਹ ਸਾਰੀ ਜਿਹੜੀਆਂ ਗੱਲਾਂ ਨੇ ਉਹਦੇ ਉੱਤੇ ਡਿਪੈਂਡ ਕਰਦਾ ਹੈ। ਸੋ ਇੱਕ ਇਹ ਵਧੀਆ ਕਦਮ ਹੈ ਕਿ ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਹੋਵੇ ਔਰ ਸਾਡੇ ਮੁੰਡਿਆਂ ਨੂੰ ਵੀ, ਬੱਚਿਆਂ ਨੂੰ ਵੀ ਉੱਥੇ ਜਾ ਕੇ ਸੈਟਲ ਹੋਣ ਦਾ ਚਾਂਸ ਮਿਲਦਾ ਹੈ ਐਜੂਕੇਸ਼ਨ ਦੇ ਬੇਸ ਤੇ ਵੀ। ਉੱਚੇ ਕੱਦ ਵਾਲਾ ਆਦਮੀ ਹੋਵੇ ਜਾਂ ਦੇਸ਼ ਹੋਵੇ ਜਿਹਦੀ ਹਾਈਐਸਟ ਜਿਹੜਾ ਸੁਪਰ ਹੈਗਾ, ਉਹਦੇ ਨਾਲ ਤੁਹਾਡਾ ਗਣ ਤੋਂ ਪਾਉਣਾ, ਤੁਹਾਡਾ ਉਹਦੇ ਨਾਲ ਜਿਹੜਾ ਹੈਗਾ ਕੋਈ ਬਿਜ਼ਨਸ ਦਾ ਅੱਗੇ ਇਸ਼ੂ ਚੱਲ ਪੈਣਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਕਿਉਂਕਿ ਅਮਰੀਕਾ ਦੀ ਜਿਹੜੀ ਹਾਂ ਪੱਖੀ ਸੋਚ ਆ ਭਾਰਤ ਲਈ, ਇੰਡੀਆ ਲਈ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਬਾਹਰਲੇ ਦੇਸ਼ਾਂ ਦੂਜਿਆਂ ਨਾਲ ਤਾਂ ਮੰਡੀਕਰਨ ਆ, ਉਹਦਾ ਆਪਣਾ ਹਥਿਆਰ ਵੇਚਣੇ, ਸਾਰਾ ਕੁਝ ਕਰਨਾ, ਪਰ ਆਪਣੇ ਦੇਸ਼ ਨਾਲ ਇਹਦੇ ਜਿਹੜੇ ਮੇਲ ਮਿਲਾਪ ਹੈਗਾ ਜਾਂ ਜਿਹੜੀ ਉਹਦੀ ਨੀਤੀ ਹੈ ਉਹ ਅੱਛੀ ਹੈ। ਜਿਹੜੇ ਵੀ ਸਾਡੇ ਜਿੱਦਾਂ ਵਿਦੇਸ਼ ਮੰਤਰੀ ਨੇ ਉਹਨਾਂ ਦੇ ਤੇ ਆਪਣਾ ਵਿਦੇਸ਼ ਮੰਤਰੀ ਖਾਸ ਤੌਰ 'ਤੇ ਗੱਲਬਾਤ ਹੁੰਦੀ ਹੈ ਔਰ ਜਿੰਨੇ ਅਰਥ ਸ਼ਾਸਤਰੀ ਹੈ ਸਾਡੇ, ਉਹਨਾਂ ਨਾਲ ਬਹਿ ਕੇ ਬਹੁਤ ਵਾਰੀ ਗੱਲਾਂ ਹੋਈਆਂ, ਵਾਸ਼ਿੰਗਟਨ ਵਿੱਚ ਹੋਈਆਂ, ਕੈਲੀਫੋਰਨੀਆ ਵਿੱਚ ਹੋਈਆਂ, ਪਰ ਉਹਦੀ ਸਾਰੀ ਜਿਹੜੀ ਰਿਪੋਰਟ ਆ ਉਹ ਆਪਣੇ ਦੇਸ਼ 'ਚ ਛਾਇਆ ਹੁੰਦੀ ਹੈ, ਅਖਬਾਰਾਂ ਵਿੱਚ ਹੁੰਦੀ ਹੈ। ਕਿਉਂਕਿ ਹੁਣ ਤੱਕ ਜਦੋਂ ਤੱਕ ਬਾਈਡਨ ਪ੍ਰੈਜ਼ੀਡੈਂਟ ਬਣੇ, ਆਪਾਂ ਅੱਗੇ ਵੀ ਜ਼ਿਕਰ ਕੀਤਾ, ਉਹਨਾਂ ਨੇ ਬੜੇ ਤਰੀਕੇ ਨਾਲ ਭਾਰਤ ਨਾਲ ਸੰਬੰਧ ਬਣਾਏ ਆ ਔਰ ਆਹ ਜਿਹੜਾ ਐਲਾਨ ਹੈ ਵੀ ਬਹੁਤ ਅੱਛਾ। ਔਰ ਇੱਕ ਵਾਰੀ ਤਾਂ ਉਹਨੇ ਕਹਿਤਾ ਵੀ 10 ਲੱਖ ਜਿਹੜੇ ਇੰਡੀਅਨ ਜਿਹੜੇ ਉਹਨਾਂ ਨੂੰ ਵੀਜ਼ਾ ਦਿੱਤਾ ਜਾਊਗਾ। ਉਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਨੂੰ ਕਹਿਤਾ ਕਿ ਇਹਨੂੰ ਬਹੁਤਾ ਨੁਕਤਾਚੀਨੀ ਨਾ ਕਰੋ, ਜੋ ਕਰਦੇ ਆ, ਜੋ ਮੰਗਦੇ ਆ, ਜਿੱਦਾਂ ਦੀ ਹੈਗੀ ਕੰਡੀਸ਼ਨਾਂ ਨਾ ਲਾਓ, ਉਹਨਾਂ ਨੂੰ ਬੁਲਾਓ, ਉਹ ਵੱਡੇ ਕੰਮ ਆ, ਉਹ ਬੜਾ ਅੱਛਾ ਉਹਨਾਂ 'ਤੇ ਟਰਸਟ ਕਰਦੇ ਅਸੀਂ, ਉਹਨਾਂ ਨੂੰ ਬੁਲਾਓ ਤੇ ਇਹਦੇ ਨਾਲ ਅਮਰੀਕਾ ਹੋਰ ਖੁਸ਼ਹਾਲ ਹੋਊਗਾ। ਅੱਛੀ ਗੱਲ ਹੈ ਇਹ ਸਾਡੇ ਖਾਸ ਕਰਕੇ NRI ਵੀਰਾਂ ਲਈ ਬੜੀ ਵੱਡੀ ਮਾਣ ਵਾਲੀ ਤੇ ਬੜੀ ਖੁਸ਼ੀ ਵਾਲੀ ਗੱਲ, ਜਿਨ੍ਹਾਂ ਨੇ ਖੁਸ਼ਹਾਲ ਤੇ ਹੋਏਗਾ, ਨਾਲ ਇਕਨੋਮੀ ਵੀ ਵਧੀਆ ਬਣੇਗੀ। ਕਿਉਂਕਿ ਅੱਜ ਅਸੀਂ ਅਮਰੀਕਾ ਦੀ ਇਕਨੋਮੀ ਵਿੱਚ ਜਿੱਥੇ ਅਸੀਂ ਦੇਖਦੇ ਹਾਂ ਉਹਦੇ ਵਿੱਚ ਜਿਹੜੇ ਸਾਡੇ ਭਾਰਤੀ ਉੱਥੇ ਸੈਟਲ ਹੋਏ ਨੇ, ਉਹਨਾਂ ਦਾ ਬਹੁਤ ਵੱਡਾ ਹੱਥ ਹੈ, ਬਹੁਤ ਵੱਡਾ ਯੋਗਦਾਨ ਹੈ ਔਰ ਬਹੁਤ ਵਧੀਆ ਅਹੁਦਿਆਂ ਤੇ ਪਹੁੰਚੇ ਨੇ। ਖਾਸ ਕਰਕੇ ਦੇਖੋ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਕਮਲਾ ਹੈਰਿਸ, ਬਿਲਕੁਲ ਉਹ ਭਾਰਤੀ ਮੂਲ ਦੇ ਨੇ। ਬਹੁਤ ਵੱਡੇ ਵੱਡੇ ਅਹੁਦਿਆਂ ਤੇ ਅਸੀਂ ਲੋਕ ਪਹੁੰਚਦੇ ਪਏ ਹਾਂ, ਪੂਰੀ ਦੁਨੀਆ ਦੇ ਵਿੱਚ ਅਸੀਂ ਪਹੁੰਚਦੇ ਪਏ ਹਾਂ। ਸੋ ਭਾਈਵਾਲੀ ਅੱਜ ਹਰ ਦੇਸ਼ ਕਰਨਾ ਚਾਹੁੰਦਾ ਭਾਰਤ ਦੇ ਨਾਲ। ਸੋ ਦੇਖੋ ਇਹਦੇ ਅੱਗੇ ਕੀ ਸਿੱਟੇ ਨਿਕਲਦੇ ਨੇ। ਅੱਗੇ ਇੱਕ ਅਮਰੀਕਾ ਵੱਲੋਂ ਸਾਲਾਨਾ ਰਿਪੋਰਟ ਆਈ ਹੈ, ਉਹਦੇ ਵਿੱਚ ਕਿਹਾ ਗਿਆ ਕਿ ਭਾਰਤ, ਚੀਨ ਤੇ ਹੋਰ ਕਈ ਮੁਲਕ ਧਾਰਮਿਕ ਫਿਰਕਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ। ਦੇਖੋ ਅਸੀਂ ਇਹ ਤਾਂ ਦੇਖਦੇ ਪਏ ਹਾਂ ਭਾਰਤ ਦੇ ਵਿੱਚ ਜੋ ਧਰਮ ਦੀ ਰਾਜਨੀਤੀ ਹੁੰਦੀ ਹੈ, ਜੋ ਜ਼ਾਤ ਪਾਤ ਦੀ ਔਰ ਉਸ ਤੋਂ ਬਾਅਦ ਜੋ ਭਾਸ਼ਾ ਦੀ, ਜੋ ਇਲਾਕਿਆਂ ਦੀ ਰਾਜਨੀਤੀ ਹੁੰਦੀ ਹੈ, ਅੱਜ ਵੀ ਅਸੀਂ ਇਹੀ ਮਹਿਸੂਸ ਕਰਦੇ ਹਾਂ ਔਰ ਸਾਡੇ ਮਾਹਿਰ ਵੀ ਮਹਿਸੂਸ ਕਰਦੇ ਨੇ ਕਿ ਵੰਡੀਆਂ ਪਾ ਕੇ ਤੁਸੀਂ ਵੋਟਾਂ ਕਿਵੇਂ ਲੈਣੀਆਂ ਨੇ, ਇਹ ਕਲਾ ਤੁਹਾਨੂੰ ਆਉਣੀ ਚਾਹੀਦੀ ਹੈ ਰਾਜਨੀਤੀ ਦੇ ਵਿੱਚ। ਅਸਲ 'ਚ ਜਿੰਨੀਆਂ ਵੀ ਘੱਟ ਗਿਣਤੀਆਂ ਨੇ ਨਾ ਭਾਰਤ ਵਿੱਚ, ਔਰ ਇਹਨਾਂ ਇਕੱਲੇ ਭਾਰਤ ਲਈ ਨਹੀਂ ਕਿਹਾ, ਚਾਈਨਾ ਜਿਹੜਾ ਉਹਦੀ ਵੀ ਛੇੜਖਾਨੀ ਹੈਗੀ ਆ ਔਰ ਉਹਦੇ ਵਿੱਚ ਜਿਹੜਾ ਸਾਊਦੀ ਅਰਬ ਉਹ ਦੇਸ਼ ਵੀ ਜਿਹੜੇ ਹੈਗੇ ਇਹਦੇ ਵਿੱਚ ਆ ਜਾਂਦੇ ਆ, ਕਿਉਂਕਿ ਮੁਸਲਿਮ ਜਿਹੜੇ ਇੱਥੇ ਇੰਡੀਆ 'ਚ ਰਹਿ ਰਹੇ ਆ ਘੱਟ ਗਿਣਤੀ 'ਚ ਆਉਂਦੇ ਆ, ਬੁੱਧੀ, ਜੈਨੀ
7 ਫਿਰਕੇ ਜਿਹੜੇ ਹੈਗੇ ਆ ਉਹ ਘੱਟ ਗਿਣਤੀ 'ਚ ਆਉਂਦੇ ਆ, ਔਰ ਖਾਸ ਕਰਕੇ ਜਿਹੜੇ ਤਿੱਬਤੀ ਆ, ਜਿਹੜਾ ਚਾਈਨਾ ਬਾਰਡਰ ਤੇ ਬੈਠੇ ਆ, ਉਹਨਾਂ ਨੂੰ ਵੀ ਇਹ ਇੱਦਾਂ ਦੀ ਛੇੜਖਾਨੀ ਕਰਕੇ ਲੈ ਆਉਂਦੇ ਆ। ਦਲਾਈ ਲਾਮਾ ਸਾਹਿਬ ਉਹਦੇ ਹੈੱਡ ਨੇ, ਔਰ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਇਸ ਕਰਕੇ ਲਈਆਂ, ਜਿੱਦਾਂ ਪਾਕਿਸਤਾਨ 'ਚ ਵੀ ਜਹਾਦ ਦਾ ਰੌਲਾ ਪੈਂਦਾ, ਧਰਮ ਦੇ ਨਾਂ 'ਤੇ ਲੜਾਈ ਹੁੰਦੀ ਹੈ, ਉਹ ਜੰਗਨਾਮਾ ਹੁੰਦਾ ਕਿ ਧਰਮ ਦੇ ਨਾਂ 'ਤੇ ਛੇੜ ਦਿਓ, ਲੋਕ ਵੱਡੇ ਫੱਟੇ ਜਾਣਗੇ, ਮਰ ਜਾਣਗੇ, ਛੁਰੇਬਾਜ਼ੀ ਹੋਊਗੀ, ਸਾਰਾ ਕੁਝ ਹੈਗਾ, ਫਿਰ ਅਸੀਂ ਆਪਣਾ ਸਮਾਨ ਸਮੇਟ ਕੇ ਤਖਤ 'ਤੇ ਆ ਪਾਵਾਂਗੇ। ਬਾਹਰਲੇ ਦੇਸ਼ਾਂ ਦੀ ਨੀਤੀ ਰਹੀ ਹੈ, ਇੰਡੀਆ 'ਚ ਵੀ ਇਹ ਰਹੀ ਹੈ, ਬਾਹਰਲੇ ਦੇਸ਼ਾਂ ਦੇ ਵਿੱਚ ਅੱਜ ਵੀ ਇਹ ਸਾਰੀ ਨੀਤੀ ਦਾ ਜਿਹੜਾ ਇਹ ਕਿਹਾ ਵਾ। ਔਰ ਅਮਰੀਕਾ ਨੇ ਇੱਕ ਰਿਪੋਰਟ ਵੀ ਦਿੱਤੀ ਇਹਦੇ 'ਤੇ ਕਿ ਆਹ ਰਿਪੋਰਟ ਜਿਹੜਾ ਦੇਖ ਲਓ, ਇਹਦੇ ਵਿੱਚ ਸਾਲਾਨਾ ਰਿਪੋਰਟ ਸੀਗੀ ਜਿਹੜੀ ਉਹਨਾਂ ਦੀ ਖੁਫੀਆ ਏਜੰਸੀਆਂ ਜਾਂ ਜਿਹੜੀਆਂ ਹੈਗੀਆਂ, ਉਹ ਕਹਿੰਦੇ ਇਸ ਪਾਸੇ ਲਾ ਕੇ ਸਾਰੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਇਹਨਾਂ ਦਾ ਹੱਕ ਬਣ ਜਾਂਦਾ। ਵੀ ਇਹ ਕਹਿੰਦੇ ਤਿੱਬਤੀਨ ਸਾਡੇ ਵਾਲੇ ਪਾਸੇ ਕਰ ਲਓ, ਹਿੰਦੂ ਜਿਹੜੇ ਉਹਨਾਂ ਨੂੰ ਆਪਣੇ ਵਾਲੇ ਪਾਸੇ ਕਰ ਲਓ, ਉਹਨਾਂ ਨੂੰ ਕਹੋ ਤੁਹਾਨੂੰ ਬਹੁਤ ਖਤਰਾ। ਅਸਲ 'ਚ ਇਹਨਾਂ ਦੀਆਂ ਖੁਫੀਆ ਏਜੰਸੀਆਂ ਇੰਡੀਆ 'ਚ ਬੈਠੀਆਂ, ਖੁਫੀਆ ਏਜੰਸੀਆਂ ਸਾਊਦੀ ਅਰਬ 'ਚ ਬੈਠੀਆਂ, ਉਹ ਲੋਕਾਂ ਨੂੰ ਛੇੜਛਾੜ ਕਰਦੀਆਂ ਰਹਿੰਦੀਆਂ। ਜੇ ਉਹ ਛੇੜਛਾੜ ਕਰਕੇ ਫਿਰ ਵੱਡਾ ਲੜਾਈ ਦਾ ਜਿਹੜਾ ਉਹ ਕੰਮ ਬਣਾਉਣ ਦੀ ਦੌਰ ਬਣਾ ਦਿੰਦੀਆਂ। ਔਰ ਇਹ ਕਈ ਤਰੀਕੇ ਦੀ ਹੁੰਦੀਆਂ, ਜਦੋਂ ਆਪਣੇ ਦੇਸ਼ ਦੇ ਵਿੱਚ ਸ਼ੁਰੇਬਾਜ਼ੀ ਹੁੰਦੀ ਹੈ, ਲੜਾਈਆਂ ਹੁੰਦੀਆਂ, ਸੂਬਿਆਂ 'ਚ ਹਲਚਲ ਹੋ ਜਾਂਦੀ ਹੈ, ਫਿਰ ਐਮਰਜੈਂਸੀ ਲੱਗਦੀ ਆ, ਜਿਹੜੀਆਂ ਇੰਟਰਨਲ ਸਿਕਿਉਰਿਟੀ ਫੋਰਸਾਂ ਉਹ ਜਾ ਕੇ ਉਹਨਾਂ ਨੂੰ ਰੋਕਦੀਆਂ, ਔਰ ਬੜਾ ਬਲੱਡ ਸ਼ੈਡ ਹੁੰਦਾ। ਇਹ ਕੌਣ ਕਰਾਉਂਦਾ ਹੈਗਾ? ਇਹੀ ਘੱਟ ਗਿਣਤੀਆਂ ਦੇ ਲਈ, ਜਾਂ ਇਹ ਸੋਚ ਜਿਹੜੀ ਹੈ, ਨੀਤੀ ਹੈਗੀ ਆ, ਔਰ ਉਸ ਦੇਸ਼ 'ਤੇ ਗਲਬਾ ਕਰਨ ਲਈ। ਜੇ ਹੁਣ ਜੋ ਵੀ ਇਹਨਾਂ ਦੇ ਗਰੁੱਪ ਬਣੇ ਆ, ਜਿਹੜੇ ਵੀ ਗਰੁੱਪ ਬਣੇ ਆ, ਲੌਬੀਜ਼ ਬਣੀਆਂ ਸਾਰੀਆਂ, ਏਸ਼ੀਅਨ ਲੌਬੀ ਆ, ਯੂਰਪੀਅਨ ਲੌਬੀ ਆ, ਬਾਕੀ ਜਿਹੜੀਆਂ ਅਮਰੀਕਾ ਨਾਲ ਜੁੜਦੇ ਦੇਸ਼ ਉਹ ਹੈਗੇ ਆ। ਯੂਕਰੇਨ ਦਾ ਅਤੇ ਰਸ਼ੀਆ ਦਾ ਹੁਣ ਕੀ ਰੌਲਾ ਹੋ ਰਿਹਾ, ਅੱਜ ਵੀ ਮਿਸਾਈਲਾਂ ਚੱਲ ਰਹੀਆਂ ਉੱਥੇ, ਅੱਜ ਵੀ ਪਰਮਾਣੂ ਬੰਬ ਚੱਲ ਰਹੇ ਆ। ਇਹ ਸਾਰੇ ਚਾਹੁੰਦੇ ਵੀ ਉਹਨਾਂ ਦੀ ਧਰਤੀ ਨੂੰ ਥਿਆ ਲਈਏ, ਜਦ ਨਾਲ ਕਿ ਰਸ਼ੀਆ ਕਿੰਨਾ ਵੱਡਾ ਦੇਸ਼ ਹੈ, ਪਰ ਇਹਨਾਂ ਨੇ ਚੈਨ ਨਾਲ ਬਹਿਣਾ ਨਹੀਂ ਆਪ, ਅਤੇ ਨਾ ਅਗਲੇ ਨੂੰ ਚੈਨ ਨਾਲ ਬਹਿਣ ਦੇਣਾ। ਇਹਦੇ ਵਿੱਚ ਹੁੰਦਾ ਵੀ ਮਾਰੋ, ਲੁੱਟੋ, ਖਾਓ ਜੋ ਹੈਗਾ। ਇੰਡੀਆ ਨੇ ਤਾਂ ਅੱਗੇ ਬੜੇ ਇੱਦਾਂ ਦੇ ਹਾਦਸੇ ਝੱਲੇ ਆ, ਜਦੋਂ ਅਬਦਾਲੀ, ਨਾਦਰ, ਉਦੋਂ ਬਾਅਦ ਅੰਗਰੇਜ਼, ਕਿਦੋਂ ਮੁਸਲਮ 12ਵੀਂ ਸਦੀ 'ਚ ਮੁਸਲਮ ਆਏ, ਔਰ ਉਹਨਾਂ ਨੂੰ ਇਹ ਚੱਲ ਕੇ ਅੱਜ ਥੋੜ੍ਹੀ ਜਿਹੀ ਆਪਣੇ ਪੈਰਾਂ ਸਿਰ ਬੈਠਾ। ਇਹੀ ਹਾਲ ਬਾਕੀ ਦੇਸ਼ਾਂ ਦਾ। ਆਹ ਜਿਹੜਾ ਮੁੱਦਾ ਹੈਗਾ ਅਮਰੀਕਾ ਨੇ ਛੇੜਿਆ, ਵਧੀਆ ਗੱਲ ਹੈਗੀ ਆ। ਉਹਨਾਂ ਨੇ ਦੱਸਿਆ ਕਿ ਅਲਰਟ ਹੋ ਜਾਓ, ਸੁਚੇਤ ਹੋ ਜਾਓ, ਨਹੀਂ ਤਾਂ ਫਿਰ ਮਾਰੇ ਜਾਓਗੇ। ਉਸੇ ਤਰ੍ਹਾਂ ਵਰਲਡ ਵਾਰ ਨਹੀਂ ਲੱਗੂਗੀ, ਜਿਹੜੀ ਠੰਡੀ ਜੰਗ ਅੰਦਰ ਦੀ ਹੈ ਵੀ ਮਾਰ ਦਿੰਦੀ ਹੈ, ਉਹ ਵੀ ਬਸ ਬਿਸਤਰੇ ਗੋਲ ਕਰ ਦਿੰਦੀ। ਇਸ ਵਕਤ ਦੇਖੋ ਕੋਲਡ ਵਾਰ ਤੇ ਚੱਲਦੀ ਰਹੀ ਹੈ, ਰਸ਼ੀਆ ਤੇ ਅਮਰੀਕਾ ਦੇ ਵਿੱਚ ਕਿੰਨੇ ਸਾਲ ਚੱਲਦੀ ਰਹੀ, ਔਰ ਅੱਜ ਵੀ ਕਿਤੇ ਨਾ ਕਿਤੇ ਚੱਲਦੀ ਪਈ। ਸਹੀ ਗੱਲ। ਜੇ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਕਿ ਅਮਰੀਕਾ ਨਾਲ ਸੰਬੰਧ ਨੇ, ਤੇ ਭਾਰਤ ਦੇ ਰਸ਼ੀਆ ਨਾਲ ਵੀ ਸੰਬੰਧ ਨੇ। ਸੰਬੰਧ ਸਿਰਫ ਆਪਣੇ ਫਾਇਦੇ ਦੇ ਉੱਤੇ ਹੁੰਦੇ ਨੇ, ਇਹੀ ਕੂਟਨੀਤੀ ਹੈ। ਔਰ ਫਾਇਦਾ ਟ੍ਰੇਡ ਹੁੰਦਾ, ਪੈਸਾ ਕਿੱਥੋਂ ਆ ਰਿਹਾ, ਔਰ ਉਸ ਤੋਂ ਬਾਅਦ ਸਾਡੀ ਇਕਨੋਮੀ ਨੂੰ ਫਾਇਦਾ ਕਿਵੇਂ ਮਿਲ ਰਿਹਾ। ਜੰਗਾਂ ਲੜੀਆਂ ਜਾਂਦੀਆਂ ਨੇ, ਕਿਉਂਕਿ ਜੰਗ ਅੱਜ ਕੋਈ ਵੀ ਨਹੀਂ ਚਾਹੁੰਦਾ, ਫਿਰ ਵੀ ਜੰਗ ਲੜੀ ਜਾਂਦੀ, ਕਿਉਂਕਿ ਉਹ ਬਿਜ਼ਨਸ ਦਾ ਆਧਾਰ ਕਿਤੇ ਨਾ ਕਿਤੇ ਬਣਦੀ, ਤਾਂ ਜੰਗ ਲੜੀ ਜਾਂਦੀ ਹੈ। ਸੋ ਬਾਕੀ ਰਿਹਾ ਮਾਈਨੋਰਿਟੀਜ਼। ਦੇਖੋ ਮਾਈਨੋਰਿਟੀਜ਼ ਦੇ ਉਹ ਵੀ ਹੈਗੇ ਨੇ, ਜਿਹੜੇ ਗਰੀਬ ਮੁਲਕ ਨੇ ਉਹ ਵੀ ਮਾਈਨੋਰਿਟੀਜ਼ ਨੇ, ਤੇ ਕਿਆ ਅਮੀਰ ਮੁਲਕ ਉਹਨਾਂ ਨੂੰ ਦਬਾਉਂਦੇ ਨਹੀਂ ਹੈਗੇ? ਉਹਨਾਂ ਦੇ ਉੱਤੇ ਹਰ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਲਗਾ ਦੇਣਗੇ, ਪਰ ਆਪਣੇ ਆਪ ਨੂੰ ਖੁੱਲਾ ਰੱਖਣਗੇ। ਹੁਣ ਇਕਨੋਮੀ ਦੀ ਗੱਲ ਕਰੀਏ, ਜਿੰਨਾ ਪਰਿਆਵਰਨ ਨੂੰ ਖਰਾਬ ਕੀਤਾ ਇਹ ਨਾ ਸੁਪਰ ਕੰਟਰੀਜ਼ ਨੇ, ਉਹ ਗਰੀਬ ਮੁਲਕਾਂ ਨੇ ਤਾਂ ਨਹੀਂ ਕੀਤਾ, ਪਰ ਸਾਰੀਆਂ ਪਾਬੰਦੀਆਂ ਗਰੀਬ ਮੁਲਕਾਂ ਵਾਸਤੇ ਨੇ, ਆਪਣੇ ਵਾਸਤੇ ਕੋਈ ਪਾਬੰਦੀ ਨਹੀਂ। ਵੱਡੇ ਵੱਡੇ ਦੇਸ਼ ਆਪਣੇ ਉੱਤੇ ਕੋਈ ਪਾਬੰਦੀ ਨਹੀਂ ਲੱਗਣ ਦਿੰਦੇ, ਜੇ ਲਗਾਉਂਦੇ ਵੀ ਨੇ ਉਹਨੂੰ ਮੰਨਦੇ ਨਹੀਂ ਹੈਗੇ, ਆਪਣੀ ਮਨਮਰਜ਼ੀ ਕਰਦੇ ਨੇ, ਕਿਉਂਕਿ ਪਾਵਰ ਹੈ, ਪਾਵਰ ਦਾ ਨਸ਼ਾ। ਤੋ ਆਹ ਜਿਹੜੀਆਂ ਮਾਈਨੋਰਿਟੀਜ਼ ਦੀਆਂ ਗੱਲਾਂ ਨੇ, ਠੀਕ ਹੈ, ਇਹ ਦੂਸਰੇ ਦੇ ਪ੍ਰਤੀ ਅਸੀਂ ਇੱਕ ਸਾਲਾਨਾ ਰਿਪੋਰਟ ਜ਼ਰੂਰ ਦੇ ਦਿੱਤੀ ਹੈ, ਪਰ ਅਸੀਂ ਆਪ ਵੀ ਆਪਣੀਆਂ ਕਾਰੋਗੁਜ਼ਾਰੀਆਂ ਦੇਖੀਏ ਕਿ ਅਸੀਂ ਆਪ ਛੋਟੇ ਮੁਲਕਾਂ ਨੂੰ ਕਿਵੇਂ ਦਬਾਉਂਦੇ ਹਾਂ। ਇਹ ਵੀ ਦੇਖਣ ਵਾਲੀਆਂ ਗੱਲਾਂ ਨੇ। ਇਹ ਵੀ ਜ਼ਾਤ ਪਾਤ ਹੀ ਹੁੰਦੀ ਹੈ, ਵੱਡੇ ਮੁਲਕ ਵੱਡੀ ਜ਼ਾਤ ਹੋ ਗਈ, ਔਰ ਛੋਟੇ ਮੁਲਕ ਛੋਟੀ ਜ਼ਾਤ ਹੋ ਗਈ, ਉਹਨਾਂ ਨੂੰ ਕਿਵੇਂ ਦਬਾਉਣਾ। ਇਹ ਹਰ ਪਾਸੇ ਚੱਲਦਾ ਹੈ, ਔਰ ਇਨਸਾਨ ਦੇ ਸੁਭਾਅ 'ਚ ਹੈ। ਹੁਣ ਸਾਰੇ ਬਾਬਾ ਨਾਨਕ ਜੀ ਦੀ ਦਿੱਤੀ ਹੋਈ ਸਿੱਖਿਆ ਤੇ ਤਾਂ ਚੱਲਣ ਵਾਲੇ ਨਹੀਂ ਹੁੰਦੇ ਨਾ, ਜਿਹੜੇ ਚੱਲਦੇ ਨੇ ਉਹ ਤਾਂ ਤਰ ਗਏ, ਤੇ ਜਿਹੜੇ ਨਹੀਂ ਚੱਲਦੇ ਉਹਨਾਂ ਨੇ ਤਾਂ ਇਹੀ ਕਰਤੂਤਾਂ ਕਰਨੀਆਂ ਨੇ। ਅਮਰੀਕਾ ਦੀ ਨਵੀਂ ਗੱਲ ਨਹੀਂ ਹੈਗੀ, ਇਹ ਸਦੀਆਂ ਤੋਂ ਇੰਡੀਆ 'ਚ ਹੋ ਰਹੀ ਆ। ਇੰਡੀਆ 'ਚ ਜਿਹੜੇ ਆ ਨਾ ਜਾਤ ਪਾਤ ਦਾ ਸ਼ਕਲ ਤੇ ਵੰਡ ਸਾਰਾ ਕੁਝ ਹੈਗਾ, ਔਰ ਯੂਰਪੀਅਨ ਕੰਟਰੀਜ਼ ਵੀ ਹੈਗੀ ਆ, ਕਾਲਾ ਗੋਰਾ, ਉੱਥੇ ਵੀ ਇਹ ਹੈਗੀ ਆ। ਉੱਥੇ ਜਾਤ ਪਾਤ ਨਹੀਂ, ਤੇ ਇਹ ਬੜਾ ਰੇਸਿਜ਼ਮ ਹੈਗਾ, ਹੈ ਨਾ, ਅਫਰੀਕਨ ਹੈ, ਹਬਸ਼ੀ ਹੈ, ਫਲਾਨਾ ਹੈਗਾ। ਇਹ ਚੀਜ਼ਾਂ ਦਿਮਾਗ 'ਚੋਂ ਨਹੀਂ ਨਿਕਲਦੀਆਂ ਉਨੀ ਦੇਰ ਤੱਕ ਲੋਕਾਂ 'ਚ ਇੱਕ ਸੁਰਤਾ ਨਹੀਂ ਆਉਣੀ, ਨਾ ਲੋਕਾਂ ਦੀ ਖੁਸ਼ਹਾਲੀ ਆਉਣੀ ਆ। ਔਰ ਇਹਦੇ ਵਿੱਚ ਕੌਣ ਪਿੱਛੇ ਹੈਗੇ? ਇਹਦੇ ਵਿੱਚ ਨੇਤਾ, ਵੱਡੇ ਨੇਤਾ ਨੇ, ਧਾਰਮਿਕ ਨੇਤਾ ਵੀ ਹੈਗੇ, ਉਹਦੇ ਵਿੱਚ ਵੀ ਹੈਗਾ ਕਿ ਆਪਣਾ ਆਪਣਾ ਗਰੁੱਪ ਬਣਾ ਕੇ, ਜਥੇਬੰਦੀ ਬਣਾ ਕੇ ਵੱਖਰੇ ਹੋ ਜਾਓ। ਔਰ ਧਰਮ ਦੇ ਨਾਂ 'ਤੇ ਲੜਾਈ ਹੈ। ਪਾਕਿਸਤਾਨ ਜਾਂ ਇਸਲਾਮ ਕੰਟਰੀ ਕਾਹਦੇ ਲਈ ਲੜਦੇ? ਜਹਾਦ, ਉਹ ਵੀ ਹੈ ਧਰਮ ਦੇ ਨਾਂ 'ਤੇ ਲੜਾਈ। ਔਰ ਸਾਰਾ ਹੀ ਯਰੂਸ਼ਲਮ ਤਾਂ ਕ੍ਰਿਸਚਨ ਤੇ ਜਿਹੜੀ ਯਹੂਦੀ, ਉਹਨਾਂ ਦੇ ਆਪਸੀ ਕਿੰਨੀਆਂ ਲੜਾਈਆਂ ਰਹੀਆਂ ਅੱਜ ਤੱਕ, ਔਰ ਵਰਲਡ ਵਾਰ ਦਾ ਵਿੱਚ ਵੀ ਉਹਨਾਂ ਦਾ ਇਹ ਵੱਡਾ ਭਾਗ ਰਿਹਾ। ਇਹ ਅੱਜ ਤੋਂ ਨਹੀਂ ਗੱਲ ਹੈਗੀ, ਇੱਕ ਵੱਡੀ ਮਨੁੱਖੀ ਸੋਚ ਹੈ। ਇਹਨੂੰ ਅਸੀਂ ਗਲਤ ਸੋਚ ਕਹਿ ਲਈਏ ਤਾਂ ਅੱਛੀ ਗੱਲ ਹੈ, ਔਰ ਉਹਦੇ ਨਾਲ ਲੋਕ ਮਾਰੇ ਜਾਂਦੇ ਆ, ਖੂਨ ਖਰਾਬਾ ਹੁੰਦਾ, ਬੜਾ ਕੁਝ ਹੁੰਦਾ। ਇਹ ਲੋਕਾਂ ਦੇ ਦਿਮਾਗ 'ਚੋਂ ਨਹੀਂ ਜਾਣੀ। ਜਿੱਥੇ ਲੋਕ ਕਹਿੰਦੇ ਨੇ ਕਿ ਔਰਤ ਮਰਦ ਦਾ ਪਾੜਾ ਰਿਹਾ, ਉਹ ਅਜੇ ਵੀ ਉਸੇ ਤਰ੍ਹਾਂ ਹੈਗਾ। ਬਾਹਰਲੇ ਦੇਸ਼ਾਂ 'ਚ ਵੀ ਹੁਣ ਵੀ ਆ। ਆਪਾਂ ਪਿਛਲੇ ਪ੍ਰੋਗਰਾਮ ਵਿੱਚ ਤਲਾਕ ਦੀ ਗੱਲ ਕੀਤੀ, ਡਾਈਵੋਰਸ ਦੀ ਗੱਲ ਕੀਤੀ। ਅਮਰੀਕਾ ਵਿੱਚ ਕਿਹੜੇ ਦੇਸ਼ ਵਿੱਚ ਡਿਵੋਰਸ ਨਹੀਂ ਹੋ ਰਿਹਾ? ਕੁਝ ਜਿਹੜੇ ਡਿਵੈਲਪ ਕੰਟਰੀ ਉੱਥੇ ਜ਼ਿਆਦਾ ਹੋ ਰਿਹਾ। ਇਹੀ ਸੋਚ ਮਰਦ ਔਰਤ ਦਾ ਪਾੜਾ, ਇਹੀ ਸੋਚ ਧਰਮ ਦਾ ਪਾੜਾ,
ਇਹੀ ਸੋਚ ਜਾਤ ਪਾਤ, ਇਹੀ ਸੋਚ ਗੋਰਾ ਕਾਲਾ ਗੋਰਾ, ਇਹ ਚੀਜ਼ਾਂ ਸਾਰੇ ਦੇਸ਼ਾਂ ਵਿੱਚ ਪ੍ਰਚਲਿਤ ਹੈਗੀਆਂ। ਇਹਨਾਂ ਨੂੰ ਕੋਈ ਵੀ ਵੱਡੇ ਤੋਂ ਵੱਡਾ ਸੋਚਵਾਨ, ਵੱਡੇ ਤੋਂ ਵੱਡਾ ਨੀਤੀਵਾਨ ਕੱਢ ਨਹੀਂ ਸਕਿਆ ਤੇ ਨਾ ਕੱਢ ਸਕਦਾ। ਇਹ ਤਾਂ ਇਨਸਾਨ ਦੇ ਅੰਦਰ ਦੀ ਕਮੀ ਹੈ, ਇੱਕ ਸਾਈਕੋਲੋਜੀਕਲ ਪ੍ਰੋਬਲਮ ਹੈ। ਜਦੋਂ ਤੱਕ ਇੱਕ ਇਨਸਾਨ ਦੂਜੇ ਇਨਸਾਨ ਨੂੰ ਆਪਣੇ ਬਰਾਬਰ ਨਹੀਂ ਸਮਝਦਾ, ਆਪਣੇ ਵਰਗਾ ਨਹੀਂ ਸਮਝਦਾ, ਉਦੋਂ ਤੱਕ ਇਹਨਾਂ ਗੱਲਾਂ ਦਾ ਹੱਲ ਨਹੀਂ ਹੋਏਗਾ। ਚਾਹੇ ਉਹ ਵੱਡਾ ਮੁਲਕ ਛੋਟਾ ਮੁਲਕ ਨੂੰ ਦਬਾਉਂਦਾ ਹੈ, ਚਾਹੇ ਉਹ ਵੱਡੀ ਜ਼ਾਤ ਛੋਟੀ ਜ਼ਾਤ ਨੂੰ ਦਬਾਉਂਦੀ ਹੈ, ਚਾਹੇ ਉਹ ਮੈਜੋਰਿਟੀ ਵਾਲੇ ਮਾਈਨੋਰਿਟੀ ਨੂੰ ਦਬਾਉਂਦੇ ਨੇ। ਇਹ ਚੱਲਦਾ ਹੀ ਰਹਿਣਾ ਜਦੋਂ ਤੱਕ, ਸਿੱਧੀ ਸਾਦੀ ਗੱਲ, ਜਦੋਂ ਤੱਕ ਅਕਲ ਨਹੀਂ ਨਾ ਆਉਂਦੀ ਉਦੋਂ ਤੱਕ ਇਹ ਕਰਤੂਤ ਚੱਲਦੀ ਰਹਿਣੀ, ਭਾਵੇਂ ਜਿੰਨੀਆਂ ਮਰਜ਼ੀ ਸਾਲਾਨਾ ਰਿਪੋਰਟਾਂ ਦੇਈ ਜਾਓ। ਬਿਲਕੁਲ। ਹੁਣ ਅੱਗੇ ਚੱਲੋ, ਪਾਕਿਸਤਾਨ ਦੀਆਂ ਉਲਝਣਾਂ ਨੇ, ਠੀਕ ਹੈ, ਜਿੱਦਾਂ ਦੀ ਵੀ ਉਹਨਾਂ ਦੀ ਕਾਰਗੁਜ਼ਾਰੀ ਹੈ, ਉਹਨਾਂ ਨੂੰ ਅੱਤਵਾਦੀ ਦੇਸ਼ ਵੀ ਕਈ ਵਾਰ ਕਿਹਾ ਜਾਂਦਾ ਹੈ, ਸਭ ਕੁਝ ਹੁੰਦਾ ਹੈ, ਪਰ ਇਸ ਵਕਤ ਉੱਥੋਂ ਦੇ ਲੋਕ ਜਿਹੜੇ ਨੇ ਉਹ ਇਸ ਵਕਤ ਉਹ ਮੁਸ਼ਕਿਲ ਵਿੱਚ ਨੇ। ਔਰ ਇਸ ਵਕਤ ਚੀਨ ਜਿਹੜਾ ਹੈ ਹੱਥ ਪੱਲਾ ਨਹੀਂ ਫੜਾ ਰਿਹਾ। ਜੋ ਪਾਕਿਸਤਾਨ ਨੂੰ ਉਮੀਦਾਂ ਸੀ, ਜੋ ਪਾਕਿਸਤਾਨ ਉਹਨਾਂ ਦੇ ਮਗਰ ਲੱਗਾ ਹੋਇਆ, ਅੱਜ ਉਹ ਚੀਜ਼ ਨਹੀਂ ਹੋ ਰਹੀ, ਕਿਉਂਕਿ ਅਸੀਂ ਜਾਣਦੇ ਹਾਂ ਚੀਨ ਜਿੱਥੇ ਵੀ ਇਨਵੈਸਟਮੈਂਟ ਕਰਦਾ ਹੈ ਇਨਫਰਾਸਟ੍ਰਕਚਰ ਬਣਾਉਂਦਾ ਹੈ। ਡਰੈਗਨ ਆਪਣੀ ਚੀਜ਼ ਲੈ ਕੇ ਚੱਲਦਾ ਹੈ, ਕਿੱਥੇ ਕਿੱਥੇ ਉਹ ਇਨਫਰਾਸਟ੍ਰਕਚਰ ਬਣਾਏਗਾ, ਕਿਉਂਕਿ ਇਨਫਰਾਸਟ੍ਰਕਚਰ ਉਹਦੇ ਬਿਜ਼ਨਸ ਨੂੰ ਸਪੋਰਟ ਕਰਦਾ ਹੈ। ਉਹ ਕਿਸੇ ਕੰਟਰੀ ਨੂੰ ਸਪੋਰਟ ਨਹੀਂ ਕਰ ਰਿਹਾ, ਉਹ ਆਪਣੇ ਆਪ ਨੂੰ ਸਪੋਰਟ ਕਰ ਰਿਹਾ। ਕਿਤੇ ਬੰਦਰਗਾਹ ਬਣਾ ਰਿਹਾ, ਕਿਤੇ ਪੁਲ ਬਣਾ ਰਿਹਾ, ਕਿਉਂਕਿ ਆਪਣੇ ਬਿਜ਼ਨਸ ਵਾਸਤੇ। ਇਸ ਵਕਤ ਉਹਦਾ ਬਿਜ਼ਨਸ ਉੱਤੇ ਪੂਰਾ ਨਹੀਂ ਹੁੰਦਾ ਪਿਆ, ਇਸ ਕਰਕੇ ਪਾਕਿਸਤਾਨ ਨੂੰ ਕੋਈ ਹੱਥ ਪੱਲਾ ਨਹੀਂ ਫੜਾਉਂਦਾ ਪਿਆ ਤੇ ਪਾਕਿਸਤਾਨ ਮੂੰਹ ਚੁੱਕ ਕੇ ਉਹਦੇ ਵੱਲ ਝਾਕੀ ਜਾਂਦਾ। ਵੈਸੇ ਜਿਹੜੀ ਪਾਕਿਸਤਾਨ ਵਿੱਚ ਜਹਾਲਤ ਹੈ ਉਹ ਸਿਰਫ ਅਰਥ ਵਿਵਸਥਾ ਡਾਊਨ ਹੋਣ ਦਾ ਵੀ ਕਾਰਨ ਹੈਗਾ। ਜਦੋਂ ਕਿਸੇ ਵੱਡੇ ਘਰ ਵਿੱਚ ਲੜਾਈ ਹੁੰਦੀ ਹੈ ਨਾ, ਪੈਸੇ ਧੇਲੇ ਤੋਂ ਲੜਾਈ ਹੁੰਦੀ ਹੈ। ਉਹ ਕਹਿੰਦੇ ਵੱਡਾ ਮੁੰਡਾ ਖਾ ਗਿਆ, ਵੱਡਾ ਮੁੰਡਾ ਦਾ ਨਿੱਕਾ ਖਾ ਗਿਆ, ਉਹਦਾ ਸਾਡੀ ਨਿੱਕੀ ਭਰਜਾਈ ਪੈਸਾ ਲੈ ਗਈ। ਇਹ ਇੱਕ ਛੋਟੀ ਸੋਚ ਤੋਂ ਲੈ ਕੇ ਵੱਡੇ ਦੇਸ਼ਾਂ ਵਿੱਚ ਵੀ ਚਲੇ ਗਈ ਹੈ। ਪਾਕਿਸਤਾਨ 'ਚ ਇੱਕ ਇਹ ਰਹੀ ਗੱਲ, ਇਹ ਸ਼੍ਰੀਲੰਕਾ 'ਚ ਰਹਿ ਗਈ ਹੈ, ਇਹ ਬੰਗਲਾਦੇਸ਼ ਵਿੱਚ ਹੈਗੀ ਹੈ। ਪਰ ਇਸ ਵੇਲੇ ਜਿਹੜੀ ਹਲਚਲ ਤੇ ਹਫੜਾ ਦਫੜੀ ਪਈ ਸੀ ਕਿ ਇਮਰਾਨ ਖਾਨ ਨੂੰ ਅੰਦਰ ਕਰਨ ਦੀ, ਔਰ ਸੁਪਰੀਮ ਕੋਰਟ ਨੇ ਉਹਨਾਂ ਦੇ ਫੇਵਰ 'ਚ ਜਾ ਕੇ ਜ਼ਮਾਨਤ ਦੇ ਦਿੱਤੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਨਵਾਜ਼ ਸ਼ਰੀਫ ਆ, ਉਹਨਾਂ ਦੇ ਛੋਟੇ ਭਰਾ ਨੇ ਸ਼ਾਹਬਾਜ਼ ਸ਼ਰੀਫ, ਜਿਹੜੇ ਇਸ ਵੇਲੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਇੱਕ ਹੋਰ ਬੋਰਡ ਗਠਨ ਕਰ ਦਿੱਤਾ। ਉਹਦੇ ਵਿੱਚ ਆਉਂਦੇ ਫਿਰ ਇਹਦੀ ਪੈਰਵਾਈ ਕਰਕੇ ਇਹਦੇ ਵਿੱਚ ਫਿਰ ਤਬਦੀਸ਼ ਹੋ ਕੇ ਅਸੀਂ ਦੁਬਾਰਾ ਇਹਨੂੰ ਅੰਦਰ ਕਰਾਂਗੇ। ਔਰ ਇਹ ਲੜਾਈ ਜਿਹੜੀ ਹੈਗੀ ਆਪੋ ਵਿੱਚ ਪ੍ਰਧਾਨ ਮੰਤਰੀਆਂ ਦੀ, ਪ੍ਰੈਜ਼ੀਡੈਂਟ ਦੀ ਬੜੀ ਦੇਰ ਤੋਂ ਚੱਲ ਰਹੀ ਹੈ। ਆਪਾਂ ਅੱਗੇ ਗੱਲ ਕੀਤੀ ਅਯੂਬ ਖਾਨ ਤੋਂ, ਯਹੀਆ ਖਾਨ ਤੋਂ ਔਰ ਭੁੱਟੋ ਤੋਂ, ਔਰ ਉਹਦੇ ਤੋਂ ਜਿਹੜਾ ਨਵਾਜ਼ ਸ਼ਰੀਫ ਪਰਿਵਾਰ, ਇਹਨਾਂ ਦੀਆਂ ਲੌਬੀਜ਼ ਬਹੁਤ ਵੱਡੀਆਂ। ਔਰ ਉਹ ਜਦੋਂ ਨਵਾਜ਼ ਸ਼ਰੀਫ ਦੌੜ ਕੇ ਉਦੋਂ ਤੇ ਕੇਸ ਸੀਗਾ ਤਾਂ ਇੰਗਲੈਂਡ ਭੱਜ ਗਿਆ ਸੀ। ਉਹਦੀ ਬੇਟੀ ਮਰੀਮ ਵੀ, ਉਹ ਵੀ ਚਲੇ ਗਈ ਸੀ। ਅੱਜ ਉਹਦਾ ਬੇਟਾ ਜਿਹੜਾ ਸ਼ਾਹਬਾਜ਼ ਸ਼ਰੀਫ ਆ ਪ੍ਰਧਾਨ ਮੰਤਰੀ ਆ, ਤੇ ਉਹਦਾ ਮੁੰਡਾ ਜਿਹੜਾ ਹਮਜ਼ਾ, ਉਹ ਜਿਹੜਾ ਲਹਿੰਦੇ ਪੰਜਾਬ ਦਾ ਮੁੱਖ ਮੰਤਰੀ ਆ। ਹਾਂਜੀ। ਔਰ ਇਸੇ ਤਰ੍ਹਾਂ ਦੀ ਇਸ ਲੜਾਈ ਜਿਹੜੀ, ਪਰ ਇਹਦੇ ਪਿੱਛੇ ਵੱਡੀਆਂ ਤਾਕਤਾਂ ਆ ਗਈਆਂ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਚਾਈਨਾ ਦਾ। ਦੂਜੇ ਪਾਸੇ ਅਮਰੀਕਾ ਡਿਫੈਂਸ ਨੂੰ ਸਾਰਾ ਪੈਸਾ, ਇਹਨਾਂ ਦਾ ਬਜਟ ਅਮਰੀਕਾ ਵੱਲੋਂ ਹੁੰਦਾ ਹਮੇਸ਼ਾ। ਫੌਜੀਆਂ ਦੀ ਤਨਖਾਹਾਂ ਤੱਕ ਅਮਰੀਕਾ ਦਿੰਦਾ। ਨਾਲ ਲੱਗਦੇ ਅਫਗਾਨਿਸਤਾਨ 'ਚ ਵੀ ਉਹ ਆਪਣਾ ਸਾਰਾ ਜਿਹੜੀ ਆ ਉਹ ਬਣਾ ਕੇ ਰੱਖਦਾ ਗੱਠਜੋੜ। ਔਰ ਇਹਨਾਂ ਦੇ ਪਿੱਛੇ ਜਿਹੜੀ ਇਸ ਵੇਲੇ ਆ, ਇਹਨੇ ਇਮਰਾਨ ਖਾਨ ਨੇ ਸਿੱਧਾ ਕਿਹਾ ਸੀਗਾ ਕਿ ਜਿਹੜਾ ਕਮਰ ਜਾਵੇਦ, ਜਿਹੜਾ ਬਾਜਵਾ, ਜਿਹੜੇ ਚੀਫ ਆਫ ਦੀ ਆਰਮੀ ਸਟਾਫ ਰਹੇ ਆ ਇਹ ਵੇਲੇ ਮਨੀਰ ਜੀ ਨੇ, ਔਰ ਉਹਨਾਂ ਦੇ ਪਿੱਛੇ ਵੀ ਆਂਦੇ ਉਹੀ ਸੀਗੇ ਜਿਨ੍ਹਾਂ ਨੇ ਅਮਰੀਕਾ ਦੀ ਪੱਕੀ ਸੀਗੇ। ਆਂਦੇ ਉਹਨਾਂ ਨੇ ਜਿਹੜਾ ਮੇਰੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ। ਉਸ ਤੋਂ ਬਾਅਦ ਉਹ ਅਸੀਫਾ ਤੇ ਨਹੀਂ ਦਿੱਤਾ, ਉਹਨਾਂ ਦੀ ਮਿਆਦ ਪੂਰੀ ਹੋ ਗਈ, ਨੌਕਰੀ ਗਈ ਉਹਨਾਂ ਦੀ। ਤੇ ਫਿਰ ਮਨੀਰ ਜੀ ਆ ਗਏ, ਇਸ ਵੇਲੇ ਚੀਫ ਆਫ ਦੀ ਆਰਮੀ ਸਟਾਫ ਪਾਕਿਸਤਾਨ ਦੇ। ਉਹ ਨੇ, ਉਹ ਵੀ ਆਂਦੇ ਆ ਵੀ ਜੇ ਪਿੱਟੀਆਂ ਪੜ੍ਹਾਈਆਂ ਤਾਂ ਉਹ ਵੀ ਅਮਰੀਕਾ ਦੀਆਂ ਹੈਗੀਆਂ। ਅਮਰੀਕਾ ਦੇ ਪਿੱਛੇ ਆਂਦੇ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਇਹਨੂੰ ਫੜ ਕੇ ਅੰਦਰ ਕਰ ਦਿਓ, ਇਹਨੂੰ ਕੋਈ ਗੱਲ ਨਹੀਂ, ਸੜਕਾਂ 'ਤੇ ਲੋਕ ਨਿਕਲਣਗੇ, ਇਹਦੇ ਜਿਹੜੇ ਸਮਰਥਕ ਆ ਉਹ ਇਹਨੂੰ ਬਚਾਉਣ ਲਈ ਰੌਲਾ ਪਾਉਣਗੇ। ਉਦੋਂ ਬਾਅਦ ਕੋਰਟ 'ਚ ਜਿਹੜਾ ਫੈਸਲਾ ਚਲੇ ਗਿਆ, ਉਦੋਂ ਬਾਅਦ ਕੋਰਟ ਕੀ ਕਹਿੰਦੀ ਹੈ, ਕੋਰਟ ਦੇ ਹਵਾਲੇ ਹੈਗਾ। ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਇਹਨੂੰ ਇਸ ਵੇਲੇ ਜ਼ਮਾਨਤ 'ਤੇ ਦੇ ਦਿੱਤਾ ਗਿਆ। ਔਰ ਪਾਕਿਸਤਾਨ ਦੇ ਵਿੱਚ ਜਿਹੜੀ ਜਮਹੂਰੀਅਤ ਆ ਉਹ ਤਾਂ ਖਤਮ ਹੋ ਗਈ, ਤਾਨਾਸ਼ਾਹੀ ਇਸ ਵੇਲੇ ਪੂਰੀ ਬਰਕਰਾਰ ਹੈਗੀ ਆ। ਤਾਨਾਸ਼ਾਹੀ ਨਹੀਂ, ਉਹਨਾਂ ਨੂੰ ਸੰਕੇਤ ਦਿੱਤਾ ਗਰੀਬੀ ਦਾ, ਕਿਉਂਕਿ ਕੰਮ ਤਾਂ ਕਰਦੇ ਨਹੀਂਗੇ। ਲੜਾਈ ਝਗੜਾ, ਜਿਹੜੀਆਂ ਗੰਨਾਂ ਨੇ ਉਹ ਮੋਢਿਆਂ 'ਤੇ ਲਈ ਫਿਰਦੇ ਆ, ਬੰਦੂਕਾਂ ਲਈ ਫਿਰਦੇ ਆ। ਵੈਸੇ ਇਹ ਝਗੜਾਲੂ ਤੇ ਲੜਾਕੂ ਬਹੁਤ ਹੁੰਦੇ, ਜਿੰਨੇ ਵੀ ਮੁਸਲਿਮ ਕੰਟਰੀਆਂ ਦੇ ਲੋਕ ਹੁੰਦੇ ਆ, ਵਾਰੀਅਰ ਕੌਮ ਹੈਗੀ। ਇਹ ਦੂਜੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਜਦੋਂ ਵੀ ਇਹ ਰਹੇ ਆ ਹਿੰਦੁਸਤਾਨ, ਜਦੋਂ ਨਹੀਂ ਸੀ ਬਣਿਆ, ਜਦੋਂ ਇਹ ਇੰਡੀਆ 'ਚ ਰਹੇ, ਉਦੋਂ ਵੀ ਬਹੁਤ ਲੜਾਈਆਂ ਸੀ। ਸਾਡੇ ਬਜ਼ੁਰਗ ਦੱਸਦੇ ਆ ਕਿ ਇਹਨਾਂ ਨਾਲ ਜਦੋਂ ਸਾਡੀ ਲੜਾਈ ਹੁੰਦੀ ਸੀ ਸਾਰਾ ਕੁਝ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਨੇ, 6ਵੇਂ ਪਾਤਸ਼ਾਹ ਨੇ ਵੀ ਇਹਦੇ ਬਾਰੇ ਦੱਸਿਆ ਸੀ, ਹਿਸਟਰੀ 'ਚ ਇਤਿਹਾਸ ਦੱਸਦਾ। ਉਹਦੇ ਵਿੱਚ ਔਰੰਗਜ਼ੇਬ ਨੂੰ ਜਿਹੜੀ ਲੈਟਰ ਲਿਖੀ ਸੀ ਉਹਨਾਂ ਨੇ, ਜਿਹਦੇ 'ਚ ਜ਼ਫਰਨਾਮਾ, ਫਤਿਹਨਾਮਾ ਦੇ ਨਾਂ ਦੀ ਚਿੱਠੀ ਆ, ਉਹਦੇ ਵਿੱਚ ਜਿੱਤ ਦੀ ਖੁਸ਼ੀ 'ਚ ਉਹਨਾਂ ਨੇ ਕਿਹਾ ਮੈਂ ਜਿੱਤ ਗਿਆ ਵਾਂ, ਔਰ ਉਹਦੇ ਵਿੱਚ ਮੇਰੀ ਫੌਜ, ਮੇਰੇ ਜਥੇਬੰਦੀਆਂ ਨੇ ਜਿੱਤ ਕੀਤੀ ਹੈ। ਤੁਸੀਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਖਾ ਕੇ ਔਰ ਬਹੁਤ ਕੁਝ ਮਾੜਾ ਕੀਤਾ ਮਨੁੱਖਤਾ 'ਤੇ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਤਿਹਾਸ ਤਾਂ ਦੱਸਦਾ ਹੈਗਾ, ਔਰ ਆਪਾਂ ਨਹੀਂ ਇਕੱਲੇ ਬੋਲ ਰਹੇ, ਤਾਂ ਵਿਅਕਤੀਗਤ ਸੋਚ ਨਹੀਂ ਹੈਗੀ। ਇਸੇ ਸੋਚ ਨੇ ਅੱਜ ਪਾਕਿਸਤਾਨ ਨੂੰ ਉਸ ਵਿੱਚ ਲਪੇਟਿਆ ਗਿਆ। ਇਮਰਾਨ ਖਾਨ
1982 ਚ ਜਦੋਂ ਇਹਨਾਂ ਨੇ ਕ੍ਰਿਕਟ ਦੇ ਕੈਪਟਨ ਦੇ ਤੌਰ ਤੇ World Cup ਜਿੱਤਿਆ ਹੈ। ਵਰਲਡ ਕੱਪ ਦੀ ਖੇਡਿਆ, ਇਹਨਾਂ ਨੇ ਕਹਿਤਾ ਮੈਨੂੰ ਇਹ ਕ੍ਰਿਕਟ ਘੱਟ ਨਜ਼ਰ ਆਉਂਦੀ, ਮੈਨੂੰ ਜਹਾਦ ਨਜ਼ਰ ਆਉਂਦਾ, ਧਰਮ ਦਾ ਲੜਾਈ ਨਜ਼ਰ ਆਉਂਦੀ। ਇਹੋ ਜਿਹੀਆਂ ਸੋਚਾਂ ਲੈ ਕੇ ਤੇ ਖੇਡਦੇ ਆ, ਔਰ ਉਹਦੇ ਵਿੱਚ ਕੀ ਕੁਝ ਹੋਊਗਾ। ਇਹੀ ਗੱਲ ਹਿਸਟਰੀ 'ਚ, ਇਤਿਹਾਸ 'ਚ, ਖੇਡਾਂ 'ਚ ਸਾਰਾ ਕੁਝ ਹੁੰਦਾ। ਹਾਲਾਂਕਿ ਇਮਰਾਨ ਖਾਨ ਬਹੁਤ ਅੱਛੇ ਦੋਸਤ ਆ ਨਵਜੋਤ ਸਿੱਧੂ ਦੇ, ਔਰ ਉਹਨਾਂ ਨਾਲ ਇਹਨਾਂ ਦਾ ਮੇਲ ਮਿਲਾਪ ਹੁੰਦਾ। ਉਹ ਠੀਕ ਹੈ, ਪਰ ਇਹ ਕਹਾਣੀ ਬੜੀ ਲੰਬੀ ਆ ਜੇ ਅਸੀਂ ਗੱਲ ਕਰੀਏ। ਪਰ ਜੇ ਪਾਕਿਸਤਾਨ ਇਸ ਵੇਲੇ ਮਾੜੀ ਹਾਲਤ 'ਚ ਆ, ਜੇ ਉਹਦੀ ਹਾਲਤ ਨਹੀਂ ਸੁਧਰੀ, ਇਹ ਲੜਾਕੂ ਨੀਤੀ ਹੈ, ਇਹਨਾਂ ਦੀ ਸੋਚ ਹੈ। ਹਰ ਬੰਦਾ ਚਾਹੁੰਦਾ ਮੈਂ ਕੈਪਟਨ ਹਾਂ, ਹਰ ਬੰਦਾ ਚਾਹੁੰਦਾ ਮੈਂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹਾਂ। ਇਸੇ ਕਰਕੇ ਵੋਟਰ ਦੀ ਨੀਤੀ ਖਤਮ ਹੋ ਚੁੱਕੀ ਹੈ, ਗਰੁੱਪ ਬਣ ਗਏ, ਲੌਬੀ ਬਣ ਗਈ ਆ। ਦੇਖੋ ਬਲੱਡ ਸ਼ੈਡ ਹੁੰਦਾ। ਉੱਥੇ ਵੀ ਕ੍ਰਿਟਿਸਾਈਜ਼ ਕਰਨ ਵਾਲੇ ਬੈਠੇ ਨੇ ਹਕੂਮਤ ਨੂੰ, ਜਾ ਜੋ ਹਕੂਮਤ ਦੇ ਖਿਲਾਫ ਬੋਲਦੇ ਨੇ। ਉੱਥੇ ਵੀ ਸਿਆਣੇ ਲੋਕ ਬੈਠੇ ਨੇ ਜੋ ਦੱਸਦੇ ਆ ਕਿ ਹਕੂਮਤ ਕਿੱਥੇ ਕਿੱਥੇ ਬੇਵਕੂਫੀਆਂ ਕਰਦੀ ਹੈ। ਪਰ ਉੱਥੇ ਇੱਕ ਚੀਜ਼ ਮਾਈਨਸ ਪੁਆਇੰਟ ਹੈ, ਉੱਥੇ ਡੈਮੋਕ੍ਰੇਸੀ ਨਹੀਂ ਹੈਗੀ, ਉੱਥੇ ਆਰਮੀ ਦੀ ਡਿਕਟੇਟਰਸ਼ਿਪ ਹੈ। ਬਿਲਕੁਲ ਰਹੀ ਹੈ ਅੱਜ ਤੋਂ ਬੜੀ ਪੁਰਾਣੀ। ਔਰ ਉਹ ਬੰਦਾ ਕਿਤੇ ਲੱਭਦਾ ਨਹੀਂ, ਫਿਰ ਕਿੱਥੇ ਗਿਆ, ਉਹਦਾ ਪਰਿਵਾਰ ਵੀ ਨਹੀਂ ਲੱਭਦਾ ਕਿੱਥੇ ਗਿਆ, ਕਿਉਂਕਿ ਆਰਮੀ ਹੈ। ਕੋਈ ਬੋਲ ਕੇ ਦਿਖਾਵੇ, ਕੋਈ ਕੁਸ ਕੇ ਦਿਖਾਵੇ। ਮੁਸ਼ਰਫ ਸਾਹਿਬ ਨੇ ਕੀਤਾ ਹੀ ਸੀ, ਉਹਨਾਂ ਨੇ ਪਲਟਾ ਕੀਤਾ ਹੈ। ਆਪ ਆ ਕੇ ਉਹ ਚੀਫ ਆਫ ਦੀ ਆਰਮੀ ਸਟਾਫ ਹੀ, ਉਹਨਾਂ ਸਿੱਧੀਆਂ ਬੰਦੂਕਾਂ ਦਿਖਾਈਆਂ, ਸਿੱਧੀਆਂ ਕਰਕੇ ਆਪ ਤੱਕ ਤੇ ਬਹਿ ਗਏ ਤੇ ਲੋਕ ਉਹਦੇ ਅੰਡਰ ਹੋ ਗਏ। ਹਮੇਸ਼ਾ ਦੇਸ਼ ਚੱਲਦੇ ਨੇ ਡੈਮੋਕ੍ਰੇਸੀ ਨਾਲ। ਜਿੱਥੇ ਗੁੰਡਾਗਰਦੀ ਚੱਲੇਗੀ, ਜਿਵੇਂ ਪਾਕਿਸਤਾਨ 'ਚ ਚੱਲਦੀ ਪਈ ਹੈ, ਡੈਮੋਕ੍ਰੇਸੀ ਖਤਮ ਹੋ ਜਾਏਗੀ, ਉੱਥੇ ਦੇਸ਼ ਖਤਮ ਹੋ ਜਾਣਗੇ। ਤੁਸੀਂ ਇੱਕ ਗੱਲ ਕੀਤੀ ਹੈ ਕਿ ਵੀ ਅਕਲ ਜਿੰਨੇ ਚਿਰ ਨਹੀਂ ਆਉਂਦੀ, ਜਿੰਨੇ ਚਿਰ ਅਸੀਂ ਬੇਅਕਲ ਹਾਂ, ਜਿੰਨੇ ਚਿਰ ਅਸੀਂ ਮੰਨ ਲਓ ਕਿ ਨੀਤੀਆਂ ਆਪਣੀਆਂ ਬਣਾ ਕੇ ਤੁਰੇ ਫਿਰਦੇ ਹਾਂ, ਉਨੀ ਦੇਰ ਤੱਕ ਨਹੀਂ ਖੁਸ਼ਹਾਲੀ। ਬਿਲਕੁਲ ਸਹੀ ਗੱਲ ਹੈ। ਔਰ ਅਕਲ ਦਾ ਗੱਲ ਇਹ ਨਹੀਂ ਕਿ ਅਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹਾਂ, ਨਾ, ਕੰਮ ਸੋਹਣੇ ਕਰੋ, ਕੰਮ ਸੋਹਣੇ, ਔਰ ਉਹਦੇ ਨਤੀਜੇ ਆਉਣ ਜਿਹੜੇ ਲੋਕਾਂ ਨੂੰ ਚੰਗੇ ਲੱਗਣ, ਉਹ ਲੋਕਾਂ ਨੂੰ ਫਾਇਦਾ ਹੋਵੇ, ਵੈਲਫੇਅਰ ਹੋਵੇ। ਜਦੋਂ ਤੁਸੀਂ ਕਿਸੇ ਦਾ ਭਲਾ ਕਰੋਗੇ, ਆਪ ਹੀ ਤੁਹਾਡਾ ਗੁਣਗਾਨ ਕਰੇਗਾ, ਵੋਟਾਂ ਆਪੇ ਤੁਹਾਨੂੰ ਪੈ ਜਾਣਗੀਆਂ। ਇੱਕ ਸਿੱਧੀ ਸਾਦੀ ਗੱਲ ਹੈ। ਇਹ ਚਲਾਕੀਆਂ ਨਾਲ ਥੋੜਾ ਵੋਟਾਂ ਪਵਾਓਗੇ, ਕਿੰਨੀ ਕੁ ਦੇਰ ਚਲਾਕੀ ਚੱਲੂਗੀ। ਦੂਜਾ ਕੋਈ ਬੇਵਕੂਫ ਥੋੜਾ ਸਮਝ ਜਾਏਗਾ, ਅੱਜ ਨਹੀਂ ਤੇ ਕੱਲ ਤੁਹਾਡੀ ਚਾਲ ਸਮਝ ਜਾਊਗਾ। ਉਹ ਕਾਠ ਦੀ ਹਾਂਡੀ, ਉਹ ਲੱਕੜ ਦਾ ਪਤੀਲਾ ਜਿਹੜਾ ਬਾਰ-ਬਾਰ ਅੱਗ ਤੇ ਨਹੀਂ ਰੱਖ ਸਕਦੇ, ਲੱਕੜ ਦਾ ਪਤੀਲਾ ਤੇ ਸੜ ਜਾਊਗਾ। ਬਸ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹ ਸਕਦੀ। ਸੋ ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ ਨੇ। ਔਰ ਇਹ ਮਨੁੱਖਤਾ ਦਾ ਬੇਸ ਹੈ ਕਿ ਜਦੋਂ ਅਕਲ ਗਾਇਬ ਹੋ ਜਾਂਦੀ ਹੈ, ਬੇਅਕਲ ਹੋ ਜਾਂਦਾ ਇਨਸਾਨ, ਉਹ ਉਦੋਂ ਇਹੋ ਜਿਹੀਆਂ ਕਰਤੂਤਾਂ ਕਰਦਾ ਔਰ ਆਪਣੀ ਬਰਬਾਦੀ ਦਾ ਆਪ ਹੀ ਕਾਰਨ ਬਣਦਾ। ਵੈਸੇ ਸਿੱਟਾ ਇਹ ਹੈ ਕਿ ਜਿੱਥੇ ਫੌਜੀ ਰਾਜ ਹੋਊਗਾ ਨਾ, ਉੱਥੇ ਸਿਵਲੀਅਨ ਲੋਕ ਜਿਹੜੇ ਹੈਗੇ ਉਹ ਵਿਚਾਰੇ ਤਰਾਸਦੀ 'ਚ ਆਉਣਗੇ, ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਫੌਜੀ ਜਿਹੜੇ ਹੈ ਗਾਨਾਂ ਨਾਲ ਹੀ ਰਾਜ ਕਰਦੇ ਆ, ਇਹ ਤੋਪਾਂ ਨਾਲ ਰਾਜ ਕਰਦੇ, ਪੁਰਾਣੇ ਸਮੇਂ ਜ਼ਬਾਨ ਨਾਲ ਰਾਜ ਨਹੀਂ ਕਰਦੇ। ਨਹੀਂ, ਸਹੀ ਰਾਜ ਹੋਵੇ। ਹੁਣ ਪੁਰਾਣੇ ਰਾਜਾ ਮਹਾਰਾਜਾ ਜਿਹੜੇ ਸੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਆਪਾਂ ਗੱਲ ਕਰੀਏ, ਇੱਕ ਤਰ੍ਹਾਂ ਨਾਲ ਫੌਜੀ ਰਾਜ ਹੀ ਹੈ। ਉਹ ਆਪ ਵੀ ਤੇ ਜਰਨੈਲ ਨੇ ਆਰਮੀ ਦੇ, ਪਰ ਉਹ ਇੱਕ ਚੰਗੇ ਰਾਜਾ ਨੇ। ਉਹ ਦੂਜੇ ਦੀ ਦਿਲ ਦੀ ਗੱਲ ਨੂੰ ਸਮਝਦੇ ਨੇ, ਜਾਣਦੇ ਨੇ, ਔਰ ਆਪਣਾ ਹੁਕਮ ਨਹੀਂ ਥੋਪਦੇ। ਉਹ ਸੰਗਤ ਦਰਸ਼ਨ ਕਰਦੇ ਨੇ, ਬੈਠਦੇ ਨੇ। ਇਹਦੇ 'ਚ ਅੰਤਰ ਆ, ਇਹਦੇ 'ਚ ਦੋ ਅੰਤਰ ਹੈਗਾ। ਇਹ ਪਤਾ ਕੀ ਹੈਗਾ, ਮੈਂ ਸਮਝਾਉਣਾ, ਦੱਸਦਾ ਦਰਸ਼ਕਾਂ ਨੂੰ। ਇਹਦੇ ਵਿੱਚ ਜਿਹੜਾ, ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ, ਸ਼ੇਰੇ ਪੰਜਾਬ ਦੀ ਗੱਲ ਕੀਤੀ, ਉਹ ਖਾਲਸਾ ਰਾਜ ਸੀਗਾ। ਖਾਲਸਾ ਰਾਜ ਸੀਗਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਚੱਲ ਕੇ। ਐਗਜ਼ੈਕਟਲੀ ਉਹੀ ਮੈਂ ਕਹਿ ਰਿਹਾ। ਫੌਜ ਦੀ ਗੱਲ ਮੈਂ ਕੀਤੀ ਹੈ, ਬ੍ਰਿਟਿਸ਼ ਰੂਲ ਦੀ ਗੱਲ ਹੈ। ਜੇ ਪਾਕਿਸਤਾਨ ਦੀ ਫੌਜ ਹੈ ਤੇ ਉਹ ਉਹਨੂੰ ਮੰਨ ਰਹੀ ਹੈ ਬ੍ਰਿਟਿਸ਼ ਰੂਲ ਵਾਲਾ। ਜੇ ਸਾਡੀ ਫੌਜ ਹੈ, ਇਹਦੇ 'ਚ ਕਾਇਦਾ ਕਾਨੂੰਨ ਜਿਹੜਾ ਬ੍ਰਿਟਿਸ਼ ਰਾਜ। ਦੇਖੋ, ਜਿਵੇਂ ਮਹਾਰਾਜਾ ਰਣਜੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਿਕ ਚੱਲਦੇ ਸੀ, ਜੇ ਇਹਨਾਂ ਦੀ ਆਰਮੀ ਵੀ ਜਿਹੜੀ ਬੈਠੀ ਹੋਈ ਫੌਜ ਹੈ, ਜੇ ਕੁਰਾਨ ਦੇ ਮੁਤਾਬਿਕ ਕੰਮ ਕਰਨ ਤਾਂ ਬਿਲਕੁਲ ਸਹੀ ਕਰਨਗੇ। ਇਹ ਕੁਰਾਨ ਦੇ ਮੁਤਾਬਿਕ ਨਹੀਂ ਕਰਦੇ, ਇਹ ਆਪਣੀ ਮਨਮਰਜ਼ੀ ਕਰਦੇ ਨੇ, ਆਪ ਹੁਦੜੇ ਹੋਏ ਨੇ, ਜੋ ਮਰਜ਼ੀ ਗੁੰਡਾਗਰਦੀ ਕਰਦੇ ਨੇ। ਫੌਜਾਂ 'ਚ ਧਰਮ ਜਿਹੜਾ ਉਹ ਮਾਈਨਸ ਹੋ ਗਿਆ। ਪ੍ਰੋਬਲਮ ਇਹ ਹੈਗੀ ਹੈ, ਧਰਮ ਦੇ ਉੱਤੇ ਚੱਲੂਗਾ ਚਾਹੇ ਕੋਈ ਵੀ ਬੰਦਾ ਹੋਵੇ, ਉਹ ਸਹੀ ਬੰਦਾ ਰਹੇਗਾ। ਸੋ ਆਪਾਂ ਅੱਗੇ ਚੱਲਦੇ ਹਾਂ। ਹੁਣ ਆ ਜਾਈਏ ਪੰਜਾਬ ਦੀ ਧਰਤੀ ਤੇ। ਬਹੁਤ ਘੁੰਮ ਲਿਆ ਬਾਹਰ ਆਪਾਂ, ਜ਼ਰੂਰ ਪੰਜਾਬ ਦੀ ਧਰਤੀ ਤੇ ਆ ਗਏ ਹਾਂ। ਤੇ ਉਹ ਪਹਿਲਾਂ ਤਾਂ ਮਾਨ ਸਾਹਿਬ ਨੇ 300 ਯੂਨਿਟ ਫ੍ਰੀ ਕਰਤੇ, ਹੁਣ ਘਾਟੇ ਪੈਣ ਲੱਗ ਪਏ ਨੇ। ਮਾਹਿਰ ਕਹਿੰਦੇ ਨੇ ਹੁਣ ਦਰਾਂ ਵਧਾ ਦਿੱਤੀਆਂ ਨੇ, ਤੇ ਜਿਹੜਾ ਅੜਿੱਕੇ 'ਚ ਆ ਗਿਆ ਉਹਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ। ਅੜਿੱਕੇ ਦਾ ਆਉਣ ਦਾ ਮਤਲਬ 300 ਯੂਨਿਟ ਤੋਂ ਵੱਧ। ਹਾਂ, ਜਿਹੜਾ ਕਮਰਸ਼ੀਅਲ ਕਨੈਕਸ਼ਨਸ ਨੇ ਉਹਨਾਂ ਦੇ ਵਧਾਏ ਨੇ। ਹੁਣ ਇੰਡਸਟਰੀ ਕਿੱਥੇ ਜਾਊਗੀ? ਇੰਡਸਟਰੀ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਹੈ, ਔਰ ਆ ਹੁਣ ਹੋਰ ਬੋਝ ਪੈ ਗਿਆ। ਇਹਦੇ ਵਿੱਚ ਜਿਹੜਾ ਹੁਣ ਇਹਨਾਂ ਨੇ ਐਲਾਨ ਕੀਤਾ ਕਿ ਬਿਜਲੀ ਦੀਆਂ ਦਰਾਂ ਵੱਧ ਰਹੀਆਂ, ਬਸ ਅਸਲ 'ਚ ਦਰਸ਼ਕਾਂ ਨੂੰ ਪਤਾ ਹੈਗਾ, ਉਹਨਾਂ ਕਿਹਾ 600 ਯੂਨਿਟ ਤੋਂ ਬਾਅਦ ਜਿਹੜਾ ਹੈਗਾ ਉੱਪਰਲਾ ਯੂਨਿਟ ਉਹਦੇ 'ਤੇ ਹੈਗਾ, ਜਿਹੜਾ 0 ਤੋਂ 100 ਤੱਕ ਹੈਗਾ ਉਹਦੇ 75 ਪੈਸੇ ਪਰ ਯੂਨਿਟ ਵਧਣਗੇ। ਜਿਹੜਾ 100 ਤੋਂ ਅੱਗੇ ਜਾਏਗਾ ਉਹਦਾ 45 ਪੈਸੇ ਵਧਣਗੇ। ਇਹ ਘਰੇਲੂ ਖਪਤਕਾਰਾਂ ਦੇ ਲਈ ਉਹਨਾਂ ਨੇ ਕਿਹਾ। ਪਰ ਉਹਦੇ ਵਿੱਚ ਐਲਾਨ ਇਹਨਾਂ ਨੇ ਕਰਤਾ, ਆਪਣੇ ਇਹਨੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਨੇ ਕਹਿਤਾ ਕਿ ਉਹਦੇ ਵਿੱਚ ਇਹ ਜਿਹੜਾ ਵੀ ਬੋਝ ਪਊਗਾ, ਜਿਹੜਾ ਵੀ ਆਇਆ ਸੀ ਘਾਟਾ ਪੂਰਾ ਕਰ ਰਹੇ, ਪੰਜਾਬ ਸਰਕਾਰ ਚੱਲੂਗੀ, ਇਹ 'ਚ ਕੋਈ ਗੱਲ ਨਹੀਂ ਹੈਗੀ। ਦੂਜੇ ਪਾਸੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਕਿਹਾ, ਉਹਦੇ 'ਚ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਜਿਹੜਾ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਜਲੰਧਰੀਆਂ ਲਈ ਤੇ ਬਾਕੀ ਪੰਜਾਬ ਲਈ ਵੱਡਾ ਤੋਹਫਾ ਦੇ ਦਿੱਤਾ ਇਹਨਾਂ ਨੇ, ਹੁਣ ਚੱਲੋ। ਇਹ ਵੀ ਇਹ ਪੋਲੀਟੀਕਲ ਸਟੰਟ ਜਾਂ ਪੋਲੀਟੀਕਲ ਗੱਲ ਦੂਜੀ ਜਿਹੜੀ ਉਹਨਾਂ ਨੇ ਕਹੀ ਆ।
ਪਰ ਇਹਦੇ ਵਿੱਚ ਜਿਹੜੀ ਆਮ ਪਬਲਿਕ ਆ ਉਹਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਗਲਤ ਸੋਚ ਨਾਲ ਜਾਂ ਕੋਈ ਆਲੋਚਨਾਤਮਕ ਦ੍ਰਿਸ਼ਟੀ ਨਾਲ ਨਹੀਂ ਗੱਲ ਆਈ ਜੋ ਵੀ ਇਹਨਾਂ ਨੇ ਕਿਹਾ, ਕਿਉਂਕਿ ਸਰਕਾਰਾਂ ਦੇ ਜਿਹੜੇ ਕੰਮ ਆ ਵੇਖ ਜਾਂਚ ਕੇ ਕਰਦੇ ਆ ਬਹੁਤ ਕੁਛ, ਉਹ ਲੋਕਾਂ ਨੂੰ ਨਾਰਾਜ਼ ਕਰਨਾ ਨਹੀਂ ਚਾਹੁੰਦੇ। ਇਹ ਜਿਹੜਾ ਹੁਣ ਦਰਾਂ ਵਧੀਆਂ ਇਹਦੇ ਵਿੱਚ ਸਨਅਤ ਦੇ ਨਾਲ ਵੀ ਵਧੀ ਥੋੜ੍ਹੀ ਬਹੁਤ। ਸਨਅਤਕਾਰ ਨੇ ਜਿੰਨੇ ਜਲੰਧਰ ਦੇ ਔਰ ਲੁਧਿਆਣਾ ਦੇ, ਉਹਨਾਂ ਨੇ ਵੀ ਰੋਸ ਪ੍ਰਗਟਾਇਆ, ਉਹਨਾਂ ਦੀ ਇੱਕ ਟੀਮ ਨੇ ਗੱਲ ਕਰ ਲਈ ਉਹਨਾਂ ਨਾਲ, ਔਰ ਅੱਜ ਭਗਵੰਤ ਮਾਨ ਦੀ ਜਿਹੜੀ ਟੀਮ ਆ ਚੁੱਕੀ ਇੱਥੇ, ਔਰ ਵਾਇਆ PAP ਗਰਾਊਂਡ ਵੱਲ ਦੀ ਉੱਥੋਂ ਦੀ ਉਤਰ ਕੇ ਉਹਨਾਂ ਨੇ ਲੈਂਡ ਕਰਕੇ ਇੱਥੇ ਜਿਹੜੀ ਆ ਗੈਸਟ ਹਾਊਸ ਵਿੱਚ ਮੀਟਿੰਗ ਸੀ। ਹੁਣ ਉਹਨਾਂ ਨੇ ਕਬਾਨਾ ਦੇ ਵਿੱਚ ਬਾਤ ਕਰ ਰਹੇ ਆ, ਔਰ ਡੋਰ ਟੂ ਡੋਰ ਜਿਹੜਾ ਹੈਗਾ ਲੋਕਾਂ ਨਾਲ ਬੁਲਾ ਲਿਆ ਉਹਨਾਂ ਨੂੰ, ਔਰ ਟੇਬਲ ਵਾਈਜ਼ ਉਹਨਾਂ ਨੇ ਗੱਲ ਕੀਤੀ ਆ, ਔਰ ਗੱਲ ਸੁਣਨ ਦੀ ਤਾਂ ਅੱਛੀ ਗੱਲ ਆ। ਜਿੱਥੇ ਅਸੀਂ ਸਰਦਾਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਸੀ ਕਿ ਜਿਹੜਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ, ਸੰਗਤ ਦਰਸ਼ਨ ਦੀ ਗੱਲ ਸੀਗੀ, ਪਰ ਇਹਨਾਂ ਨਾਲ ਵੀ ਅੱਛੀ ਹੈ ਕਿ ਇਹਨਾਂ ਟੇਬਲ ਵਾਈਜ਼ ਉਹਨਾਂ ਨੂੰ ਮੰਤਰੀ ਬਿਠਾ ਦਿੱਤੇ ਉੱਥੇ, ਨਾ ਲੋਕ ਆਪਣੇ ਆਪਣੀਆਂ ਰੋਸ ਪ੍ਰਗਟਾਉਣਗੇ ਆ ਕੀ ਗੱਲ ਹੈਗੀ ਆ। ਔਰ ਬਿਜਲੀ ਦਰਾਂ ਦੀ ਜਿਹੜੀ ਇਹ ਗੱਲ ਹੈਗੀ ਆ, ਜਨਰਲਾਈਜ਼ ਇਹ ਹੋ ਗਈ ਕਿ ਰੇਟ ਤਾਂ ਵੱਧ ਗਿਆ, ਪਰ ਰੇਟ ਉਹੀ ਵਧਿਆ ਜਿਹੜੇ 600 ਯੂਨਿਟ ਨੂੰ ਪਾਰ ਕਰਨਗੇ। 600 ਯੂਨਿਟ ਜਿਹੜਾ ਹੈਗਾ ਅਜੇ ਉਸੇ ਤਰ੍ਹਾਂ ਦਾ ਫ੍ਰੀ ਆ, ਪਰ ਲੋਕਾਂ ਨੂੰ ਵੀ ਚਾਹੀਦਾ ਕਿ ਬੱਤੀਆਂ ਜਗਦੀਆਂ ਨਾ ਛੱਡਣ, ਬਾਥਰੂਮ 'ਚ ਲਾਈਟ ਜਗਦੀ ਤੇ ਜਗਦੀ ਨਾ ਛੱਡਣ, AC ਦੇ ਜਿਹੜੇ ਫੰਕਾਰੇ ਨਾਮ ਰਹਾਉਣ ਜ਼ਿਆਦਾ, ਹੈ ਨਾ, ਜਿਹੜੇ ਜ਼ਿਆਦਾ ਦੀਵਾਲੀ ਦੀ ਜਿਹੜੀ ਰਾਤ ਨਾਮ ਬਣਾ ਦੇਣਾ ਹਰ ਘਰ ਨੂੰ ਵੀ ਯਾਰ ਕੋਈ ਗੱਲ ਨਹੀਂ, ਮੀਟਰ ਤਾਂ ਹੁਣ 600 ਯੂਨਿਟ ਜਾਣਾ ਹੀ ਆ। ਫਿਰ ਅੱਗੇ ਯੂਨਿਟ ਆਉਣਗੇ, ਬਿਜਲੀ ਦੀ ਖਪਤ ਜ਼ਿਆਦਾ ਹੋਊਗੀ, ਤਾਂ ਲੋਕ ਵਿਚਾਰੇ ਜਿਹੜੇ ਨਹੀਂ ਵਿਚਾਰੇ ਬਾਲ ਸਕਦੇ ਉਹਨਾਂ ਦੇ ਉੱਤੇ ਜਾ ਕੇ ਥੋੜ੍ਹਾ ਜਿਹਾ ਰੌਲਾ ਪੈ ਜਾਊ। ਬਿਲਕੁਲ AC ਦੇ ਫੁੰਕਾਰੇ ਵੀ ਮਰਵਾਉਂਦੇ ਨੇ, ਤੇ ਨਾਲ ਜਿਹੜੇ ਖੇਤੀਬਾੜੀ ਦੇ ਖੇਤਰ ਵਿੱਚ ਵੀ ਐਵੇਂ ਮੋਟਰਾਂ ਚੱਲੀ ਜਾਂਦੀਆਂ ਨੇ, ਉੱਥੇ ਵੀ ਫੁੰਕਾਰੇ ਵੱਜਦੇ ਨੇ। ਰਿਮੋਟ ਰੱਖੇ, ਰਿਮੋਟ ਨਾਲ ਚਲਾ ਕੇ ਮੁੜ ਕੇ ਸੌਂ ਜਾਂਦੇ। ਸੋ ਇਹ ਜਿਹੜਾ ਹੈ ਨਾ, ਜੇ ਫ੍ਰੀ ਚੀਜ਼ ਮਿਲਦੀ ਪਈ ਹੈ ਤਾਂ ਉਹਨੂੰ ਜ਼ਾਇਆ ਨਾ ਕਰੋ, ਉਹਨੂੰ ਸਹੀ ਕਰੋ, ਕਿਉਂਕਿ ਫ੍ਰੀ ਦੇਣ ਜੋਗੀ ਵੀ ਨਹੀਂ ਰਹਿਣੀ। ਪਾਣੀ ਦੀ ਸਮੱਸਿਆ ਅੱਗੇ ਹੀ ਬਹੁਤ ਹੈ, ਪਾਣੀ ਤੋਂ ਹੀ ਪੈਦਾ ਹੁੰਦੀ ਬਿਜਲੀ, ਤੇ ਪਾਣੀ ਦੀ ਸਮੱਸਿਆ ਰਹੀ ਤੇ ਫਿਰ ਇਹ ਫ੍ਰੀ ਬਿਜਲੀ ਨਹੀਂ ਮਿਲਣੀ। ਇਸ ਕਰਕੇ ਜੇ ਫ੍ਰੀ ਮਿਲੀ ਹੋਈ ਹੈ, ਪਤਾ ਕਿ ਪੰਜਾਬੀ ਦੀ ਆਦਤ ਹੈ, ਲਾਪਕ ਚੀਜ਼ ਨਹੀਂ ਮੰਗਦੇ, ਮੁੜ ਕੇ ਬੋਕੀ ਕਰਦੇ ਆ ਕਿ ਵੀ ਇਹ ਚ ਪਾ ਦਿਓ ਸਾਰੀ ਚੀਜ਼। ਇਹ ਹੈ ਵੀ ਹਰ ਚੀਜ਼ ਮੰਗਣੀ ਨਹੀਂ ਚਾਹੀਦੀ। ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਦੇ ਵੀ ਛੱਡ ਦਿਓ, ਜਿਹੜੀਆਂ ਚੀਜ਼ਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਦੇਈ ਜਾਣਾ ਜੋ ਹੈਗਾ, ਪਰ ਬੜੀ ਵੱਡੀ ਦੇਣ ਹੈ, ਇਹਨੂੰ ਸੰਭਾਲਣਾ ਲੋਕਾਂ ਲਈ ਆਪ ਵੀ ਹੈਗਾ। ਤੇ ਲੋਕਾਂ ਨੇ ਵੇਖਿਓ ਖਲਾਰਾ ਪਾ ਦੇਣਾ, ਲੋਕਾਂ ਵੱਲੋਂ ਹੀ ਹੋ ਜਾਣਾ, ਰੌਲਾ ਪੈ ਜਾਣਾ। ਜਦੋਂ 600 ਯੂਨਿਟ ਪਾਰ ਕਰਕੇ ਪੈਸੇ ਦੇਣੇ ਪਏ, ਫਿਰ ਐਜੀਟੇਸ਼ਨ ਆਉਣਗੀਆਂ, ਫਿਰ ਧਰਨੇ ਦੇਣਗੇ। ਮੈਨੂੰ ਇੱਕ ਤਜਰਬਾ ਹੋਇਆ ਮੇਰੇ ਨਾਲ, ਇੱਕ ਲਾਇਬ੍ਰੇਰੀ 'ਚ ਮੈਂ ਗਿਆ, ਪਬਲਿਕ ਲਾਇਬ੍ਰੇਰੀ, ਕਿਤਾਬਾਂ ਲੈਣ। ਉਹ ਬੱਤੀਆਂ ਐਵੇਂ ਜਗੀ ਜਾਣ, ਉਹ ਮੈਂ ਕਿਹਾ ਭਾਜੀ ਆ ਫਿਊਜ਼ ਫਿਆਜ਼ ਹੋ ਜਾਣਗੀਆਂ ਐਵੇਂ ਜਗਦੀਆਂ ਪਈਆਂ। ਉਹ ਕੋਈ ਨਹੀਂ, ਸਰਕਾਰੀ ਮਾਲ ਹੈ। ਮੈਂ ਕਿਹਾ ਬਹਿ ਮੇਰੇ ਕੋਲ, ਤੂੰ ਲਾਇਬ੍ਰੇਰੀ 'ਚ ਕੰਮ ਕਰਦਾ ਹੈ, ਇੰਨੀਆਂ ਕਿਤਾਬਾਂ, ਰਸਾਲੇ, ਅਖਬਾਰ ਤੇਰੇ ਕੋਲ ਆਉਂਦੇ ਨੇ, ਤੂੰ ਪੜ੍ਹਦਾ ਨਹੀਂ ਹੈਗਾ। ਕਹਿੰਦਾ ਕੀ ਗੱਲ? ਮੈਂ ਕਿਹਾ ਤੈਨੂੰ ਇੰਨਾ ਨਹੀਂ ਪਤਾ, ਸਰਕਾਰ ਤੂੰ ਕਹਿੰਦਾ ਤੂੰ ਸਰਕਾਰੀ ਮਾਲ ਹੈ, ਤੇ ਸਰਕਾਰ ਕੋਲ ਪੈਸਾ ਕਿੱਥੋਂ ਆਉਂਦਾ? ਜਿਹੜਾ ਅਸੀਂ ਟੈਕਸ ਦਿੰਦੇ ਹਾਂ ਸਾਡਾ ਪੈਸਾ ਆਉਂਦਾ। ਤੈਨੂੰ ਇੰਨੀ ਸਮਝ ਨਹੀਂ ਆਉਂਦੀ। ਉਹ ਤੁਹਾਡਾ ਭਲਾ ਹੋ ਜਵੇ, ਮੈਂ ਤਾਂ ਕਦੀ ਇਹ ਸੋਚਿਆ ਹੀ ਨਹੀਂ। ਮੈਂ ਕਿਹਾ ਹੁਣ ਸੋਚ ਲਿਆ, ਹੁਣ ਬੰਦ ਕਰ ਦੇ। ਮੈਂ ਹੈਰਾਨ ਹੁੰਦਾ ਕਿ ਆਹ ਸਿੱਖਿਆ ਤੇ ਸਕੂਲਾਂ 'ਚ ਮਿਲਣੀ ਚਾਹੀਦੀ ਹੈ। ਸਹੀ ਗੱਲ। ਐਡਾ ਵੱਡਾ ਬੰਦਾ ਹੋ ਕੇ ਮੈਂ ਉਹਨੂੰ ਦੱਸਦਾ। ਵੈਸੇ ਜਿਹਨੇ ਯੂਥ ਹੈ, ਜਿਹਨੇ ਨੌਜਵਾਨ ਪੀੜ੍ਹੀ, ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਜਿਹੜੇ ਬਜ਼ੁਰਗ ਹੈ ਕਿਸ ਪੜਾਅ ਤੋਂ ਇੱਥੇ ਆ ਗਿਆ। ਦੀਵਿਆਂ ਵਾਲੀ ਰਾਤ ਸੀਗੀ, ਜਿਹਦੇ ਵਿੱਚ ਦੀਵਾ ਬਲਦਾ ਸੀਗਾ, ਬੱਤੀਆਂ ਵਿੱਚ ਪਾ ਕੇ ਮਿੱਟੀ ਦਾ ਤੇਲ ਪਾ ਕੇ ਕਰੋਸੀਨ ਨੂੰ, ਤੇ ਫਿਰ ਦੀਵਾ ਜਗਾਉਂਦੇ ਸੀ। ਜਾਂ ਦੀਵੇ ਸਰੋਂ ਦੇ ਤੇਲ ਦੇ ਵੀ ਜਗਦੇ ਸੀ। ਉਹਨਾਂ ਨਾਲ ਪੜ੍ਹ ਕੇ ਕੋਈ ਬ੍ਰਿਗੇਡੀਅਰ ਬਣਿਆ, ਕੋਈ ਜਨਰਲ ਬਣਿਆ, ਕੋਈ SSP ਬਣੇ, ਉਹ ਪਿੰਡਾਂ ਦੇ ਸਕੂਲਾਂ 'ਚੋਂ। ਇਹ ਵੱਡੀਆਂ ਬੱਤੀਆਂ ਜਗਾ ਕੇ ਵੀ ਕੁਝ ਨਹੀਂ ਬਣਦੇ। ਇਹਨਾਂ ਦੇ ਇਹ ਕਹਿੰਦੇ ਵੀ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੀ ਹੈਗੀ ਕਿ ਐਡਾ ਵੱਡਾ ਚਾਨਣ ਹੋ ਗਿਆ, ਇੰਨਾ ਵੱਡਾ ਭਾਖੜਾ ਨੰਗਲ ਡੈਮ ਬਣਿਆ ਜਵਾਹਰ ਨਹਿਰੂ ਦੇ ਤੇ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ 'ਤੇ, ਔਰ ਉਹਦੇ ਵਿੱਚੋਂ ਬਿਜਲੀ ਪੈਦਾ ਕਰਕੇ ਨਾ ਲੈਣ ਦੀ, ਔਰ ਬਿਜਲੀ ਪੈਦਾ ਕਰਕੇ ਨਹਿਰਾਂ ਵਿੱਚ ਪਾਣੀ ਦੀਆਂ ਆ ਗਈਆਂ, ਸੂਏ, ਖਾਲ, ਬੜਾ ਕੁਝ ਹੋ ਗਿਆ। ਪੰਜਾਬ ਖੁਸ਼ਹਾਲੀ ਵੱਲ ਵੱਧ ਗਿਆ ਉਸ ਟਾਈਮ 'ਤੇ। ਪਰ ਅੱਜ ਜੇ ਕਹਿ ਲਈਏ ਵੀ ਅੱਜ ਆ ਸਰਕਾਰਾਂ ਕਰ ਰਹੀਆਂ, ਅੱਜ ਜੋ ਨੀਂਹ ਪੱਥਰ ਪਹਿਲੋਂ ਰੱਖ ਗਿਆ ਉਹਨੂੰ ਇਹ ਪੂਰਾ ਕਰ ਦੇਣ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਆ। ਉਹਨੂੰ ਸੰਭਾਲਣ ਸਭ ਤੋਂ ਵੱਡੀ ਗੱਲ ਹੈ, ਪਰ ਰਲ ਕੇ, ਵਿੱਚ ਲੋਕ ਵੀ ਰਲਣ, ਸਰਕਾਰਾਂ ਵੀ ਰਲਣ। ਲੋਕ ਪੜ੍ਹ ਗਏ ਆ ਬਹੁਤ, ਦੇਖੋ, ਪਰ ਉਹ ਲੋਕ ਅਨਪੜ੍ਹ ਸੀ ਉਦੋਂ, ਕਈ ਵਾਰ ਬੜਾ ਵਧੀਆ ਕੰਮ ਕਰ ਗਏ। ਇੱਕ ਮੁੰਡਾ ਘਰ ਬਹਿ ਕੇ ਪੜ੍ਹਦਾ ਪਿਆ, ਤੇ ਉਹਨੇ ਪੜ੍ਹਿਆ ਕਿ ਕੋਈ ਵੱਡਾ ਲੀਡਰ, ਉਹ ਜਦੋਂ ਬਚਪਨ 'ਚ ਨਾ, ਉਹ ਘਰ ਦੇ ਬਾਹਰ ਜਿਹੜੀ ਟਿਊਬ ਲੱਗੀ ਹੋਈ ਸੀ ਨਾ ਕਮੇਟੀ ਦੀ, ਸਰਕਾਰੀ ਟਿਊਬ, ਉਹਦੇ ਥੱਲੇ ਪੈ ਕੇ ਪੜ੍ਹਦਾ ਹੁੰਦਾ ਸੀ, ਤੇ ਉਹ ਕਿੱਡਾ ਵੱਡਾ ਲੀਡਰ ਬਣਿਆ। ਕਹਿੰਦਾ ਪਾਪਾ ਜੀ ਮੈਂ ਵੀ ਫਿਰ ਉੱਥੇ ਜਾ ਕੇ ਪੜ੍ਹਨਾ। ਕਹਿੰਦਾ ਬੇਵਕੂਫਾ, ਉਹਦੇ ਕੋਲ ਘਰ ਹੈਗੇ ਹੀ ਨਹੀਂ ਸੀ, ਇਸ ਕਰਕੇ ਜਾ ਕੇ ਉੱਥੇ ਪੜ੍ਹਦਾ ਸੀ। ਤੇਰੇ ਤਾਂ ਇੱਥੇ ਬੱਤੀਆਂ ਜਗਦੀਆਂ ਪਈਆਂ, ਤੂੰ ਬਾਹਰ ਜਾ ਕੇ ਗਲੀ 'ਚ ਬਹਿ ਕੇ ਕਿਉਂ ਪੜ੍ਹਨਾ? ਹੁਣ AC ਥੱਲੇ ਪੜ੍ਹਦੇ ਨਾ ਲੋਕ, ਤੇ ਕੋਈ ਜ਼ਮਾਨਾ ਸੀਗਾ ਤੂਤਾਂ ਦੀਆਂ ਛਾਵਾਂ ਥੱਲੇ, ਖੂਹਾਂ ਦੇ ਉੱਤੇ ਮੰਜੇ ਢਾਹ ਕੇ, ਬਿਲਕੁਲ ਸੀ, ਕੁਰਸੀਆਂ ਤੇ ਵੀ ਨਹੀਂ, ਤੇ ਖਾਲਾਂ ਦੀਆਂ ਵੱਟਾਂ ਤੇ ਬਹਿ ਕੇ ਪੜ੍ਹਦੇ ਰਹੇ। ਖੁਦ ਅਸੀਂ ਵੀ ਇਦਾਂ ਹੀ ਕੀਤਾ, ਬਾਹਰ ਪੜ੍ਹਦੇ ਸੀ। ਆਬੋ-ਹਵਾ ਅੱਛੀ ਸੀ, ਆਕਸੀਜਨ ਅੱਛੀ ਸੀ, ਸਾਰਾ ਕੁਝ ਤੁਹਾਨੂੰ ਮਿਲਦਾ ਸੀਗਾ। ਔਰ ਤੂਤ ਦੀ ਠੰਡੀ ਛਾਂ ਵਰਗਾ ਕੁਝ ਵੀ ਨਹੀਂ ਹੈਗਾ, ਜੋ ਛਾਂ ਲੱਗਦੀ ਤੁਹਾਨੂੰ ਠੰਡੀ। ਔਰ ਜੂਨ ਜੁਲਾਈ ਦੇ ਮਹੀਨੇ ਜੋ ਅਸੀਂ ਬਹਿੰਦੇ ਸੀ, ਹੁਣ AC 'ਚ ਬਹਿ ਕੇ ਵੀ ਨਹੀਂ ਪੜ੍ਹਿਆ ਜਾਂਦਾ। ਜਿੰਨੀਆਂ ਸਹੂਲਤਾਂ ਆਉਣਗੀਆਂ ਉਹਨਾਂ ਬੰਦਾ ਜਿਹੜਾ ਹੈਗਾ ਲਾਪਰਵਾਹ ਹੋ ਜਾਊਗਾ, ਉਹਨਾਂ ਬੰਦਾ ਸਵਾਰਥੀ ਹੋ ਜਾਊਗਾ। ਜੇ ਤੁਸੀਂ ਸੰਘਰਸ਼ 'ਚੋਂ ਨਿਕਲ ਕੇ ਬਣੋਗੇ ਸਾਰਾ ਕੁਝ, ਤੁਹਾਨੂੰ ਯਾਦ ਰਹੂਗਾ ਪੈਸਾ ਕੀ ਆ, ਪੈਸੇ ਦੀ ਵੈਲਿਊ ਕੀ ਆ, ਮਿਹਨਤ ਕੀ ਹੈ, ਗਿਆ ਸੰਘਰਸ਼ ਕੀ ਆ, ਪਤਾ ਲੱਗ ਜਾਂਦਾ। ਇੱਕ ਬਹੁਤ ਵਧੀਆ ਗੱਲ ਹੈ, ਉਹ ਕਰਨ ਤੋਂ ਬਾਅਦ ਆਪਾਂ ਅਗਲੇ ਮੁੱਦੇ ਤੇ ਆਉਂਦੇ ਆ। ਕਹਿੰਦੇ ਮੇਰੇ ਦਾਦਾ ਜੀ ਪੈਦਲ
ਤੁਰ ਕੇ ਜਾਂਦੇ ਹੁੰਦੇ ਸੀ ਕੰਮ ਤੇ, ਆ ਤੇ ਮੇਰੇ ਡੈਡੀ ਸਾਈਕਲ ਤੇ ਜਾਂਦੇ ਹੁੰਦੇ ਸੀ ਕੰਮ ਤੇ, ਮੈਂ ਮੋਟਰਸਾਈਕਲ ਤੇ ਜਾਣਾ, ਆ ਤੇ ਮੇਰਾ ਪੁੱਤਰ ਅੱਗੋਂ ਕਾਰ ਤੇ ਜਾਇਆ ਕਰੇਗਾ, ਉਹਦਾ ਪੁੱਤਰ ਵੱਡੀ ਕਾਰ ਤੇ ਜਾਏਗਾ, ਤੇ ਫਿਰ ਉਹਦਾ ਪੁੱਤਰ ਅੱਗੋਂ ਫਿਰ ਤੁਰ ਕੇ ਹੀ ਜਾਇਆ ਕਰੂਗਾ। ਕੇ ਜਾਊਗਾ। ਕਹਿੰਦਾ ਕਿਉਂ? ਕਹਿੰਦਾ ਜਿਉਂ-ਜਿਉਂ ਸਾਨੂੰ ਸਹੂਲਤਾਂ ਮਿਲਦੀਆਂ ਨੇ ਨਾ, ਅਸੀਂ ਕਮਜ਼ੋਰ ਹੋ ਜਾਂਦੇ ਆ, ਤੇ ਫਿਰ ਜਿਹੜਾ ਕਮਾਇਆ ਹੁੰਦਾ ਗਵਾ ਬੈਠਨੇ ਆ। ਤੇ ਜਾਂ ਤਾਂ ਬੱਚਿਆਂ ਨੂੰ ਸ਼ੁਰੂ ਤੋਂ ਟ੍ਰੇਨਿੰਗ ਦਿਓ, ਨਹੀਂ ਤਾਂ 3-4 ਪੀੜ੍ਹੀਆਂ ਤੋਂ ਬਾਅਦ ਫਿਰ ਉਹਨੇ ਤੁਰ ਕੇ ਜਾਣਾ, ਫਿਰ ਸਾਈਕਲ ਤੇ, ਫਿਰ ਮੋਟਰਸਾਈਕਲ ਤੇ, ਫਿਰ ਇਹ ਚੱਕਾ ਫਿਰ ਘੁੰਮੂਗਾ, ਫਿਰ ਪਹੀਆ ਘੁੰਮੂਗਾ। ਜੇ ਬੱਚਿਆਂ ਨੂੰ ਸ਼ੁਰੂ ਤੋਂ ਤਿਆਰ ਕਰੋ, ਭਾਵੇਂ ਤੁਸੀਂ ਕਿੰਨੇ ਵੀ ਅਮੀਰ ਕਿਉਂ ਨਹੀਂ ਹੈਗੇ, ਫਿਰ ਉਹ ਦੌਲਤ ਕਿਤੇ ਨਹੀਂ ਜਾਂਦੀ, ਉਹ ਬੱਚਾ ਦੌਲਤ ਨੂੰ ਸਾਂਭਣਾ ਜਾਣ ਜਾਂਦਾ। ਹੁਣ ਜਿਹੜਾ ਆ ਗੱਲ ਕਰਨੀ ਆਪਾਂ, ਜਿਸ ਦੇ ਵਿੱਚ ਜਿਹੜੇ ਲੋਕਾਂ ਨੂੰ, ਸਾਡੇ ਦਰਸ਼ਕਾਂ ਨੂੰ ਪਤਾ, ਲਾਲ ਬਹਾਦਰ ਸ਼ਾਸਤਰੀ ਉਹ ਆਕਸਫੋਰਡ ਯੂਨੀਵਰਸਿਟੀ ਦੇ ਸਟੂਡੈਂਟ ਤਾਂ ਨਹੀਂ ਗਏ, ਜਦੋਂ ਪੜ੍ਹੇ ਆ ਉਹ ਮੁਗਲ ਸਰਾਏ ਜਿਹੜਾ ਜ਼ਿਲ੍ਹਾ ਉਹਦੇ 'ਚ ਇੱਕ ਉਹਨਾਂ ਦਾ ਪਿੰਡ ਸੀਗਾ। ਜਦੋਂ ਸਕੂਲ ਜਾਂਦੇ ਸੀ ਤਾਂ ਨਹਿਰ ਪਾਰ ਕਰਕੇ ਜਾਂਦੇ ਸੀ, ਕਿਤਾਬਾਂ ਦਾ ਬਸਤਾ ਸਿਰ ਤੇ ਰੱਖ ਕੇ ਤੇ ਕੱਪੜੇ ਬਾਅਦ 'ਚ ਬਦਲ ਕੇ ਤੇ ਫਿਰ ਸਕੂਲੇ ਜਾਂਦੇ ਸੀ। ਔਰ ਭੈਣ ਭਰਾ ਜ਼ਿਆਦਾ ਸੀ, ਉਹ ਗਰੀਬ ਸੀਗੇ, ਜ਼ਿਆਦਾ ਨਹੀਂ ਸੀਗਾ। ਔਰ ਦੇਖੋ ਉਸ ਤੋਂ ਬਾਅਦ ਇੰਨੀ ਮਿਹਨਤ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ, ਡਿਫੈਂਸ ਮਿਨਿਸਟਰ ਬਣਨਾ ਕਿੰਨੀ ਵੱਡੀ ਗੱਲ ਹੈਗੀ। ਬਿਲਕੁਲ। ਔਰ ਉਹ ਬੰਦੇ ਸਾਡੇ ਲਈ ਬਹੁਤ ਵੱਡੀ ਉਦਾਹਰਣ ਸ਼ਖਸੀਅਤਾਂ ਨੇ ਦਿੱਤੀ ਆ ਕਿ ਬੱਚੇ ਇਦਾਂ ਵੀ ਪੜ੍ਹ ਕੇ ਨਿਕਲ ਜਾਂਦੇ ਆ। ਕੰਮ ਤਾਂ ਦਿਮਾਗ ਦੀ ਗੱਲ ਹੈਗੀ ਹੈ, ਗਰੀਬੀ ਦੀ ਗੱਲ ਨਹੀਂ। ਦਿਮਾਗ ਤੇ ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਇੱਕੋ ਜਿਹਾ ਦਿੰਦਾ। ਉਹ 'ਚ ਗਰੀਬੀ ਤੇ ਅਮੀਰੀ ਦਾ ਮਤਲਬ ਨਹੀਂ ਕੀ ਹੁੰਦਾ, ਮਿਹਨਤ ਦਾ ਮਤਲਬ। ਇਸਤੇਮਾਲ ਕਰੋ ਦਿਮਾਗ ਨੂੰ। ਬਸ ਆ ਚਲੋ ਹੁਣ ਆਪਾਂ ਅੱਗੇ ਚੱਲੀਏ। ਤੁਸੀਂ ਇਹ ਗੱਲ ਕੀਤੀ ਹੈ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹਦਾ ਲੋਕ ਗਲਤ ਇਸਤੇਮਾਲ ਕਰਦੇ ਨੇ, ਤੇ ਜਿਹੜੀ ਹੁਣ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਮਿਲਣਾ ਹੈ ਉਹਦੇ ਉੱਤੇ ਸਟਾਪ ਕੀਤਾ ਹੋਇਆ ਹੁਣ ਕੇਂਦਰ ਸਰਕਾਰ ਨਹੀਂ ਦੇ ਰਹੀ। ਇਸ ਕਰਕੇ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਚੱਲੀ ਹੈ ਕਿ ਸਾਨੂੰ ਸਾਡਾ ਫੰਡ ਦਿਓ ਜਿਹੜਾ ਅਸੀਂ ਪੇਂਡੂ ਵਿਕਾਸ ਵਾਸਤੇ ਇਸਤੇਮਾਲ ਕਰਨਾ ਹੈ। ਇਹ ਕੇਂਦਰ ਦੇ ਉੱਤੇ ਮੁਕੱਦਮਾ ਕਰਨ ਲੱਗੀ ਹੈ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ। ਇਹ ਰੂਰਲ ਫੰਡ ਸਕੀਮ ਹੈ ਕੇਂਦਰ ਵੱਲੋਂ। ਕੇਂਦਰ ਵੈਸੇ ਕੋਈ ਦਾਨ ਤਾਂ ਨਹੀਂ ਕਰ ਰਿਹਾ। ਪਹਿਲੀਆਂ ਜਿਹੜੀਆਂ ਕੇਂਦਰ ਸਰਕਾਰਾਂ ਨੇ ਉਹਨਾਂ ਨੇ ਪੈਸਾ ਦਿੱਤਾ ਪੰਜਾਬ ਨੂੰ, ਬਾਕੀ ਸੂਬਿਆਂ ਨੂੰ। ਹੁਣ ਉਹ ਆ ਜਾਂਦੀ ਬਾਅਦ 'ਚ ਗੱਲ ਡਬਲ ਇੰਜਨ ਵਾਲੀ, ਬਾਕੀਆਂ ਨੂੰ ਪੈਸਾ ਜਾ ਰਿਹਾ ਸੂਬਿਆਂ ਨੂੰ। ਜਿੱਥੇ ਜਿੱਥੇ ਇਹਨਾਂ ਦੀ ਸਰਕਾਰਾਂ ਨੇ ਸੂਬਿਆਂ 'ਚ ਉਹਨਾਂ ਨੂੰ ਫੰਡਿੰਗ ਬੰਦ ਕਰ ਦਿੱਤੀ ਇਹਨਾਂ ਨੇ। ਉਹਦੇ ਵਿੱਚ ਬੰਦ ਕਰਨ ਨਾਲ ਇਹਨਾਂ ਨੇ ਮੀਟਿੰਗਾਂ ਰੱਖੀਆਂ ਪੰਜਾਬ ਗੌਰਮੈਂਟ ਨੇ ਸਾਰੇ ਪਾਸੇ। ਸਰਪੰਚ ਵਿਚਾਰੇ ਕੁਰਲਾ ਰਹੇ ਆ ਵੀ ਪੈਸਾ ਕਿੱਥੋਂ ਆਊਗਾ ਤੇ ਲੋਕਾਂ ਨੂੰ ਕਿੱਦਾਂ ਦੇਈ। ਤੇ ਲੋਕ ਪਿੰਡਾਂ ਦੇ ਕਹਿੰਦੇ ਆ ਕਿ ਸਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰ ਦਿਓ। ਉਹ ਪੈਸਾ ਉਹਨਾਂ ਲਈ ਹੈਗਾ, ਰੂਰਲ ਫੰਡ ਲਈ ਪੈਸਾ ਸੀਗਾ ਜਿਹੜਾ ਉੱਥੋਂ ਸਕੀਮ ਆਉਂਦਾ ਸੀਗਾ, ਉਹ ਇਹਨਾਂ ਨੇ ਟੋਟਲੀ ਬੰਦ ਕਰ ਦਿੱਤਾ। ਹੁਣ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਕਹਿਤਾ ਭਗਵੰਤ ਮਾਨ ਨੇ, ਆਈ ਵਿਲ ਨੌਕ ਦਾ ਡੋਰ ਆਫ ਸੁਪਰੀਮ ਕੋਰਟ। ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ, ਫਿਰ ਅਸੀਂ ਉੱਥੇ ਦੇਖਦੇ ਸੁਪਰੀਮ ਕੋਰਟ ਕੀ ਕਰਦੀ ਹੈ ਕਿ ਸਾਡੇ ਲਈ ਸਹੂਲਤਾਂ ਦੇਣ ਲਈ ਉਹ ਕੀ ਕਿਆਸ ਅਰਾਈਆਂ ਕਰੂਗੀ। ਔਰ ਇਹਦੇ ਵਿੱਚ ਬਾਕੀ ਸੂਬਿਆਂ ਵੱਲੋਂ ਵੀ ਕਈ ਇਸ ਤਰ੍ਹਾਂ ਦੇ ਸੰਕੇਤ ਮਿਲੇ ਆ ਜਿੱਥੇ ਜਿੱਥੇ ਪੈਸਾ ਨਹੀਂ ਜਾ ਰਿਹਾ, ਔਰ ਕਈ ਥਾਈਂ 'ਤੇ ਡਬਲ ਸਕੀਮਾਂ ਜਾ ਰਹੀਆਂ। ਇੱਕ ਗੱਲ ਹੁੰਦੀ ਜਿਹੜਾ MP ਮੈਂਬਰ ਪਾਰਲੀਮੈਂਟ ਹੁੰਦਾ ਉਹਦੀ ਫੰਡਿੰਗ ਹੁੰਦੀ ਹੈ ਉਸ ਇਲਾਕੇ ਦੀ, ਕੇਂਦਰ ਵੱਲੋਂ ਹੁੰਦੀ ਪੈਸਾ। ਉਹ ਪੈਸਾ ਕੇਂਦਰ ਜਿਹੜੀ ਆ MP ਨੂੰ ਦਿੰਦੀ ਹੈ, ਮੈਂਬਰ ਪਾਰਲੀਮੈਂਟ ਫਿਰ ਉਹਨਾਂ ਨੂੰ ਸੂਬੇ 'ਚ ਵੰਡਦਾ ਸਾਰੇ ਪੰਚਾਇਤਾਂ ਨੂੰ। ਔਰ ਇਹ ਹੁਣ ਬਿਲਕੁਲ ਜ਼ੀਰੋ ਹੋ ਗਿਆ, ਕੋਈ ਪੈਸਾ ਨਹੀਂ ਆਇਆ। ਪੰਜਾਬ ਗੌਰਮੈਂਟ ਅੱਗੇ ਪੀਪਾ ਵਜਾ ਰਹੀ ਵੀ ਸਾਡੇ ਕੋਲ ਕੋਈ ਹੈ ਨਹੀਂ, ਖਾਲੀ ਹੈਗਾ ਸਾਰਾ ਕੁਝ, ਭਾਂਡੇ ਖਾਲੀ ਡਿੱਗਦੇ ਬਹੁਤ ਹੁੰਦੇ ਆ। ਉਹੀ ਹਾਲ ਹੋ ਗਿਆ। ਜਿੰਨੇ ਵੀ ਇਹਨਾਂ ਦੇ ਬਣਵੇਂ MLA ਆ ਉਹ ਵਿਚਾਰੇ ਭੱਜ ਨੱਠ ਕੇ ਬਾਹਰ ਖੇਤਾਂ 'ਚ ਵੀ ਕੰਮ ਕਰ ਰਹੇ, ਸਾਰਾ ਕੁਝ ਹੈਗਾ, ਨਾਲ ਗੱਲਾਂ ਕਰ ਰਹੇ ਲੋਕਾਂ ਕਿਸਾਨਾਂ ਨਾਲ। ਔਰ ਕਿਸਾਨ ਵੀ ਜਥੇਬੰਦੀਆਂ ਇਸ ਗੱਲ ਤੋਂ ਬਹੁਤ ਨਾਰਾਜ਼ ਹੋ ਗਈਆਂ ਕਿ ਫੰਡਿੰਗ ਸਾਡੀ ਕਿਉਂ ਬੰਦ ਕਰ ਦਿੱਤੀ ਹੈ। ਹੁਣ ਇਹਨਾਂ ਨੇ ਸਿੱਧਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਕੋਈ ਸੈਸ਼ਨ ਕੋਰਟ ਨਹੀਂ, ਕੋਈ ਹਾਈ ਕੋਰਟ ਨਹੀਂ, ਕਿਉਂਕਿ ਕੇਂਦਰ ਦਾ ਨਾਲ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਨਹੀਂ ਹੋਣਾ। ਸੁਪਰੀਮ ਕੋਰਟ ਦੀ ਜਿਹੜੀ ਜਾਂਚ ਜਾਂ ਸੁਪਰੀਮ ਕੋਰਟ ਕਹੂਗੀ। ਹੁਣ ਇਹ ਅੱਗੋਂ ਕੀ ਬਿਆਨਬਾਜ਼ੀ ਕਰਦੇ ਵੀ ਸਾਡੇ ਕੋਲ ਪੈਸਾ ਕਿੱਥੋਂ ਹੈ, ਜਾਂ ਫਟਕਾਰਾਂ ਪਾਊਗੀ ਸੁਪਰੀਮ ਕੋਰਟ ਇਹਨਾਂ ਨੂੰ, ਜਾਂ ਇਹਨਾਂ ਨੂੰ ਹਦਾਇਤਾਂ ਦਊਗੀ ਪੈਸਾ ਦਿਓ ਪੰਜਾਬ ਨੂੰ। ਪੰਜਾਬ 'ਚ ਪੈਸਾ ਅੱਗੇ ਹੈ ਨਹੀਂ ਗਾ, ਲੋਕਾਂ ਨੂੰ ਪੈਸਾ ਪਹੁੰਚੇ ਔਰ ਪਹੁੰਚਣ ਨਾਲ ਲੋਕਾਂ ਲਈ ਸਹੂਲਤ ਮੁਹੱਈਆ ਹੋ ਸਕੇ। ਤੁਸੀਂ ਦੇਖੋ ਕਿੰਨਾ ਪੈਸਾ ਇਹਦੇ 'ਚ ਜ਼ਾਇਆ ਹੋਏਗਾ ਕੇਸ ਕਰਨ ਦੇ ਵਿੱਚ, ਕਿੰਨਾ ਸਮਾਂ ਜ਼ਾਇਆ ਹੋਏਗਾ, ਔਰ ਆਮ ਲੋਕਾਂ ਦੀ ਜ਼ਿੰਦਗੀ ਜ਼ਾਇਆ ਹੋਏਗੀ। ਕਿੰਨੀਆਂ ਪੀੜ੍ਹੀਆਂ ਬੀਤ ਗਈਆਂ ਗਰੀਬੀ 'ਚ ਰਹਿੰਦੇ ਹੋਏ ਆਜ਼ਾਦੀ ਤੋਂ ਬਾਅਦ। ਇਹ ਤੀਜੀ ਚੌਥੀ ਪੀੜ੍ਹੀ ਹੈ। ਇਹ ਕਹਾਣੀ ਲਗਾਤਾਰ ਚਲਾਈ ਜਾਣੀ ਹੈ। ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਣਾ, ਲੋਕਾਂ ਨੂੰ ਚੈਨ ਨਹੀਂ ਲੈਣ ਦੇਣੀ। ਇਹ ਜਿਹੜੇ ਫੰਡ ਤੁਸੀਂ ਰੋਕਦੇ ਹੋ ਇਹਦਾ ਅਸਰ ਕਿਹਦੇ ਉੱਤੇ ਪੈਣਾ? ਸਹੀ ਗੱਲ, ਲੋਕਾਂ ਤੇ ਪੈਣਾ। ਤੁਸੀਂ ਆਪਣੀ ਰਾਜਨੀਤੀ ਚਮਕਾਈ ਜਾਓ, ਤੁਸੀਂ ਡਬਲ ਇੰਜਨ ਦੀ ਸਰਕਾਰ ਫਿੱਟ ਕਰੀ ਜਾਓ। ਤੁਸੀਂ ਇਹ ਨਾ ਸੋਚਿਓ ਕਿ ਲੋਕਾਂ ਨੂੰ ਰੋਟੀ ਮਿਲਦੀ ਪਈ ਹੈ ਕਿ ਨਹੀਂ ਮਿਲਦੀ ਪਈ। ਗੱਲਾਂ ਜਿੰਨੀਆਂ ਮਰਜ਼ੀ ਕਰਵਾ ਲਓ ਇਹਨਾਂ ਕੋਲੋਂ, ਵੱਡੇ ਵੱਡੇ ਲੈਕਚਰ, ਸੋਹਣੇ ਸੋਹਣੇ ਸ਼ਬਦਾਂ ਦਾ ਇਸਤੇਮਾਲ ਕਰਕੇ ਵੱਡੇ ਵੱਡੇ ਲੈਕਚਰਸ ਦੇਣਗੇ, ਤੇ ਕਾਰਗੁਜ਼ਾਰੀ ਆ ਹੈ। ਕਿੰਨਾ ਸਮਾਂ ਵਿਅਰਥ ਹੋਏਗਾ ਕੋਰਟਾਂ ਦੇ ਵਿੱਚ, ਤੇ ਕਿੰਨਾ ਪੈਸਾ ਵਿਅਰਥ ਹੋਏਗਾ, ਕਿੰਨੀ એનર્ਜੀ ਵੇਸਟ ਹੋਏਗੀ ਕੋਰਟਾਂ ਦੇ ਵਿੱਚ, ਜਿਹੜੀ ਪੰਜਾਬ ਦੀ ਤਰੱਕੀ ਵਾਸਤੇ, ਭਾਰਤ ਦੀ ਤਰੱਕੀ ਵਾਸਤੇ ਲੱਗ ਸਕਦੀ ਹੈ, ਉਹ ਜ਼ਾਇਆ ਹੋ ਰਹੀ ਹੈ। ਸੋ ਦੇਖੋ ਇਹ ਕੀ ਚੱਲਦਾ ਪਿਆ, ਕਿੱਦਾਂ ਦੀ ਗੇਮ ਚੱਲਦੀ ਹੈ। ਲੋਕਾਂ ਦੀ ਹੈਗਾ ਨਾ, ਲੋਕਾਂ ਦਾ ਪੈਸਾ ਬਟੋਰ ਕੇ ਤੁਸੀਂ ਆਪਣੇ ਖਜ਼ਾਨੇ 'ਚ ਰੱਖਣਾ ਗਲਤ ਗੱਲ ਹੈ। ਪੈਸਾ ਤਾਂ ਲੋਕਾਂ ਦਾ ਨਾ, ਇਹ ਤਾਂ ਨਾ ਲੋਕਾਂ ਦਾ ਆਗੂ ਦਾ, ਨਾ ਕਿਸੇ ਨੇਤਾ ਦਾ, ਨਾ ਕਿਸੇ ਏਜੰਸੀ ਦਾ, ਲੋਕਾਂ ਦਾ ਪੈਸਾ ਹੈਗਾ। ਲੋਕਾਂ ਤੇ ਟੈਕਸ ਲਾ ਕੇ ਫਿਰ ਹੀ ਪੈਸਾ ਜਮ੍ਹਾਂ ਕੀਤਾ ਹੈਗਾ।
ਤੇ ਲੋਕਾਂ ਲਈ ਫਿਰ ਨਿਸ਼ਾਵਰ ਕਰੋ, ਉਹਨਾਂ ਨੂੰ ਸਹੂਲਤਾਂ ਤਾਂ ਪ੍ਰਦਾਨ ਕਰੋ। ਬਿਲਕੁਲ ਸਹੀ ਗੱਲ ਹੈ, ਲੋਕਾਂ ਦੇ ਵਾਸਤੇ ਹੀ ਸਭ ਕੁਝ ਹੋਣਾ ਚਾਹੀਦਾ ਹੈ। ਜੀ ਜੀ ਜੀ। ਸੋ ਆਪਾਂ ਚੱਲਦੇ ਹਾਂ ਅੱਗੇ ਕਿ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਨੇ, ਕਹਿੰਦੀਆਂ ਨੇ ਕੇਂਦਰ ਦੇ ਖਿਲਾਫ ਅਸੀਂ ਫਿਰ ਤੋਂ ਧਰਨਾ ਦੇਣਾ ਹੈ। ਐਲਾਨ ਕਰ ਦਿੱਤਾ, ਪਹਿਲਾਂ ਸਿੰਘੂ ਬਾਰਡਰ ਤੇ ਬੈਠੇ ਰਹੇ, ਟਿਕਰੀ ਬਾਰਡਰ ਤੇ ਬੈਠੇ ਰਹੇ ਕਿਸਾਨ ਅੰਦੋਲਨ, 1 ਸਾਲ ਤੋਂ ਵੱਧ ਅਸੀਂ ਉੱਥੇ ਬੈਠੇ ਰਹੇ ਹਾਂ, ਹੁਣ ਫਿਰ ਤੋਂ ਧਰਨੇ ਦੀ ਜੋ ਤਿਆਰੀ ਸ਼ੁਰੂ ਕਰ ਲਈ ਹੈ। ਹਾਂ, ਇਹਨਾਂ ਨੇ ਐਲਾਨ ਕਰ ਦਿੱਤਾ ਕਿ 28 ਮਈ ਤੱਕ ਅਸੀਂ ਚੇਤਾਵਨੀ ਦਿੰਦੇ ਗੌਰਮੈਂਟ ਨੂੰ ਕਿ ਅਸੀਂ ਅਗਲਾ ਧਰਨਾ ਜਿਹੜਾ ਉਹ ਲਾ ਦੇ ਰਹੇ ਹਾਂ, ਔਰ ਇਹਦੇ ਵਿੱਚ ਦਿੱਲੀ ਬਾਰਡਰ ਤੱਕ ਫਿਰ ਉਹੀ ਸਾਰਾ ਕੁਝ ਹੋਊਗਾ। ਇਹਨਾਂ ਨੇ ਚਾਰਟਰ ਡਿਮਾਂਡ ਆਫ ਚਾਰਟ ਬਣਾ ਲਿਆ, ਉਹ ਬਣਾ ਕੇ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਆਹ ਸਾਡਾ ਚਾਰਟ ਹੈਗਾ, ਇਹ ਸਾਡੀਆਂ ਬਚੀਆਂ ਜਿਹੜੀਆਂ ਸਹੂਲਤਾਵਾਂ, ਜਿਹੜੀਆਂ ਸਾਡੀਆਂ ਮੰਗਾਂ ਵਾ, ਉਹਨਾਂ ਨੂੰ ਪੂਰਾ ਕਰ ਦਿਓ, ਨਹੀਂ ਤੇ ਅਸੀਂ ਫਿਰ ਉਸੇ ਹੀ ਮੁਦਰਾ 'ਚ ਆ ਜਾਵਾਂਗੇ, ਉਸੇ ਤਰ੍ਹਾਂ ਹੀ ਨਾਅਰੇਬਾਜ਼ੀ ਹੋਊਗੀ, ਉਸੇ ਤਰ੍ਹਾਂ ਹੀ ਅਸੀਂ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਦੇ ਕੋਲ ਪਹੁੰਚ ਜਾਵਾਂਗੇ। ਔਰ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿੰਨੇ ਪਾਰਲੀਮੈਂਟ ਦੇ ਮੈਂਬਰ ਨੇ, ਸੰਸਦ ਨੇ, ਇਹ ਸਾਰਾ ਜਿਹੜਾ ਮੰਗ ਚਾਰਟ ਆ, ਪੱਤਰ ਆ, ਉਹਨਾਂ ਨੂੰ ਮੁਹੱਈਆ ਕੀਤਾ ਜਾਊਗਾ ਸੈਸ਼ਨ ਤੋਂ ਪਹਿਲਾਂ। ਉਹ ਪੜ੍ਹ ਲੈਣਗੇ, ਵੇਖ ਲੈਣਗੇ ਵੀ ਕੀ ਗੱਲ ਹੈਗੀ ਆ, ਕਿਉਂਕਿ ਆਵਾਜ਼ ਤਾਂ ਬੁਲੰਦ ਉਹਨਾਂ ਹੀ ਕਰਨੀ। ਜਿਸ ਤਰ੍ਹਾਂ ਪੰਜਾਬ ਦੇ ਕਿਸਾਨ, ਇਹਦੇ ਵਿੱਚ 32 ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਜਿਹਦੇ ਵਿੱਚ ਡਕੈਤ ਇਹਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਆ, ਔਰ ਉਹਦੇ ਵਿੱਚ ਬਾਕੀ ਜਿਹੜੀਆਂ ਹਰਿਆਣਾ, ਹਿਮਾਚਲ, ਜਿਹੜਾ ਕਰਨਾਟਕ, ਫਿਰ ਬਿਹਾਰ, ਮੱਧ ਪ੍ਰਦੇਸ਼ ਔਰ ਟੋਟਲ ਹਿੰਦੁਸਤਾਨ ਦੇ ਕਿਸਾਨ ਇਕੱਠੇ ਹੋ ਗਏ। ਔਰ ਇਹਦੇ ਲਈ ਉਹਨਾਂ ਨੂੰ ਅਲਰਟ ਕਰ ਦਿੱਤਾ ਗੌਰਮੈਂਟ ਨੂੰ ਵੀ ਸਾਡੀਆਂ ਮੰਗਾਂ ਜਿਹੜੀਆਂ ਬੱਚੀਆਂ, ਜਿਸ 'ਚ MSP ਬਾਕਾਇਦਾ ਤੌਰ 'ਤੇ ਮੋਹਰਲੀ ਕਰਤਾਰ ਦੇ ਵਿੱਚ ਹੈਗੀ ਆ ਕਿ ਜਿਹੜੀ ਸਾਡਾ ਸਮਰਥਨ ਮੁੱਲ ਆ ਫਸਲਾਂ ਦਾ, ਉਹ ਤਾਂ ਪਹਿਲਾਂ ਦਿਓ, ਉਹ ਤਾਂ ਉਸੇ ਤਰ੍ਹਾਂ ਲਟਕ ਰਿਹਾ। ਅਗਲੀਆਂ ਜਿਹੜੀ ਸਾਉਣੀ ਦੀਆਂ ਫਸਲਾਂ ਆ ਰਹੀਆਂ, ਹੁਣ ਆਹ ਝੋਨਾ ਬੀਜਣਾ ਸ਼ੁਰੂ ਹੋ ਰਿਹਾ, ਪਨੀਰੀ ਲੱਗ ਗਈ ਆ, ਉਹ ਤੋਂ ਬਾਅਦ ਇਹ ਟ੍ਰਾਂਸਪਲਾਂਟ ਹੋ ਜਾਣਾ ਉਹਦੇ ਵਿੱਚ, ਔਰ ਉਹਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਜਾਣਾ। ਉਹ ਅਗਲੀ ਫਸਲ ਤਿਆਰ ਹੈ ਸਾਉਣੀ ਦੀ, ਉਹਦੇ ਲਈ ਆਂਦੇ ਜੋ ਕੁਛ ਐਲਾਨਨਾਮਾ ਹੋਇਆ, ਜੋ ਕੁਛ ਹੋਇਆ, ਸਾਨੂੰ ਉਹ ਪੈਸਾ ਚਾਹੀਦਾ ਹੈਗਾ। ਕਣਕ ਦਾ ਪੈਸਾ ਜਿਹੜਾ ਅਜੇ ਤੱਕ ਪੂਰਾ ਨਹੀਂ ਮਿਲਿਆ, ਗੰਨੇ ਦਾ ਬਕਾਇਆ ਸਾਡਾ ਰਹਿੰਦਾ, ਉਹਦੇ ਵਿੱਚ ਕਈ ਡਿਮਾਂਡ ਉਹਨਾਂ ਦੇ ਹੈਗੀਆਂ ਕਿਸਾਨਾਂ ਦੀਆਂ। ਐਵੇਂ ਤਾਂ ਵਿਚਾਰੇ ਧਰਨਾ ਨਹੀਂ ਦਿੰਦੇ, ਐਵੇਂ ਤਾਂ ਸੜਕਾਂ 'ਤੇ ਬਹਿੰਦੇ ਨਹੀਂ, ਪਰ ਉਹਦੇ ਵਿੱਚ ਖੱਜਲ ਖੁਆਰ ਕੌਣ ਹੁੰਦੇ ਆ? ਲੋਕ, ਜਿਨ੍ਹਾਂ ਨੇ ਸੜਕਾਂ 'ਤੇ ਬੱਚਿਆਂ ਨੇ ਪੜ੍ਹਨ ਜਾਣਾ, ਕੋਈ ਬਿਮਾਰ ਜਾ ਰਿਹਾ, ਉਹਦੀ ਜਿਹੜੀ ਐਮਰਜੈਂਸੀ ਹਾਲਤ ਵਿੱਚ ਕੰਡੀਸ਼ਨ 'ਤੇ ਜਾ ਰਿਹਾ ਹਸਪੀਟਲ, ਉਹ ਵਿਚਾਰਾ ਰਾਹ 'ਚ ਰੁਕ ਜਾਂਦਾ। ਕਿਸੇ ਕੁੜੀ ਦਾ ਵਿਆਹ ਵਾ, ਨਾਨਕੇ ਆ ਰਹੇ ਆ, ਬਾਕੀ ਲੋਕ ਆ ਰਹੇ ਆ, ਉੱਥੇ ਜਨੇਤ ਆ ਰਹੀ ਉਹਦੀ, ਉਹ ਵੀ ਰੁਕ ਜਾਂਦੀ ਹੈ। ਕਈ ਚੀਜ਼ਾਂ ਲੋੜੀਂਦੀ ਜ਼ਰੂਰਤ ਦੀਆਂ ਚੀਜ਼ਾਂ ਸਾਰੀਆਂ ਇੱਕ ਥਾਂ ਠੱਪ ਹੋ ਜਾਂਦੀਆਂ। ਕਿਸਾਨਾਂ ਨੂੰ ਵੀ ਵੈਸੇ ਚਾਹੀਦਾ ਕਿ ਘੱਟੋ ਘੱਟ ਜਿਹੜੇ ਧਰਨੇ ਲਾਉਂਦੇ ਆ, ਇਹ ਤੋਂ ਇਲਾਵਾ ਸਾਡਾ ਮੀਡੀਆ ਵੱਲੋਂ ਇਹਨਾਂ ਨੂੰ ਸੁਝਾਅ ਵੀ ਹੈਗਾ ਕਿ ਇਹ ਆਪਣਾ ਕੁਝ ਲੋਕ ਨੁਮਾਇੰਦੇ ਉਹ ਇਕੱਠੇ ਕਰਕੇ ਪਾਰਲੀਮੈਂਟ 'ਚ ਭੇਜਣ, ਪ੍ਰਧਾਨ ਮੰਤਰੀ ਨਾਲ ਗੱਲ ਕਰਨ। ਖੂਬ ਸਾਰੇ ਲੋਕਾਂ ਨੂੰ ਇਕੱਠੇ ਹੋਣ ਨਾਲ ਸੜਕਾਂ ਨੂੰ ਦਾ ਘਿਰਾਓ ਕਰਨਾ, ਇਹ ਵੀ ਵਾਜਬ ਨਹੀਂ ਗਾ। ਇਹਦੇ ਵਿੱਚ ਸਾਰੇ ਲੋਕਾਂ ਦੀ ਜਿਹੜੀ ਆਵਾਜਾਈ ਠੱਪ ਹੋ ਜਾਂਦੀ ਹੈ, ਬੱਚੇ ਪੜ੍ਹਨ ਨੂੰ ਰਹਿ ਜਾਂਦੇ ਆ, ਸਪੀਕਰ ਲਾਊਡ ਸਪੀਕਰ ਲਾਏ ਜਾਂਦੇ ਆ, ਲੋਕ ਰੋਟੀ ਤੋਂ ਆਤਰ ਹੋ ਜਾਂਦੇ ਆ। ਇਹ ਵੀ ਰੋਜ਼ ਦਿਹਾੜੀ ਧਰਨੇ ਵੀ ਜਿਹੜੇ ਆ ਲੋਕਾਂ ਦੀ ਨਜ਼ਰ ਤੋਂ ਦੂਰ ਹੋ ਗਏ ਹਨ, ਲੋਕ ਵੀ ਹੁਣ ਇਹਦੇ ਤੋਂ ਤੰਗ ਆ। ਹੋਰ ਕੋਈ ਰਸਤਾ ਨਹੀਂ। ਹਾਂ, ਇਹ ਸਹੀ ਗੱਲ। ਲੋਕਤੰਤਰ ਦੇ ਵਿੱਚ ਅੰਦੋਲਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ। ਹੁਣ ਸਰਕਾਰਾਂ ਨਾ ਸੁਣਨ, ਕੀ ਕਰੀਏ? ਇਹ ਤਾਂ ਗੱਲ ਹੈ, ਸਰਕਾਰਾਂ ਦੇ ਕੰਨ ਬੋਲੇ ਹੋ ਜਾਂਦੇ। ਸਮੱਸਿਆ ਇਹ ਹੈ, ਸੁਣਦੀਆਂ ਪਤਾ ਨਹੀਂ ਕੀ ਗੱਲ ਕੀ ਇਹ ਬਾਰ-ਬਾਰ ਉਹੀ ਗਲਤੀ ਦੁਹਰਾਣਾ, ਬਾਰ-ਬਾਰ ਉਹੀ ਗਲਤੀ ਦੁਹਰਾਣਾ, ਕਾਰਨ ਕੀ ਨੇ? ਔਰ ਗੱਲਾਂ ਤਾਂ ਬੜੀਆਂ ਸਿਆਣੀਆਂ ਹੁੰਦੀਆਂ ਨੇ, ਔਰ ਸਾਨੂੰ ਇਹ ਲੱਗਦਾ ਵੀ ਕਿ ਬੜੇ ਸਿਆਣੇ ਲੋਕ ਨੇ। ਆਹ ਸਿਆਣਪ ਹੈਗੀ ਆ, ਆਹ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ। ਬੜਾ ਇਹ ਸੋਚਣ ਵਾਲੀ ਗੱਲ ਹੈ ਬਲਕਾਰ ਜੀ ਕਿ ਆਪਣੇ ਦੇਸ਼ ਨੂੰ ਤੁਸੀਂ ਆਪ ਹੀ ਖਰਾਬ ਕਰਦੇ ਪਏ ਹੋ, ਆਪ ਹੀ ਮਾਹੌਲ ਖਰਾਬ ਕਰਦੇ ਪਏ ਹੋ। ਇੱਕ ਪਾਸੇ ਤੁਸੀਂ ਕਹਿੰਦੇ ਹੋ $5 ਟ੍ਰਿਲੀਅਨ ਦੀ ਇਕਨੋਮੀ ਬਣਾਉਣੀ ਹੈ, ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੈ। ਇਦਾਂ ਦੀਆਂ ਗੱਲਾਂ ਨਾਲ ਜਿੱਦਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਇਹ ਗੱਲਾਂ ਨੇ, ਇਹ ਹਵਾ ਦੇ ਵਿੱਚ ਤੀਰ ਨੇ। ਔਰ ਇਹ ਜਿਹੜੇ ਆ ਨਾ ਗੱਲਾਂ ਦੇ ਕੜਾਹ ਵਾ, ਇਹ ਇਦਾਂ ਨਹੀਂ ਬਣ ਦਿੰਦੇ, ਮਿਹਨਤ ਨਾਲ ਬਣਦੇ ਆ, ਉੱਚੀ ਸੋਚ ਨਾਲ ਬਣਦੇ ਆ, ਲੋਕਾਂ ਦੇ ਪਿਆਰ ਮੁਹੱਬਤ ਨਾਲ ਬਣਦੇ ਆ, ਯੂਨਾਈਟ ਕਰਕੇ ਏਕਤਾ ਨਾਲ ਬਣਦੇ ਆ। ਇਕੱਲਾ ਬੰਦਾ ਕਦੀ ਵੇਖਿਆ ਦਰਿਆ ਪਾਰ ਕਰ ਜੂਗਾ? ਇਕੱਲਾ ਬੰਦਾ ਵੇਖਿਆ ਕਿਸ਼ਤੀ ਦੇ ਨਾਲ ਜਾਇਆ ਜਾਂਦਾ? ਕਿਸ਼ਤੀ ਹੋਊਗੀ, ਵੱਡੇ ਸਮੁੰਦਰਾਂ ਨੂੰ ਪਾਰ ਕਰਨਾ, ਉਹਨਾਂ ਦੀ ਲਹਿਰਾਂ ਨੂੰ ਗਿਣਨਾ, ਉਹਨਾਂ ਦੇ ਨਾਲ ਪਿਆਰ ਮੁਹੱਬਤ ਪਾਉਣਾ, ਸਨੇਹ ਅਪਣੱਤ ਪਾਉਣੀ, ਇਹ ਸਿਰਫ ਲੋਕਾਂ ਨਾਲ ਮਿਲ ਕੇ ਹੁੰਦੀ ਹੈ। ਕੱਲਾਕਾਰਾ ਕੋਈ ਨਹੀਂ ਕਰ ਸਕਦਾ। ਇੱਕ ਤੇ ਇੱਕ 11 ਬਣਦੇ ਆ, ਹੈ ਨਾ? ਉਹ ਨਹੀਂ ਹੁੰਦਾ ਕਿ ਅਸੀਂ ਇੱਕ ਤੇ ਇੱਕ 2 ਨਾਲ ਹੀ ਹੁੰਦਾ। 11 ਦਾ ਮਤਲਬ ਹੈਗਾ ਕਿ ਯੂਨਾਈਟ ਹੋ ਜਾਓ, ਇਕੱਠੇ ਹੋ ਜਾਓ, ਤਦ ਸਾਰਾ ਕੁਝ ਹੁੰਦਾ। ਇਹ ਪੈਗਾਮ ਪਹਿਲੇ ਸਾਡੇ ਸੂਝਵਾਨ ਲੋਕਾਂ ਨੇ ਦਿੱਤਾ। ਅਸੀਂ ਉਹਨਾਂ ਦੀਆਂ ਪੜ੍ਹੀਆਂ ਲਿਖੀਆਂ ਗੱਲਾਂ ਹੀ ਕਹਿ ਰਹੇ ਹਾਂ, ਅਸੀਂ ਆਪਣੇ ਕੋਲੋਂ ਤਾਂ ਨਹੀਂ ਬਣਾ ਕੇ ਗੱਲ ਕਰ ਰਹੇ। ਇਹੀ ਹੈਗਾ। ਫਿਰ 5 ਸਾਲ ਗੁਜ਼ਰ ਗਏ, ਫਿਰ ਇਹ ਭਾਂਡੇ ਮਾਂਜ ਕੇ ਵਾਪਸ ਆ ਜਾਂਦੇ। ਉਹ ਤੋਂ ਬਾਅਦ ਫਿਰ ਦੂਜੀ ਸਰਕਾਰ ਆ ਜਾਂਦੀ ਆ, ਉਹ ਅਜੇ ਆਪਣਾ ਸਾਰਾ ਕੁਝ ਰਸੋਈ ਤਿਆਰ ਕਰਦੇ, ਸਾਰਾ ਕੁਝ ਹੁੰਦੇ, ਆਂਦੇ ਰਸਦ ਹੈ ਨਹੀਂ, ਤੁਹਾਨੂੰ ਰੋਟੀ ਕਿੱਥੋਂ ਦਈਏ, ਅਸੀਂ ਉਹ ਤਾਂ ਪੀਪੇ ਮੂੰਹ ਦੇ ਮਾਰ ਗਿਆ। ਇਹ ਬਹਾਨੇ ਇੱਕ ਦੂਜੇ ਕੋਲ। ਫਿਰ ਤੁਸੀਂ ਕਦ ਲਈ ਇਲੈਕਸ਼ਨ 'ਚ ਆ ਗਏ? ਨਾ ਆਓ ਫਿਰ, ਜੇ ਤੁਸੀਂ ਕੁਝ ਕਰ ਨਹੀਂ ਸਕਦੇ ਫਿਰ ਘਰੇ ਬੈਠੇ ਰਹੋ। ਇਹ ਗੱਲਾਂ ਲੋਕਾਂ ਨੇ ਪੁੱਛਣੀਆਂ ਨਾ ਕੋ, ਅੱਜ ਨਹੀਂ ਕੱਲ੍ਹ ਨਹੀਂ, ਲੋਕ ਆਉਣਗੇ, ਸਾਹਮਣੇ ਆਉਣਗੇ, ਫਿਰ ਇਹਨਾਂ ਨੂੰ ਜਵਾਬ ਦੇਣਾ ਔਖਾ ਜੀ।
ਬਿਲਕੁਲ ਸਹੀ ਗੱਲ ਹੈ। ਜਵਾਬ ਦੇਣਾ ਜਨਤਾ ਨੂੰ ਪੈਣਾ ਹੈ, ਇਹਨਾਂ ਨੂੰ ਲੋਕਾਂ ਨੂੰ ਇਹਨਾਂ ਨੂੰ ਜਵਾਬ ਦੇਣਾ ਪੈਣਾ ਹੈ, ਔਰ ਉਹ ਜਵਾਬ ਦੇਣਾ ਔਖਾ ਹੋਣਾ ਹੈ ਜ਼ਰੂਰ। ਸੋ ਅਸੀਂ ਹੁਣ ਪਹੁੰਚਦੇ ਹਾਂ ਅੱਗੇ। ਇੱਕ ਹੋਰ ਧਰਨਾ ਜਿਹੜਾ ਜੰਤਰ ਮੰਤਰ ਤੇ ਚੱਲਦਾ ਪਿਆ ਪਹਿਲਵਾਨਾਂ ਦਾ, ਹੁਣ ਕਾਫੀ ਉਹਨਾਂ ਨੂੰ ਸਪੋਰਟ ਮਿਲਦੀ ਪਈ ਹੈ। ਹੁਣ ਅਗਲਾ ਕਦਮ ਇਹ ਹੈ ਕਿ ਉਹ ਸ਼ਿਫਟ ਹੋਣ ਲੱਗੇ ਨੇ ਰਾਮਲੀਲਾ ਮੈਦਾਨ ਦੇ ਵਿੱਚ, ਜਿੱਥੇ ਬਹੁਤ ਵੱਡਾ ਮੈਦਾਨ ਹੈ, ਜਿੱਥੇ ਅੰਨਾ ਹਜ਼ਾਰੇ ਨੇ ਅੰਦੋਲਨ ਚਲਾਇਆ ਸੀ ਜਨ ਲੋਕਪਾਲ ਦਾ, ਤੇ ਉੱਥੋਂ ਹੀ ਨਿਕਲੀ ਸੀ ਆਮ ਆਦਮੀ ਪਾਰਟੀ, ਕੇਜਰੀਵਾਲ ਹੁਣੀ, ਤੇ ਇਹ ਜੰਤਰ ਮੰਤਰ ਦਾ ਹੁਣ ਧਰਨਾ ਪਹਿਲਵਾਨਾਂ ਦਾ ਉੱਥੇ ਸ਼ਿਫਟ ਹੋਣ ਲੱਗਾ ਰਾਮਲੀਲਾ ਮੈਦਾਨ ਦੇ ਦਿੱਲੀ ਦੇ ਵਿੱਚ। ਜਿਹੜੀ ਇੰਡੀਆ ਦੀ ਕੁਸ਼ਤੀ ਫੈਡਰੇਸ਼ਨ ਦੇ ਸਾਰੇ ਮੈਂਬਰ ਨੇ, ਉਹਨਾਂ ਨੇ ਇਕੱਠੇ ਹੋ ਕੇ ਪਹਿਲਾਂ ਤਾਂ ਜੰਤਰ ਮੰਤਰ ਧਰਨਾ ਲਾਇਆ ਸੀ ਬੜੀ ਦੇਰ ਤੋਂ, ਔਰ ਉਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਉਹਨੇ ਕੋਈ ਇਹਨਾਂ ਨੂੰ ਗੱਲਬਾਤ ਨਹੀਂ ਕੀਤੀ, ਕੋਈ ਇਹਦੇ ਵਿੱਚ ਇੰਟਰਫੀਅਰ ਕਰਕੇ ਕਿਹਾ ਨਹੀਂ ਕਿ ਧਰਨਾ ਬੰਦ ਕਰ ਦਿਓ, ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੀ ਗੱਲ ਕਰਾਂਗੇ, 2-4 ਬੰਦੇ ਸਾਡੇ ਕੋਲ ਭੇਜ ਦਿਓ। ਜੰਤਰ ਮੰਤਰ ਸਟੇਟ ਵੇ ਪਾਰਲੀਮੈਂਟ ਨੂੰ ਜਾਂਦਾ, ਅਸ਼ੋਕਾ ਰੋਡ ਦੇ ਨਾਲ ਹੀ ਲੱਗਦਾ ਹੈਗਾ, ਔਰ ਉਹਦੇ ਨਾਲ ਕਨਾਟ ਪਲੇਸ ਤੇ ਜੰਤਰ ਮੰਤਰ ਤੋਂ ਅੱਗੇ ਸਾਰਾ ਹਿੰਦੁਸਤਾਨ ਦੀ ਵਜ਼ਾਰਤ ਬੈਠੀ ਉੱਥੇ। ਉਹਨਾਂ ਨੂੰ ਨੇੜਿਓਂ ਆਵਾਜ਼ ਨਹੀਂ ਸੁਣੀ, ਜਦੋਂ ਕਿ ਉਹਨਾਂ ਲਾਊਡ ਸਪੀਕਰ ਲਾ ਕੇ ਰੌਲਾ ਪੈਂਦਾ, ਸਾਰਾ ਕੁਛ ਹੈਗਾ, ਅੱਗੇ ਬੈਰੀਕੇਡ ਲੱਗੇ ਆ, ਕਿਸੇ ਨੂੰ ਅੱਗੇ ਨਹੀਂ ਨਿਕਲ ਦਿੱਤਾ। ਹੁਣ ਉਹਨਾਂ ਨੇ ਇੱਕ ਨੀਤੀ ਬਣਾ ਲਈ ਕਿ ਅਸੀਂ ਇਸ ਤੋਂ ਬਾਅਦ ਜਾ ਕੇ ਰਾਮਲੀਲਾ ਗਰਾਊਂਡ 'ਚ ਜਾਵਾਂਗੇ, ਉੱਥੇ ਸਾਡਾ ਧਰਨਾ ਲੱਗੂਗਾ, ਅਸੀਂ ਸਾਰਾ ਕੁਝ ਕਰਾਂਗੇ। ਜਿਹੜੇ ਵੀ ਬ੍ਰਿਜ ਭੂਸ਼ਣ ਜੀ 'ਤੇ ਹੋਈ ਸੀ ਇਹਨਾਂ ਦੇ FIR ਲੌਜ ਹੋਈ ਸੀਗੀ, ਉਹਦੇ 'ਚ ਜਿਹੜੀਆਂ ਨਾਬਾਲਗ ਹੀ ਕੁੜੀਆਂ ਨੇ ਜਿਨ੍ਹਾਂ 'ਤੇ ਜਿਨਸੀ ਸ਼ੋਸ਼ਣ ਹੋਇਆ, ਉਹਨਾਂ ਨੇ ਆਪਣੇ ਬਿਆਨ ਬੰਦ ਕਰਵਾ ਕੇ ਪੁਲਿਸ ਕੋ ਤੇ ਇਹ ਕਰਵਾ ਦਿੱਤਾ, ਔਰ ਵੀ ਪਤਾ ਲੱਗਿਆ ਕਿ ਸ਼ਾਇਦ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ, ਪ੍ਰਵਾਨ ਵੀ ਹੋ ਗਿਆ। ਪਰ ਉਸ ਬ੍ਰਿਜ ਭੂਸ਼ਣ ਜੀ ਦਾ ਅਸਤੀਫੇ ਵਾਸਤੇ ਗੱਲ ਹੋ ਗਈ ਹੈ, 45 ਡੇਜ਼ ਦਾ ਦਿੱਤਾ ਗਿਆ ਟਾਈਮ ਕਿ ਨਵੇਂ ਚੀਫ ਬਣਾ ਦਿੱਤੇ ਜਾਣਗੇ। ਹਾਂ ਚਲੋ, ਉਸ ਤੋਂ ਬਾਅਦ ਇਹ ਹੈਗਾ, ਪਰ ਉੱਤੇ FIR ਲੌਜ ਹੋਈ ਆ, ਉੱਤੇ ਤੇ ਕਾਨੂੰਨੀ ਕਾਰਵਾਈ ਹੋਣੀ ਹੈ, ਤਬਦੀਸ਼ ਹੋਣੀ ਆ, ਉਹਦੇ 'ਤੇ ਤਹਿਕੀਕਾਤ ਹੋਣੀ ਹੈ, ਕੀ ਕੁਛ ਹੁੰਦਾ, ਕੀ ਨਿਕਲਦਾ ਉਹਦੇ 'ਚੋਂ। ਪਰ ਇਹ ਜਿੰਨੀ ਦੇਰ ਤੱਕ ਸਰਕਾਰ ਦਾ ਇੰਟਰਫੀਅਰ ਨਹੀਂ, ਜਿੰਨੀ ਦੇਰ ਤੱਕ ਕੋਈ ਵੀ ਜਿਹੜੇ ਗ੍ਰਹਿ ਮੰਤਰੀ ਸਾਹਿਬ ਨੇ ਉਹ ਬਹਿ ਕੇ ਉਹਨਾਂ ਨਾਲ ਗੱਲ ਨਹੀਂ ਕਰਦੇ, ਉਨੀ ਦੇਰ ਤੱਕ ਮੇਰਾ ਖਿਆਲ ਹੈ ਇਹ ਵਾਪਸ ਨਹੀਂ ਆਉਣਗੇ, ਕਿਉਂਕਿ ਇਹਨਾਂ ਜੇ ਹੁਣ ਮਜ਼ਬੂਤ ਕਰ ਲਈ ਧਰਨਾ ਅੱਗੇ ਲੈ ਗਏ ਸਾਰੇ। ਇਹ ਨਹੀਂ ਕਿ ਇਕੱਲੇ ਕੁਸ਼ਤੀ ਫੈਡਰੇਸ਼ਨ ਆਈ, ਉਹ 'ਚ ਸਾਰੇ ਜਿੰਨੇ ਖਿਡਾਰੀ ਜਿੰਨੇ ਹੈਗੀਆਂ ਏਜੰਸੀਆਂ, ਉਹਨਾਂ ਦੀ ਐਸੋਸੀਏਸ਼ਨ ਉਹਦੇ ਨਾਲ ਮਿਲ ਗਈਆਂ, ਉਹਦੇ ਵਿੱਚ ਜਿੰਨੇ ਫਿਲਮੀ ਹਸਤੀਆਂ ਉਹਨਾਂ ਨਾਲ ਮਿਲ ਗਈਆਂ, ਕਿਸਾਨ ਦੇ ਜਿੰਨੇ ਵੀ ਲੀਡਰ ਨੇ, ਸ਼ਖਸੀਅਤਾਂ ਨੇ, ਜਿੰਨੀਆਂ ਜਥੇਬੰਦੀਆਂ, ਉਹ ਵੀ ਨਾਲ ਜੁੜ ਗਏ ਆ, ਔਰ ਉਹਨਾਂ ਦੇ ਵੀ ਨਾਅਰੇ ਲੱਗ ਰਹੇ ਆ। ਜਦੋਂ ਪੂਰਾ ਦੇਸ਼ ਇੱਕ ਪਾਸੇ ਹੋ ਗਿਆ, ਆਫਟਰ ਆਲ ਸਰਕਾਰ ਨੇ ਉਹਦੇ 'ਤੇ ਕੋਈ ਨਾ ਕੋਈ ਗੱਲ ਕਰਕੇ ਕੋਈ ਨਾ ਕੋਈ ਡਿਸੀਜਨ ਦੇਣਾ ਪੈਣਾ। ਔਰ ਤੁਹਾਡੀ ਗੱਲ ਸਹੀ ਹੈ ਕਿ ਜੇ ਅਸੀਂ ਇੰਨੇ ਸਮੇਂ ਨੂੰ ਲੰਬਾ ਕਰਕੇ ਅਸੀਂ ਫਿਰ ਉਸੇ ਨੁਕਤੇ 'ਤੇ ਆਉਣਾ, ਤੇ ਕਿਉਂ ਨਹੀਂ ਪਹਿਲਾਂ ਨੁਕਤਾ ਫੜ ਕੇ ਤੇ ਉਹਨੂੰ ਡਿਸੀਜਨ ਲੈ ਕੇ ਦੱਸ ਦਿੰਦੇ ਵੀ ਆਹ ਗੱਲ ਜੇ, ਹੁਣ ਧਰਨਾ ਵਾਪਸ ਲੈ ਲਓ, ਆਪਣੇ ਆਪਣੇ ਘਰਾਂ ਨੂੰ ਚੱਲ ਜਾਓ। ਉਹ ਵੀ ਵਿਹਲੇ ਬੈਠੇ ਆ, ਸੜਕਾਂ ਵੀ ਜਾਮ ਆ, ਦਿੱਲੀ ਦੇ ਕੰਮ ਰੁਕੇ ਪਏ ਆ, ਲੋਕ ਪੜ੍ਹਨ ਵਾਲੇ ਵਿਚਾਰੇ ਮੁੰਡੇ ਵੀ ਬੈਠੇ ਆ, ਨੌਕਰੀਆਂ ਵਾਲੇ ਬੈਠੇ ਆ, ਰੋਜ਼ ਦਿਹਾੜੀ ਧਰਨੇ ਦੇਣਾ ਵੀ ਗੱਲ ਇਹ ਹੈ ਨਾ, ਟਾਈਮ ਦੇ ਨਾਲ ਇਲਾਜ ਹੋ ਜਾਣਾ ਚਾਹੀਦਾ ਹੈ। ਨਿੱਕਾ ਜਿਹਾ ਫੋੜਾ ਹੁੰਦਾ ਹੈ, ਉਹਦਾ ਟਾਈਮ ਨਾਲ ਇਲਾਜ ਕਰ ਲਿਓ, ਨਹੀਂ ਤਾਂ ਉਹ ਕੈਂਸਰ ਬਣ ਜਾਂਦਾ ਹੈ। ਇਸ ਤੋਂ ਬਾਅਦ ਤੰਬਾ ਫੂਕਣ ਵਾਲਾ ਇਹੀ ਮੁਹਾਵਰਾ ਹੈਗਾ, ਜੇ ਛੋਟਾ ਫੋੜਾ ਕੈਂਸਰ ਬਣ ਗਿਆ ਤੇ ਕੈਂਸਰ ਦਾ ਫਿਰ ਇਲਾਜ ਨਹੀਂ ਹੋਣਾ। ਫਿਰ ਇਹ ਬਹੁਤ, ਕਿਉਂਕਿ ਕਈ ਮੁੱਦੇ ਐਸੇ ਨੇ ਜਿਹੜੇ ਕੈਂਸਰ ਬਣ ਚੁੱਕੇ ਨੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਈ ਪੰਜਾਬ ਦੇ ਮੁੱਦੇ ਇਦਾਂ ਦੇ ਨੇ ਜਿਹੜੇ ਕੈਂਸਰ ਬਣੇ ਹੋਏ, ਨਸੂਰ ਬਣ ਜਾਂਦਾ ਨਾ, ਨਸੂਰ ਬਣ ਕੇ ਫਿਰ ਉਹਦੇ ਵਿੱਚੋਂ ਫਿਰ ਰਸਤਾ ਜਿਹੜਾ ਜੋ ਕੁਝ ਵੱਜਦਾ ਜ਼ਹਿਰ ਹੈ, ਉਹ ਜ਼ਹਿਰ ਜਿਹੜਾ ਹੈ ਉਹਦਾ ਫਿਰ ਇਲਾਜ ਮੁਸ਼ਕਿਲ ਹੋ ਜਾਂਦਾ। ਸੋ ਇੱਕ ਹੋਰ ਮੁੱਦਾ ਲੈਂਦੇ ਆ, ਉਸ ਤੋਂ ਬਾਅਦ ਆਪਾਂ ਸਮਾਪਨ ਕਰਦੇ ਹਾਂ। ਜ਼ਰੂਰ। ਸ਼੍ਰੋਮਣੀ ਅਕਾਲੀ ਦਲ ਦਾ ਤੇ BJP ਦਾ ਗੱਠਜੋੜ ਆਪਾਂ ਜਾਣਦੇ ਹਾਂ, ਕਿਸਾਨ ਅੰਦੋਲਨ ਦੇ ਵਿੱਚ ਟੁੱਟਿਆ, ਕਿਉਂਕਿ ਕਿਸਾਨਾਂ ਦਾ ਹੀ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਕੋਲ ਹੈ, ਪੇਂਡੂ ਖੇਤਰ ਵਿੱਚ ਮਜ਼ਬੂਤੀ ਹੈ, ਪਰ ਕਿਸਾਨ ਧਰਨੇ ਤੇ ਸੀ ਕੇਂਦਰ ਦੇ ਖਿਲਾਫ, ਕੇਂਦਰ ਵਿੱਚ BJP ਹੈ, ਇਸ ਕਰਕੇ BJP ਨਾਲ ਗੱਠਜੋੜ ਟੁੱਟ ਗਿਆ ਕਿਸਾਨ ਅੰਦੋਲਨ ਦੇ ਦੌਰਾਨ। ਹੁਣ ਜਲੰਧਰ ਦੀ ਜ਼ਿਮਨੀ ਚੋਣ ਹੁੰਦੀ ਹੈ, ਇਹਦੇ ਵਿੱਚ ਅਕਾਲੀ ਦਲ ਵੀ ਇਕੱਲਾ ਲੜਦਾ ਹੈ BSP ਦੇ ਮਦਦ ਦੇ ਨਾਲ, ਤੇ ਨਾਲ ਇੱਧਰ BJP ਇਕੱਲੀ ਲੜਦੀ ਹੈ, ਦੋਵਾਂ ਦੀ ਹਾਰ ਹੈ। ਹੁਣ ਇਸ ਤੋਂ ਬਾਅਦ ਫਿਰ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਸ਼ਾਇਦ ਅੱਗੇ ਜਾ ਕੇ ਦੋਵੇਂ ਫਿਰ ਗੱਠਜੋੜ ਬਣਾਉਣ, BJP ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਆਉਣ, ਔਰ ਇਹਦੇ ਵਿੱਚ ਜੋ ਮਨਪ੍ਰੀਤ ਬਾਦਲ ਨੇ ਉਹਨਾਂ ਦਾ ਸ਼ਾਇਦ ਖਾਸ ਰੋਲ ਰਵੇ। ਉਹਨਾਂ ਨੇ ਸੰਕੇਤ ਦਿੱਤਾ ਸੀ ਮਨਪ੍ਰੀਤ ਬਾਦਲ ਨੇ ਪਹਿਲਾਂ, ਕਿਉਂਕਿ ਆਪ BJP 'ਚ ਛੜੱਪਾ ਮਾਰ ਕੇ ਚਲੇ ਗਿਆ, ਕਾਂਗਰਸ ਛੱਡ ਕੇ ਉੱਧਰ ਚਲੇ ਗਏ, ਔਰ ਉਹਨਾਂ ਨੇ ਸੰਕੇਤ ਦਿੱਤਾ ਸੀ। ਪਰ ਇਹ ਜਿਹੜੀ ਅੱਜ ਦਾ ਬਿਆਨ ਹੈਗਾ ਹੈ, ਹਰਦੀਪ ਪੁਰੀ ਜਿਹੜੇ ਮੰਤਰੀ ਨੇ, ਆਵਾਸ ਮੰਤਰੀ, ਉਹਨਾਂ ਨੇ ਦਿੱਤਾ ਕਿ ਅਸੀਂ 25 ਸਾਲ BJP ਅਕਾਲੀ ਦਲ ਨਾਲ ਰਹੀ ਆ, ਅਕਾਲੀ ਦਲ ਰਾਜਨੀਤਿਕ ਖੇਤਰੀ ਪਾਰਟੀ ਆ, ਔਰ ਜਿਹੜੀ BJP ਹੈ ਇਹ ਹਿੰਦੁਸਤਾਨ ਦੀ ਅਹਿਮ ਪਾਰਟੀ ਆ, ਰੂਲਿੰਗ ਪਾਰਟੀ ਹੈ ਇਸ ਵੇਲੇ, ਔਰ ਉਹਦੇ ਨਾਲ ਗੱਠਜੋੜ ਅਕਾਲੀ ਦਲ ਨਾਲ ਕਰਨਾ ਸਾਡੇ ਲਈ ਬਿਲਕੁਲ ਜ਼ੀਰੋ ਤੱਕ ਹੈਗਾ, ਅਸੀਂ ਨਹੀਂ ਕਰਾਂਗੇ। ਔਰ ਉਹਨਾਂ ਨੂੰ ਬਿਆਨ ਆਇਆ, ਪਰ ਉਹਨਾਂ ਨੇ ਕਿਹਾ ਕਿ ਅਸੀਂ ਖਾਸ ਤੌਰ 'ਤੇ ਸਲਾਹ ਮਸ਼ਵਰਾ ਕਰ ਚੁੱਕੇ ਹਾਂ ਕਿ ਅਸੀਂ ਅਕਾਲੀ ਦਲ ਦੇ ਵਿੱਚ ਨਹੀਂ ਆਵਾਂਗੇ। ਉਹ ਕਹਿੰਦੇ ਇਹਨਾਂ ਨੇ 5 ਟਰਮ ਜਿਹੜੀਆਂ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਰਹੇ ਆ, ਉਹਦੇ ਵਿੱਚ ਸਾਡਾ ਕੋਈ ਮੁੱਖ ਮੰਤਰੀ ਨਹੀਂ ਰਿਹਾ, ਸਾਡੇ ਮੰਤਰੀ ਜ਼ਰੂਰ ਰਹੇ ਆ,
ਪਰ ਉਹਦੇ ਵਿੱਚ ਜਿਹੜੀ ਹੈ ਸਰਕਾਰਾਂ ਨੇ ਬੀਜੇਪੀ ਦੇ ਲੋਕ ਨੇ ਸਾਡੀ ਵੋਟ ਬੈਂਕ ਕਹਿੰਦੇ ਸ਼ਹਿਰਾਂ 'ਚ ਹੈ, ਪਰ ਅਕਾਲੀ ਦਲ ਜਿਹੜਾ ਹੈਗਾ ਪਿੰਡਾਂ ਵਿੱਚ ਬੈਠਾ। ਇਸ ਕਰਕੇ ਜਿਹੜਾ ਬਹੁਮਤ ਦਿਖਾ ਕੇ ਇਹ ਆਪਣਾ ਮੁੱਖ ਮੰਤਰੀ ਬਣਾ ਦਿੰਦੇ ਰਹੇ ਆ, ਔਰ ਅਸੀਂ ਉਸ ਪਾਸੇ ਰਹੇ ਹਾਂ, ਥੱਲੇ ਵਾਲੇ ਪਾਸੇ ਰਹੇ ਹਾਂ। ਕੇਂਦਰ 'ਚ ਸਾਡਾ ਹੋਲਡ ਜ਼ਰੂਰ ਰਿਹਾ। ਉਹ ਵੀ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ। ਸਰਦਾਰ ਹਰਦੀਪ ਸਿੰਘ ਜੀ ਜਿਹੜੇ ਮੰਤਰੀ ਮੰਡਲ 'ਚ ਅਹਿਮ ਅਹੁਦੇ 'ਤੇ ਬੈਠੇ ਨੇ, ਮੰਤਰੀ ਨੇ ਉਹ, ਔਰ ਉਹਨਾਂ ਦਾ ਬਿਆਨ ਜਿਹੜਾ ਸੀਗਾ ਉਹਨੇ ਬੜਾ ਹੜਕੰਪ ਮਚਾ ਦਿੱਤਾ ਪਾਰਟੀਆਂ ਦੇ ਵਿੱਚ ਵੀ ਬੀਜੇਪੀ ਨਾਲ। ਅਸਲ 'ਚ ਇਹਨਾਂ ਦੀ ਤੁਸੀਂ ਜਿਹੜਾ ਦੱਸਿਆ ਕਿ ਹਰਨ ਨਾਲ ਜਲੰਧਰ ਦੀ ਜ਼ਿਮਨੀ ਚੋਣ ਹਰਨ ਤੋਂ ਬਾਅਦ ਜਿਹੜੀ ਆ ਬੀਜੇਪੀ ਵੱਲ ਇਹਨਾਂ ਦਾ ਆਉਣਾ ਬਣਦਾ ਸੀਗਾ, ਔਰ ਉਹਦੇ 'ਚ ਬੀਐਸਪੀ ਜਿਹੜੀ ਸੀਗੀ ਬਹੁਜਨ ਸਮਾਜ ਪਾਰਟੀ, ਉਹਦੇ ਨਾਲ ਇਹਨਾਂ ਨੇ ਗੱਠਜੋੜ ਕਰਕੇ ਫਿਰ ਵੀ ਹਾਰ ਦਾ ਮੂੰਹ ਵੇਖਣਾ ਪਿਆ ਇਹਨਾਂ ਨੂੰ, ਔਰ ਇਹ ਤੀਜੇ ਨੰਬਰ ਦੀ ਪਾਰਟੀ ਬਣ ਗਈ। ਦੂਜੇ ਨੰਬਰ 'ਤੇ ਕਾਂਗਰਸ ਰਹੀ ਹੈ, ਤੀਜੇ 'ਤੇ ਫਿਰ ਬੀਜੇਪੀ ਰਹੀ ਹੈ, ਚੌਥੇ 'ਤੇ ਇਹ ਰਹੀ ਹੈ। ਬਾਕੀ ਜਿਹੜੇ ਆ ਉਮੀਦਵਾਰ ਜਿਹੜੇ ਸੀਗੇ ਇੰਡੀਪੈਂਡੈਂਟ ਸੀਗੇ, ਸੁਤੰਤਰ ਜਿਹੜੇ ਸੀਗੇ ਉਮੀਦਵਾਰ, ਉਹਨਾਂ ਦੀ ਤਾਂ ਗਿਣਤੀ ਪਤਾ ਨਹੀਂ ਸੀਗੀ, ਔਰ ਸਭ ਤੋਂ ਵੱਧ ਵੋਟਾਂ ਫਿਰ ਆਪ ਲੈ ਗਈ। ਔਰ ਇਹਦੇ ਵਿੱਚ ਇਹੀ ਇਹਨਾਂ ਨੇ ਕਿਹਾ ਵਾ, ਉਹਦੇ 'ਚ ਕਾਂਗਰਸ ਦੇ ਨਵਜੋਤ ਸਿੱਧੂ ਨੂੰ ਇਹੀ ਕਿਹਾ ਗਾ ਕਿ ਜਿਹੜੀ ਆਪ ਦਾ ਕੰਮ ਹੈਗਾ ਇਹ ਲੋਕਾਂ ਤੱਕ ਪੈਸਾ ਦਿੱਤਾ ਗਿਆ, ਲੋਕਾਂ ਤੱਕ ਜਿਹੜੀ ਗਲਤ ਪ੍ਰਾਪੇਗੰਡਾ ਕੀਤਾ ਗਿਆ। ਵਿਰੋਧੀ ਪਾਰਟੀਆਂ ਕਰਦੀਆਂ ਹੁੰਦੀਆਂ ਬੜਾ ਕੁਛ, ਔਰ ਲੋਕ ਹੁਣ ਉਨੇ ਨਿਆਣੇ ਨਹੀਂ ਹੈਗੇ ਕਿ ਜਾਂ ਜਿਹੜਾ ਬੱਚਾ ਜਿਹੜਾ ਵੋਟ ਪਾਉਂਦਾ ਦੁੱਧ ਚੁੰਗਦਾ ਬੱਚਾ ਹੀ ਨੋ ਈਚ ਐਂਡ ਐਵਰੀਥਿੰਗ, ਉਹਨੂੰ ਪਤਾ ਹੈ ਮੈਂ ਕਿੱਥੇ ਵੋਟ ਪਾਉਣੀ, ਕਿਉਂ ਪਾਉਣੀ ਹੈ। ਪਰ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਇਹ ਗੱਲ ਨਹੀਂ ਪਚਦੀ, ਉਹਨਾਂ ਨੇ ਇਹ ਦੂਜੇ ਅਲਾਂਭੇ ਲਾਤੇ, ਉਹਨਾਂ ਦੇ ਮਿਹਣੇ ਲਾਤੇ। ਔਰ ਆਹ ਗੱਲ ਜਿਹੜੀ ਇਸ ਵੇਲੇ ਹੈਗੀ ਆ, ਮੇਰਾ ਖਿਆਲ ਹੈ ਕਿ ਆਉਣ ਵਾਲੇ ਲੋਕ ਸਭਾ ਲਈ ਇਹਨਾਂ ਨੇ ਪਹਿਲੋਂ ਕਹਿਤਾ, ਚੋਣਾਂ 2024 'ਚ ਆ ਗਈਆਂ, ਬੀਜੇਪੀ ਹੁਣ ਆਪਣਾ ਪੱਲਾ ਨਹੀਂ ਫੜਾਊਗੀ ਇਹਨਾਂ ਨੂੰ, ਅਕਾਲੀ ਦਲ ਇਕੱਲਾ ਹੀ ਰਹਿ ਜਾਊਗਾ। ਉਹਦੇ ਵਿੱਚ ਅੱਗੇ ਹਾਲਤ ਮਾੜੀ, ਉਹਨਾਂ ਦੀ ਕੋਰ ਕਮੇਟੀ ਨੇ ਪ੍ਰਧਾਨ ਬਣਾਤਾ ਸੀ ਇਹਨਾਂ ਨੂੰ, ਸੁਖਬੀਰ ਬਾਦਲ ਨੂੰ, ਔਰ ਮਨਪ੍ਰੀਤ ਬਾਦਲ ਭਾਵੇਂ ਸਰਦਾਰ ਬਾਦਲ ਦੀ ਮੌਤ ਤੋਂ ਬਾਅਦ ਇਕੱਠੇ ਰਹੇ ਉੱਥੇ, ਔਰ ਸੁਖਬੀਰ ਬਾਦਲ ਨਾਲ ਉਹਨਾਂ ਨੇ ਬੜੇ ਦੁੱਖ ਦਾ ਸਾਂਝਾ ਕੀਤਾ ਕਿਉਂਕਿ ਉਹਨਾਂ ਦਾ ਤਾਇਆ ਸੀਗਾ। ਔਰ ਉਹਦੇ ਬਾਅਦ ਘਰ ਦਾ ਮਾਹੌਲ ਉਹੀ ਆ, ਰਾਜਨੀਤਿਕ ਮਾਹੌਲ ਵੱਖਰਾ ਹੈ। ਜਿਸ ਤਰ੍ਹਾਂ ਤੁਸੀਂ ਉਹਨਾਂ ਦਾ ਨਾਂ ਲਿਆ ਸੀ ਹੁਣੇ, ਉਹ ਬੀਜੇਪੀ 'ਚ ਬੈਠੇ ਆ, ਬੀਜੇਪੀ 'ਚ ਉਹਨਾਂ ਨੇ ਸੰਕੇਤ ਦਿੱਤਾ ਸੀਗਾ ਵੀ ਇਹ ਬੀਜੇਪੀ ਉਹਨਾਂ ਨੇ ਹੋਰ ਦੂਰ ਲੈ ਜਾਣੀ ਬੀਜੇਪੀ। ਇਸੇ ਕਰਕੇ ਦੋ ਪਾਰਟੀਆਂ ਦਾ ਆਪਸੀ ਗੱਠਜੋੜ ਮਿਲਣਾ ਰਲਣਾ ਔਖਾ ਹੋਊਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ। ਬਿਲਕੁਲ ਔਖਾ ਹੋਏਗਾ, ਪਰ ਰਾਜਨੀਤੀ ਹੈ, ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਕਿਉਂਕਿ ਆਪਣਾ ਫਾਇਦਾ ਦੇਖਿਆ ਜਾਏਗਾ। ਨਾ ਇਹਦੇ 'ਚ ਦੋਸਤੀ ਪੱਕੀ, ਨਾ ਇਹਦੇ 'ਚ ਦੁਸ਼ਮਣੀ ਪੱਕੀ, ਪੱਕਾ ਆਪਣਾ ਫਾਇਦਾ। ਜੇ ਦੋਸਤੀ 'ਚ ਫਾਇਦਾ ਹੁੰਦਾ ਦੋਸਤੀ ਕਰ ਲਓ, ਜੇ ਦੁਸ਼ਮਣੀ 'ਚ ਫਾਇਦਾ ਹੁੰਦਾ ਦੁਸ਼ਮਣੀ ਕਰ ਲਓ। ਅਸੀਂ ਆਪਣੀ ਰਾਜਨੀਤੀ ਕਾਮਯਾਬ ਕਰਨੀ ਹੈ। ਸੋ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਜ਼ਰੂਰ ਜੀ, ਸਤਿ ਸ੍ਰੀ ਅਕਾਲ।